ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਅੱਜ ਇੱਕ ਅਜਿਹੇ ਮਹਿਮਾਨ ਨੂੰ ਤੁਹਾਡੇ ਰੂਬਰੂ ਕਰਵਾਉਣ ਜਾ ਰਹੇ ਹਾਂ ਜਿਹੜੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਅੰਦਰ ਅੰਗਰੇਜ਼ੀ ਵਿਭਾਗ ਦੇ ਮੁਖੀ ਨੇ। ਅੰਗਰੇਜ਼ੀ ਜਿਹੜੀ ਸਾਡੇ ਲਈ ਹਊਆ ਬਣੀ ਹੋਈ ਹੈ, ਉਹ ਅੰਗਰੇਜ਼ੀ ਜਿਸ ਦੇ ਬਾਰੇ ਅਕਸਰ ਬੱਚਿਆਂ ਦਾ ਇਹ ਧਾਰਨਾ ਬਣ ਚੁੱਕੀ ਹੈ ਕਿ ਅੰਗਰੇਜ਼ ਚਲੇ ਗਏ ਸਾਡੀ ਜਾਨ ਨੂੰ ਵਿਪਤਾ ਪਾ ਗਏ। ਉਹ ਅੰਗਰੇਜ਼ੀ ਜਿਸ ਨੂੰ ਸਿਖਾਉਣ ਲਈ ਵੱਡੇ ਵੱਡੇ ਵਪਾਰ ਹੋ ਰਹੇ ਨੇ। ਹਰੇਕ ਸ਼ਹਿਰ ਦੇ ਅੰਦਰ ਦਰਜਨਾਂ ਇੰਸਟੀਚਿਊਟਸ ਖੁੱਲ੍ਹੇ ਹੋਏ ਨੇ ਜਿਹੜੇ ਕਿ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਂਦੇ ਨੇ, ਬੱਚਿਆਂ ਨੂੰ ਆਈਲੈਟਸ ਕਰਾਉਂਦੇ ਨੇ ਤਾਂ ਕਿ ਉਹ ਵਿਦੇਸ਼ਾਂ 'ਚ ਜਾ ਕੇ ਸੈਟਲ ਹੋ ਸਕਣ, ਉੱਥੇ ਦੇ ਮਿਆਰ ਦੀ ਅੰਗਰੇਜ਼ੀ ਉਹਨਾਂ ਨੂੰ ਆ ਸਕੇ ਅਤੇ ਉੱਥੇ ਜਾ ਕੇ ਸਰਕਾਰਾਂ ਉਹਨਾਂ ਨੂੰ ਮਨਜ਼ੂਰ ਕਰ ਸਕਣ ਵੀ ਇਹ ਸਾਡੇ ਦੇਸ਼ ਦੇ ਵਿੱਚ ਰਹਿਣ ਦੇ ਲਾਇਕ ਨੇ, ਇਹਨਾਂ ਨੂੰ ਸਾਡੀ ਭਾਸ਼ਾ ਆਉਂਦੀ ਹੈ। ਕਿਉਂ ਅੰਗਰੇਜ਼ੀ ਇੰਨੀ ਹਊਆ ਬਣ ਗਈ ਹੈ? ਕੀ ਅੰਗਰੇਜ਼ੀ ਸਿੱਖਣ ਲਈ ਸਾਨੂੰ ਹੋਰਾਂ ਦੇ ਉੱਤੇ ਨਿਰਭਰ ਰਹਿਣਾ ਪਿਆ? ਕਿ ਸਾਡੇ ਅਧਿਆਪਕ ਅਤੇ ਸਾਡੇ ਪ੍ਰੋਫੈਸਰ ਇੰਨੇ ਕਾਬਲ ਨਹੀਂ ਰਹੇ ਕਿ ਸਾਡੇ ਜਿਹੜੇ ਬੱਚਿਆਂ ਨੂੰ ਅੰਗਰੇਜ਼ੀ ਸਿਖਾ ਸਕਣ, ਅੰਗਰੇਜ਼ੀ ਦੇ ਉਸ ਪੱਧਰ ਤੱਕ ਪਹੁੰਚਾ ਸਕਣ ਤਾਂ ਕਿ ਉਹਨਾਂ ਨੂੰ ਇੰਸਟੀਚਿਊਟਸ ਦਾ ਸਹਾਰਾ ਨਾ ਲੈਣਾ ਪਵੇ? ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਆਪਣਾ ਨਾਮ, ਆਪਣਾ ਅਹੁਦਾ ਇਹ ਦੱਸ ਦਿਓ। ਮੇਰਾ ਨਾਮ ਡਾਕਟਰ ਅੰਕਦੀਪ ਕੌਰ ਅਟਵਾਲ ਹੈ ਅਤੇ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿੱਚ 2011 ਤੋਂ ਸੇਵਾ ਨਿਭਾ ਰਹੀ ਹਾਂ ਔਰ ਐਟ ਪ੍ਰੈਜ਼ੈਂਟ ਮੈਂ ਹੈਡ ਆਫ ਦਾ ਡਿਪਾਰਟਮੈਂਟ ਹਾਂ, ਡਿਪਾਰਟਮੈਂਟ ਆਫ ਇੰਗਲਿਸ਼ ਦੇ ਵਿੱਚ। ਡਾਕਟਰ ਸਾਹਿਬ, ਬਹੁਤ ਸਾਰੇ ਵਿਦਿਆਰਥੀਆਂ ਨਾਲ ਮੈਂ ਗੱਲ ਕੀਤੀ ਹੈ। ਜੇ ਆਪਾਂ ਗੱਲ ਕਰੀ ਜਾਵੇ ਤਾਂ 70 ਤੋਂ 80% ਜਿਹੜੀ ਆਬਾਦੀ ਹੈ ਉਹ ਪਿੰਡਾਂ ਦੇ ਵਿੱਚ ਹੈ ਅਤੇ ਪਿੰਡਾਂ ਦੇ ਵਿੱਚ ਜਿਹੜੇ ਜ਼ਿਆਦਾ ਜਿਹੜਾ ਉਹ ਅੰਗਰੇਜ਼ੀ ਦੇ ਵਿੱਚ ਜਿਹੜਾ ਲੈ ਕੇ ਹਊਆ ਕ੍ਰੀਏਟ ਹੋਇਆ ਕਿਉਂਕਿ ਉਹਨਾਂ ਦਾ ਬੇਸਿਕ, ਉਹਨਾਂ ਦਾ ਬੁਨਿਆਦ ਜਿਹੜੀ ਆ ਉਹ ਅੰਗਰੇਜ਼ੀ ਸਕੂਲਾਂ ਦੇ ਵਿੱਚ ਨਹੀਂ ਰੱਖੀ ਜਾਂਦੀ। ਬੁਨਿਆਦ ਜਿਹੜੀ ਆ ਉਹਨਾਂ ਦੀ ਪੰਜਾਬੀ ਸਕੂਲਾਂ ਦੇ ਪੰਜਾਬੀ ਮਾਧਿਅਮ ਦੇ ਵਿੱਚ ਉਹ ਪੜ੍ਹਦੇ ਨੇ ਅਤੇ ਅੱਗੇ ਜਾ ਕੇ ਜਦੋਂ ਅੰਗਰੇਜ਼ੀ ਦੇ ਵਿੱਚ ਉਹ ਨਿਪੁੰਨ ਹੋਣਾ ਚਾਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਵੱਡੀਆਂ ਦਿੱਕਤਾਂ ਆਉਂਦੀਆਂ ਨੇ। ਅੰਗਰੇਜ਼ੀ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਅੰਗਰੇਜ਼ੀ ਦੇ ਵਿੱਚ ਹੀ, ਅੰਗਰੇਜ਼ੀ ਮਾਧਿਅਮ ਦੇ ਵਿੱਚ ਹੀ ਸਿੱਖੀਆਂ ਜਾ ਸਕਦੀਆਂ ਨੇ। ਸੁਪਨਾ ਵੱਡਾ ਹੁੰਦਾ ਕਿ ਅਸੀਂ ਕੈਨੇਡਾ ਜਾ ਕੇ ਵਸਾਂਗੇ, ਸੁਪਨਾ ਵੱਡਾ ਹੁੰਦਾ ਅਸੀਂ ਬਰਤਾਨੀਆ ਜਾਵਾਂਗੇ, ਅਸੀਂ ਆਸਟ੍ਰੇਲੀਆ ਜਾਵਾਂਗੇ, ਲੇਕਿਨ ਰਾਹ ਦੇ ਵਿੱਚ ਰੋੜਾ ਬਣ ਜਾਂਦੀ ਹੈ ਅੰਗਰੇਜ਼ੀ। ਉਹ ਅੰਗਰੇਜ਼ੀ ਜਿਹੜੀ ਕੌਡਾ ਰਾਖਸ਼ਸ ਬਣੀ ਹੋਈ ਹੈ ਜਵਾਕਾਂ ਲਈ। ਕੀ ਅੰਗਰੇਜ਼ੀ ਇੰਨੀ ਜ਼ਿਆਦਾ ਖਤਰਨਾਕ ਹੈ ਕਿ ਸਿੱਖੀ ਨਹੀਂ ਜਾ ਸਕਦੀ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਕਿ ਅੰਗਰੇਜ਼ੀ ਨੂੰ ਸਿੱਖਿਆ ਨਹੀਂ ਜਾ ਸਕਦਾ। ਭਾਸ਼ਾ ਕੋਈ ਵੀ ਹੋਵੇ ਉਹ ਬਹੁਤ ਆਰਾਮ ਨਾਲ ਸਿੱਖੀ ਜਾ ਸਕਦੀ ਹੈ। ਗੱਲ ਇਹ ਕਿ ਸਭ ਤੋਂ ਪਹਿਲਾਂ ਸਾਨੂੰ ਡਰਨ ਦੀ ਲੋੜ ਨਹੀਂ ਹੈ, ਰਾਈਟ। ਅਸੀਂ ਇੱਕ ਬਣਾ ਲਿਆ ਆਪਣਾ ਵਿਊ ਕਿ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਵੀ ਉਹ ਬਹੁਤ ਖਤਰਨਾਕ ਹੈ, ਜਿਵੇਂ ਤੁਸੀਂ ਕਿਹਾ, ਜਾਂ ਅੰਗਰੇਜ਼ੀ ਨੂੰ ਸਿੱਖਣਾ ਬਹੁਤ ਵੱਡੀ ਚੀਜ਼ ਹੁੰਦੀ ਹੈ, ਜਾਂ ਅੰਗਰੇਜ਼ੀ ਸਾਨੂੰ ਬੋਲਣੀ ਨਹੀਂ ਆਏਗੀ। ਸੋ ਇਹੋ ਜਿਹਾ ਕੁਛ ਨਹੀਂ ਹੁੰਦਾ ਕਿ ਅਸੀਂ ਕਿਸੇ ਭਾਸ਼ਾ ਨੂੰ ਸਿੱਖ ਨਹੀਂ ਸਕਦੇ। ਜ਼ਰੂਰਤ ਸਭ ਤੋਂ ਪਹਿਲਾਂ ਇਹ ਹੈ ਕਿ ਅਸੀਂ ਜਿਹੜੀ ਹੈਜ਼ੀਟੇਸ਼ਨ ਸਾਡੇ ਅੰਦਰ ਹੈ ਕਿ ਅਸੀਂ ਅੰਗਰੇਜ਼ੀ ਭਾਸ਼ਾ ਬੋਲਣੀ ਹੈ ਨਾ, ਉਹ ਭਾਸ਼ਾ ਜਿਹੜੀ ਸਾਡੇ 'ਤੇ ਰਾਜ ਕਰਨ 200 ਸਾਲ ਰਾਜ ਕਰਨ ਵਾਲਿਆਂ ਦੀ ਭਾਸ਼ਾ ਹੈ। ਸੋ ਅਸੀਂ ਆਪਣੇ ਇੱਕ ਦਿਮਾਗ 'ਚ ਬਣਾ ਲਿਆ ਕਿ ਇਹ ਭਾਸ਼ਾ ਬਹੁਤ ਵਧੀਆ ਹੈ, ਬਹੁਤ ਔਖੀ ਹੈ ਸਿੱਖਣੀ ਔਰ ਅਸੀਂ ਇਹਨੂੰ ਨਹੀਂ ਬੋਲ ਸਕਦੇ। ਸੋ ਸਭ ਤੋਂ ਪਹਿਲਾਂ ਜ਼ਰੂਰਤ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਅੰਦਰੋਂ ਕੱਢੀਏ ਕਿ ਅਸੀਂ ਅੰਗਰੇਜ਼ੀ ਨੂੰ ਬੋਲ ਨਹੀਂ ਸਕਦੇ, ਅੰਗਰੇਜ਼ੀ ਨੂੰ ਸਿੱਖ ਨਹੀਂ ਸਕਦੇ। ਜਿਹੇ ਜਿਹੀ ਪੰਜਾਬੀ ਭਾਸ਼ਾ ਹੈ ਉਹੀ ਜਿਹੀ ਅੰਗਰੇਜ਼ੀ ਭਾਸ਼ਾ ਹੈ, ਸਿਰਫ ਨਜ਼ਰੀਆ ਬਦਲਣ ਦੀ ਜ਼ਰੂਰਤ ਹੈ ਸਾਨੂੰ। ਨਜ਼ਰੀਆ ਬਦਲਣ ਦੀ ਜ਼ਰੂਰਤ ਤਾਂ ਤੁਸੀਂ ਕਹਿਤੀ, ਅੱਖਰ ਬਹੁਤ ਭਾਰੀ ਭਰਕਮ, ਨਜ਼ਰੀਆ ਬਦਲਣ ਦੀ ਜ਼ਰੂਰਤ ਹੈ। ਪਰ ਜਦੋਂ ਇੱਕ ਬੱਚਾ ਜਿਹੜਾ ਕਿ ਪੰਜਾਬੀ ਸਕੂਲ 'ਚ ਪੜ੍ਹ ਕੇ ਆਇਆ, ਉਹਨੂੰ CUP ਸੱਪ ਅਤੇ CUP ਕੱਪ ਦੇ ਵਿੱਚ ਹੀ ਫਰਕ ਨਹੀਂ ਪਤਾ ਲੱਗਦਾ, ਉਹਨੂੰ SUN ਸਨ ਅਤੇ SON ਸਨ ਦੇ ਵਿੱਚ ਵੀ ਫਰਕ ਨਹੀਂ ਪਤਾ ਲੱਗਦਾ, ਹੈ ਨਾ। 100 ਜਿਹੜਾ ਉਹ ਦੇਖਣ ਨੂੰ ਵੀ ਉਹ ਕਹਿੰਦੇ ਨੇ ਕਹਿ ਦਿੱਤਾ ਜਾਂਦਾ, 100 ਕੱਟਣ ਨੂੰ ਵੀ ਕਹਿ ਦਿੱਤਾ ਜਾਂਦਾ। ਇਹ ਕਿਉਂ ਅਜਿਹੀਆਂ ਜਿਹੜਾ ਅੱਖਰ ਜਿਹੜੇ ਨੇ ਕਿੱਥੇ ਖੜੋਤ ਹੈ ਜਿਹੜੀ ਬੱਚਿਆਂ ਲਈ ਇਹ ਵੱਡਾ ਹਊਆ ਬਣਦੀ ਜਾ ਰਹੀ ਹੈ ਅਤੇ ਇਸ ਦਾ ਵਪਾਰ ਜਿਹੜਾ ਉਹ ਕੀਤਾ ਜਾ ਰਿਹਾ? ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ CUP ਸੱਪ ਔਰ ਕੱਪ ਦੇ ਵਿੱਚ ਕਿਉਂ ਨਹੀਂ ਫਰਕ ਕਰਦੇ, ਮਤਲਬ ਕਿਉਂ ਨਹੀਂ ਇਸ ਤਰ੍ਹਾਂ ਬੋਲਿਆ ਜਾਂਦਾ। ਪ੍ਰੋਬਲਮ ਕੀ ਹੈ ਕਿ ਅਸੀਂ ਜਦੋਂ ਬੱਚੇ ਨੂੰ ਭਾਸ਼ਾ ਸਿਖਾਉਂਦੇ ਹਾਂ ਤਾਂ ਅਸੀਂ ABCD ਤੋਂ ਸਿਖਾਉਂਦੇ ਹਾਂ, ਹੈ ਨਾ। ਅਸੀਂ ਅਲਫਾਬੈਟ ਸਿਖਾਉਣੇ ਸ਼ੁਰੂ ਕਰ ਦਿੰਦੇ ਹਾਂ। ਉਹ ਅਲਫਾਬੈਟ ਬਣੇ ਕਿਵੇਂ ਨੇ, ਉਹਨਾਂ ਅਲਫਾਬੈਟ ਦੀਆਂ ਸਾਊਂਡਸ ਕਿਵੇਂ ਨੇ, ਅਸੀਂ ਉਹ ਬੱਚੇ ਨੂੰ ਨਹੀਂ ਸਿਖਾਉਂਦੇ, ਹੈ ਨਾ। ਅਸੀਂ ਸਭ ਤੋਂ ਪਹਿਲਾਂ ਇੱਕ ਸਾਊਂਡ ਨੂੰ ਹੀ ਪ੍ਰੋਡਿਊਸ ਕਰਦੇ ਹਾਂ। ਅਸੀਂ ਜਦੋਂ ਥੋੜ੍ਹਾ ਜਿਹਾ ਉਦਾਹਰਨ ਦਿਓ ਮੈਨੂੰ, ਥੋੜ੍ਹਾ ਜਿਹਾ, ਤਾਂ ਕਿ ਮਾਪਿਆਂ ਨੂੰ ਪਤਾ ਲੱਗੇ ਵੀ ਕਿੱਦਾਂ ਪੜ੍ਹਾਉਣਾ। ਹਾਂਜੀ, ਅਸੀਂ ਜਦੋਂ ਜਿਵੇਂ ABC ਪੜ੍ਹਾਉਂਦੇ ਹਾਂ ਤਾਂ ਅਸੀਂ ਕਹਿੰਦੇ A ਫॉर ਐਪਲ, ਹੈ ਨਾ। ਬੱਚੇ ਨੂੰ A ਫॉर ਐਪਲ ਤਾਂ ਸਮਝਾਤਾ, ਰਾਈਟ, ਲੇਕਿਨ A ਤੋਂ ਐਪਲ ਵੀ ਹੈ। ਉਸੇ ਬੁੱਕ 'ਚ ਉਸੇ ਪੇਜ 'ਤੇ ਥੱਲੇ ਲਿਖਿਆ ਹੁੰਦਾ A ਫॉर ਐਂਟ, ਰਾਈਟ, ਉਸੇ ਵਿੱਚ ਲਿਖਿਆ ਹੁੰਦਾ ਆਂਟ। ਤਾਂ ਉਹ ਆ ਕਿਵੇਂ ਬਣ ਗਿਆ? ਅਸੀਂ ਉਹ ਚੀਜ਼ ਨਹੀਂ ਪੜ੍ਹਾਈ ਕੀਤੇ ਬੱਚੇ ਨੂੰ, ਹੈ ਨਾ। ਸੋ ਅਸੀਂ ਇੱਕੋ ਹੀ ਬੁੱਕ ਦੇ ਉੱਪਰ, ਇੱਕੋ ਹੀ ਪੇਜ ਦੇ ਉੱਪਰ ਬੱਚੇ ਨੂੰ 3 ਸਾਊਂਡ ਕਰਾਤੇ ਅਤੇ ਅਸੀਂ ਦੱਸਤਾ ਵੀ ਇਹਨੂੰ A ਬੋਲਣਾ, ਹੈ ਨਾ। ਹੁਣ A ਬੋਲਣਾ ਲੇਕਿਨ ਜਦੋਂ ਉਹਨੂੰ ਵਰਡ 'ਚ ਯੂਜ਼ ਕੀਤਾ ਉਹ ਐ ਹੋ ਗਿਆ, ਹੈ ਨਾ। ਸੋ ਇਹ ਚੀਜ਼ ਅਸੀਂ ਕਿਤੇ ਕਲੀਅਰ ਨਹੀਂ ਕੀਤੀ।
ਕੋਈ ਵੀ ਭਾਸ਼ਾ ਹੋਵੇ ਉਹਨੂੰ ਸਭ ਤੋਂ ਪਹਿਲਾਂ ਸਿੱਖਣ ਦੇ ਲਈ ਜ਼ਰੂਰੀ ਹੈ ਕਿ ਅਸੀਂ ਉਹਦੇ ਸਾਊਂਡ ਸਮਝੀਏ, ਅਸੀਂ ਉਹ ਕਿੱਥੋਂ ਪ੍ਰੋਡਿਊਸ ਹੋਏ ਨੇ, ਕਿਵੇਂ ਪ੍ਰੋਡਿਊਸ ਹੁੰਦੇ ਨੇ, ਉਹਨਾਂ ਨੂੰ ਕਿੱਥੇ ਕਿੱਥੇ ਕਿਹਦੇ ਨਾਲ ਮਿਲਾ ਕੇ ਅਸੀਂ ਕਿਹੜਾ ਅਲਫਾਬੈਟ ਬਣਾਉਣਾ ਹੈ ਔਰ ਫਿਰ ਉਸ ਅਲਫਾਬੈਟ ਤੋਂ ਕਿਵੇਂ ਵਰਡ ਬਣਾਉਣਾ ਹੈ। ਇਹ ਚੀਜ਼ਾਂ ਸਾਡੇ ਕਿਤੇ ਵੀ ਸਿਖਾਈਆਂ ਨਹੀਂ ਜਾਂਦੀਆਂ, ਹੈ ਨਾ। ਇਹ ਚੀਜ਼ਾਂ ਤਾਂ ਸਾਡੇ ਅਧਿਆਪਕ ਵੀ ਨਹੀਂ ਸਿਖਾ ਰਹੇ, ਇਹ ਤਾਂ ਚੀਜ਼ਾਂ ਜਿਹੜੀਆਂ ਸਾਡੇ ਮਾਪੇ ਤਾਂ ਕੀ ਸਿਖਾਉਣਗੇ, ਅਧਿਆਪਕ ਵੀ ਨਹੀਂ ਸਿਖਾ ਰਹੇ, ਉਹ ਵੀ ਇੱਦਾਂ ਹੀ ਬੋਲ ਰਹੇ ਜਿੱਦਾਂ ਤੁਸੀਂ ਦੱਸਿਆ ਹੈਗਾ। ਬਿਲਕੁਲ, ਹੁਣ ਉਹ ਕਿਉਂ ਨਹੀਂ ਸਿਖਾ ਰਹੇ? ਕਿਉਂਕਿ ਸਾਡਾ ਐਜੂਕੇਸ਼ਨ ਸਿਸਟਮ ਇਹੋ ਜਿਹਾ ਬਣਿਆ ਹੋਇਆ ਹੈ ਨਾ। ਹੁਣ ICSE ਹੈ ਜਾਂ ਹੋਰ ਬੋਰਡਸ ਨੇ, ਉਹਨਾਂ ਵਿੱਚ ਹੁਣ ਸ਼ੁਰੂ ਹੋ ਚੁੱਕਿਆ ਫੋਨਿਕਸ ਸਿਖਾਉਂਦੇ ਆ, ਇਹਨੂੰ ਫੋਨਿਕਸ ਕਿਹਾ ਜਾਂਦਾ ਹੈ, ਜੋ ਸੀ ਬੋਲਣ ਦਾ ਲੈਸ ਬੋਲਣ ਦਾ ਤਰੀਕਾ, ਹਾਂਜੀ, ਸਾਊਂਡ ਨੂੰ ਕਿਵੇਂ ਪ੍ਰੋਡਿਊਸ ਕਰਨਾ ਹੈ, ਕਿਹੜੇ ਸਾਊਂਡ ਤੋਂ ਕਿਹੜਾ ਅਲਫਾਬੈਟ ਬਣਦਾ ਹੈ। ਸੋ ਇਹ ਫੋਨਿਕਸ ਹੁਣ ਸ਼ੁਰੂ ਹੋ ਚੁੱਕੀਆਂ ਬਹੁਤ ਸਾਰੇ ਬੋਰਡ 'ਚ, ਲੇਕਿਨ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬ ਸਕੂਲ ਐਜੂਕੇਸ਼ਨ ਦੀ ਬੋਰਡ ਕਰੀਏ ਜਾਂ ਬਾਕੀ ਵੀ ਜਿੰਨੇ ਸਟੇਟਸ ਦੇ ਐਜੂਕੇਸ਼ਨ ਬੋਰਡ ਨੇ, ਉਹਨਾਂ 'ਚ ਹਜੇ ਫੋਨਿਕਸ ਨਹੀਂ ਸ਼ੁਰੂ ਕੀਤੀ ਗਈ। ਔਰ ਫੋਨਿਕਸ ਸਿਰਫ ਇੰਗਲਿਸ਼ ਲੈਂਗੁਏਜ ਦੀ ਨਹੀਂ ਹੁੰਦੀ, ਪੰਜਾਬੀ 'ਚ ਵੀ ਲਿੰਗੁਇਸਟਿਕਸ ਹੁੰਦੀ ਹੈ, ਹਿੰਦੀ ਦੇ ਵੀ ਲਿੰਗੁਇਸਟਿਕਸ ਹੁੰਦੀ ਹੈ। ਸੋ ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਬੱਚੇ ਨੂੰ ਸਮਝਾਉਂਦੇ, ਹੈ ਨਾ। ਸੋ ਫੋਨਿਕਸ ਕਿੱਥੋਂ ਪੜ੍ਹੇ ਮਾਂ-ਬਾਪ, ਕਿੱਥੋਂ ਸਿੱਖਣ ਜਿਹੜੇ ਕਿ ਆਪਣੇ ਬੱਚਿਆਂ ਨੂੰ ਸਿਖਾਉਣ? ਦੇਖੋ, ਸਾਊਂਡ ਜਿਹੜਾ ਹੈ ਉਹ ਸਾਨੂੰ ਸਾਰਿਆਂ ਨੂੰ ਆਉਂਦੇ ਆ, ਹੈ ਨਾ। ਹੁਣ ਜੇ ਸ ਸਾਊਂਡ ਹੈ ਉਹ ਪੰਜਾਬੀ 'ਚ ਵੀ ਹੈਗਾ, ਉਹ ਸ ਸਾਊਂਡ ਇੰਗਲਿਸ਼ 'ਚ ਵੀ ਹੈਗਾ, ਹੈ ਨਾ। ਜੇ ਆਪਾਂ ਕਹੀਏ ਕਿ ਮਾਂ ਪਿਓ ਇਸ ਉਮਰ 'ਚ ਜਾ ਕੇ, ਹੈ ਨਾ, ਜਦੋਂ ਆਪਣੇ ਕੰਮੀ ਕਾਜੀ ਪਏ ਹੋਏ ਆ ਉਹ ਸਿੱਖ ਲੈਣ, ਤਾਂ ਉਹ ਚੀਜ਼ ਓਬਵੀਅਸਲੀ ਉਨੀ ਸੌਖੀ ਨਹੀਂ ਹੋਣੀ, ਨਾਮੁਮਕਿਨ ਨਹੀਂ ਹੈ, ਲੇਕਿਨ ਹਾਂ ਉਨੀ ਸੌਖੀ ਨਹੀਂ ਹੋਣੀ। ਅੱਜ ਕੱਲ੍ਹ ਦੀ ਤੇਜ਼ ਰਫ਼ਤਾਰ ਜ਼ਿੰਦਗੀ 'ਚ ਸਾਡੇ ਕੋਲ ਇੰਨਾ ਟਾਈਮ ਵੀ ਨਹੀਂ ਹੈਗਾ ਕਿ ਅਸੀਂ ਉਹ ਚੀਜ਼ਾਂ ਨੂੰ ਸਿੱਖੀਏ ਨਾ। ਤਾਂ ਜ਼ਰੂਰਤ ਕੀ ਹੈ ਕਿ ਸਾਡੇ ਐਜੂਕੇਸ਼ਨ ਲੈਵਲ 'ਚ ਚੇਂਜ ਕਰਨ ਦੀ। ਅੱਜ ਕੱਲ੍ਹ ਬੱਚੇ ਪਹਿਲਾਂ ਪਲੇਵੇ ਜਾਂਦੇ ਨੇ, ਪਲੇਵੇਜ਼ ਦੇ ਸਿਸਟਮ ਚੇਂਜ ਹੋਣੇ ਚਾਹੀਦੇ ਨੇ। ਨਰਸਰੀ ਲੈਵਲ 'ਤੇ ਜਿਹੜੇ ਬੱਚੇ ਨੂੰ ਅਸੀਂ ABCD ਸਿਖਾਉਂਦੇ ਹਾਂ, ਉਹਦੀ ਜਗ੍ਹਾ ਆ ਬ ਕਾ ਸਿਖਾਉਣਾ ਸ਼ੁਰੂ ਕਰਨਾ ਚਾਹੀਦਾ। ਸੋ ਬਹੁਤ ਸਾਰੇ ਬੱਚੇ ਇਹੋ ਜਿਹੇ ਨੇ ਜਿਹੜੇ ICSE 'ਚ ਪੜ੍ਹਦੇ ਆ ਜਾਂ CBSE ਵਿੱਚ ਵੀ ਬਹੁਤ ਸਾਰੇ ਨੇ ਅਡੋਪਟ ਕੀਤਾ ਹੋਇਆ। ਸੋ ਉਹ ਆਪਣੇ ਮਾਂ ਪਿਓ ਨੂੰ ਵੀ ਕਰੈਕਟ ਕਰਦੇ ਆ, ਹੈ ਨਾ। ਸੋ ਮੈਂ ਖੁਦ ਇੰਗਲਿਸ਼ ਡਿਪਾਰਟਮੈਂਟ ਦੀ ਹੈਡ ਹਾਂ, ਲੇਕਿਨ ਮੇਰੀ ਬੇਟੀ ਮੈਨੂੰ ਕਈ ਵਾਰੀ ਕਰੈਕਟ ਕਰ ਦਿੰਦੀ ਹੈ ਕਿ ਮੰਮਾ ਇੱਦਾਂ ਨਹੀਂ, ਇੱਦਾਂ ਹੈ ਨਾ। ਸੋ ਜੇ ਅਸੀਂ ਬੱਚੇ ਨੂੰ, ਇੱਕ ਜਿਹੜੀ ਉਮਰ ਹੁੰਦੀ ਹੈ ਨਾ ਬੱਚੇ ਦੀ, ਉਹ ਬਹੁਤ ਨਰਮ ਜੀ ਹੁੰਦੀ ਹੈ, ਉਹਨੂੰ ਅਸੀਂ ਜਿੱਦਾਂ ਢਾਲਾਂਗੇ ਉਵੇਂ ਢਲ ਜਾਣਗੇ। ਸੋ ਐਟਲੀਸਟ ਸਾਡੇ ਜਿਹੜੇ ਨਵੀਂ ਪੀੜ੍ਹੀ ਹੈ, ਅਸੀਂ ਉਹਨਾਂ ਨੂੰ ਇਹ ਜਿਹੜਾ ਲੈਂਗੁਏਜ ਦਾ ਇੱਕ ਹਵਾ ਬਣਾਇਆ ਹੋਇਆ ਜਾਂ ਜਿਹੜਾ ਬੈਰੀਅਰ ਹੈ, ਇੱਕ ਡਰ ਹੈ, ਇਹਨੂੰ ਅਸੀਂ ਖ਼ਤਮ ਕਰ ਸਕਦੇ ਹਾਂ ਜੇ ਅਸੀਂ ਪਹਿਲਾਂ ਸਾਊਂਡ ਬਣਾਉਂਦੇ ਹਾਂ, ਠੀਕ ਹੈ। ਫਿਰ ਜਦੋਂ ਅਸੀਂ ਸਾਊਂਡ ਪੜ੍ਹਾਤੇ ਹੋ, ਫਿਰ ਤੁਸੀਂ ਚਾਹੇ ਪੰਜਾਬੀ ਪੜ੍ਹਾ ਲਓ, ਚਾਹੇ ਤੁਸੀਂ ਹਿੰਦੀ ਪੜ੍ਹਾ ਲਓ, ਚਾਹੇ ਇੰਗਲਿਸ਼ ਪੜ੍ਹਾ ਲਓ, ਚਾਹੇ ਫਰੈਂਚ ਪੜ੍ਹਾ ਲਓ, ਚਾਹੇ ਸਪੈਨਿਸ਼ ਵੀ ਪੜ੍ਹਾ ਲਓ। ਕਈ ਸਕੂਲਸ ਨੇ ਜਿਹੜੇ ਹੁਣ ਫਰੈਂਚ ਐਂਡ ਸਪੈਨਿਸ਼ ਵੀ ਪੜ੍ਹਾ ਰਹੇ ਹੈ ਨਾ। ਸੋ ਬੱਚੇ ਲਈ ਸਿੱਖਣੀ ਬਹੁਤ ਸੌਖੀ ਹੋ ਜਾਂਦੀ ਹੈ। ਸੋ ਜ਼ਰੂਰਤ ਸਭ ਤੋਂ ਪਹਿਲੀ ਇਹ ਹੈਗੀ ਹੈ ਕਿ ਜੇ ਅਸੀਂ ਇੰਗਲਿਸ਼ ਲੈਂਗੁਏਜ ਜਾਂ ਕੋਈ ਵੀ ਲੈਂਗੁਏਜ ਸਿੱਖਣੀ ਹੈ, ਅਸੀਂ ਸਭ ਤੋਂ ਪਹਿਲਾਂ ਫੋਨਿਕਸ 'ਤੇ ਜ਼ੋਰ ਦਈਏ, ਇੰਸਟੈਡ ਕਿ ਅਸੀਂ ABCD ਬਣਾ ਦੀ, ਇਸ ਤਰ੍ਹਾਂ ਬੋਲਣਾ ਹੈ, ਹਾਂਜੀ, ਇਹ ਸਾਊਂਡ ਐਵੇਂ ਪ੍ਰੋਡਿਊਸ ਹੋਣਾ ਹੈ ਨਾ, ਔਰ ਇਹਦੀ ਕੰਬੀਨੇਸ਼ਨਸ ਐਵੇਂ ਬਣ ਜਾਣੇ। ਤੁਸੀਂ ਕੱਪ ਸਪ ਵਾਲੀ ਗੱਲ ਕੀਤੀ ਸੀ, ਆਪਾਂ TO2 ਜਾਂ GO GO ਵਾਲੇ ਬਹੁਤ ਫੇਮਸ ਇੱਕ ਡਾਇਲੌਗ ਹੈਗਾ, ਇਹ TO2 ਕਿਉਂ ਹੈ, GO GO ਕਿਉਂ ਨਹੀਂ ਹੈ। ਸੋ ਉਹ ਕੀ ਹੈ, ਉਹ ਐਲੀਫੋਨਿਕ ਵੇਰੀਏਸ਼ਨਸ ਹੁੰਦੇ ਆ। ਜਦੋਂ ਦੋ ਸਾਊਂਡ ਇਕੱਠੇ ਹੋ ਗਏ ਤਾਂ ਉਹਨਾਂ ਦੇ ਵਿੱਚ ਵੇਰੀਏਸ਼ਨ ਆ ਜਾਂਦੀ ਹੈ ਨਾ। ਉਹ ਬੱਚੇ ਨੂੰ ਜੇ ਪਤਾ ਹੋਊਗਾ ਵੀ ਇਹ T ਦੇ ਨਾਲ ਜਦੋਂ ਉਹ ਲੱਗਣਾ ਤਾਂ ਇਹਨੇ 2 ਬਣਨਾ, G ਨਾਲ ਜਦੋਂ ਉਹ ਲੱਗਣਾ ਇਹਨੇ GO ਬਣ ਜਾਣਾ, ਹੈ ਨਾ। ਵੱਖਰਾ ਕਿਵੇਂ ਕਰੇ ਬੱਚਾ? ਉਹ ਤਾਂ ਹੀ ਆਣਗੇ ਜੇ ਅਸੀਂ ਉਹਨਾਂ ਨੂੰ ਫੋਨਿਕਸ ਸਿਖਾਵਾਂਗੇ। ਉਹਦੇ ਐਲੋਫੋਨਿਕ ਵੇਰੀਏਸ਼ਨਸ ਜਿਹੜੀਆਂ ਨੇ, ਜਦੋਂ ਬੱਚੇ ਨੂੰ ਸਮਝ ਆ ਜਾਣਗੀਆਂ, ਫਨੀਮਿਕ ਵੇਰੀਏਸ਼ਨ ਸਮਝ ਆ ਜਾਣਗੀਆਂ, ਹੈ ਨਾ। ਦੋ ਸਾਊਂਡ ਆਪਸ 'ਚ ਜਦੋਂ ਮਿਲਦੇ ਨੇ ਤਾਂ ਉਹ ਕਿਵੇਂ ਪ੍ਰੋਨਾਊਂਸ ਹੁੰਦੇ ਨੇ, ਹੈ ਨਾ। ਅੱਛਾ, ਅਸੀਂ ਮੰਨ ਲਓ 2 ਵਰਡਸ ਵੀ ਇਕੱਠੇ ਬੋਲਦੇ ਹਾਂ ਤਾਂ ਵੀ ਉਹਨਾਂ ਵਿੱਚ ਵੇਰੀਏਸ਼ਨ ਆ ਜਾਂਦੀ ਹੈ। ਅਸੀਂ ਬਹੁਤ ਨੋਰਮਲ ਆਪਾਂ ਵਰਡ ਯੂਜ਼ ਕਰਦੇ ਹਾਂ, ਕਾਰ, ਹੈ ਨਾ। ਅਸੀਂ ਰਾਰੇ ਨੂੰ ਇੰਨਾ ਘੋਟ ਕੇ ਬੋਲਦੇ ਹਾਂ, ਜਦਕਿ ਇੰਗਲਿਸ਼ ਵਿੱਚ ਰਾਰਾ ਬੋਲਿਆ ਹੀ ਨਹੀਂ ਜਾਂਦਾ। ਬਹੁਤ ਘੱਟ ਜਗ੍ਹਾ ਹੈ ਜਿੱਥੇ ਰਾਰਾ ਬੋਲਿਆ ਜਾਂਦਾ, ਹੈ ਨਾ। ਬਟ ਅਸੀਂ ਰ ਸਾਊਂਡ ਇੰਨਾ ਪ੍ਰੋਡਿਊਸ ਕਰਦੇ ਹਾਂ ਨਾ ਕਿ ਉਹਦੀ ਜਿਹੜੀ ਬੇਸਿਕ ਪ੍ਰੋਨੰਸੀਏਸ਼ਨ ਆ ਉਹ ਖਰਾਬ ਹੋ ਜਾਂਦੀ ਹੈ। ਸੋ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਹਰ ਅੱਖਰ ਨੂੰ ਕਿੰਨੀ ਤਰ੍ਹਾਂ ਨਾਲ ਬੋਲਿਆ ਜਾ ਸਕਦਾ, ਉਹ ਅੰਗਰੇਜ਼ੀ ਦੇ ਵਿੱਚ ਕਿੰਨੀ ਤਰ੍ਹਾਂ ਨਾਲ ਬੋਲਿਆ ਜਾ ਸਕਦਾ। ਸਭ ਤੋਂ ਪਹਿਲਾਂ ਬੇਸਿਕ ਸਾਨੂੰ ਇਹ ਸਿੱਖਣੀ ਪਏਗੀ, ਯਾਨੀ ਜਿਵੇਂ ਆ ਈ ਊ ਜਿਸ ਤਰ੍ਹਾਂ ਆਪਾਂ ਹਿੰਦੀ ਸਿਖਾਉਂਦੇ ਹਾਂ, ਇੱਦਾਂ ਸਿਖਾਇਆ ਜਾਵੇ ਤਾਂ ਕਿ ਉਸ ਹੁੰਦਾ ਉਹੀ ਅੱਖਰ ਹੈ, ਲੇਕਿਨ ਉਸ ਨੂੰ ਅਲੱਗ-ਅਲੱਗ, ਹਰ ਅੱਖਰ ਨੂੰ ਅਲੱਗ-ਅਲੱਗ ਕਿਸ ਤਰ੍ਹਾਂ ਬੋਲਿਆ ਜਾਣਾ ਤੇ ਕਿਹੜੇ ਉਹ ਅੱਖਰ ਉਹਦੇ ਨਾਲ ਜੁੜਨ ਤੇ ਉਹਨੂੰ ਕਿਸ ਤਰ੍ਹਾਂ ਬੋਲਣਾ ਹੈਗਾ, ਇਹ ਆਪਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਆਉਣਾ ਚਾਹੀਦਾ। ਤਾਂ ਅੱਗੇ ਚੱਲ ਕੇ ਆਪਾਂ ਉਸ ਨੂੰ ਚੱਲਾਂਗੇ। ਜੇਕਰ ਬੇਸਿਕ ਆਪਾਂ ਖਰਾਬ ਕਰ ਲਈ ਤਾਂ ਅੱਗੇ ਚੱਲ ਕੇ ਉਹ ਜਿਹੜਾ ਉਹ ਨਹੀਂ, ਉਹ ਖਰਾਬ ਹੋਣਾ। ਹੁਣ ਆਪਾਂ ਆਈਏ ਵੀ ਜੇਕਰ ਉਸ ਨੇ ਬੋਲਣਾ ਵੀ ਸਿੱਖ ਲਿਆ, ਬੱਚੇ ਨੇ ਅੱਖਰ, ਕਿਹੜਾ ਅੱਖਰ ਨੂੰ ਕਿੱਦਾਂ ਬੋਲਣਾ ਹੈਗਾ ਉਹਨੇ ਸਿੱਖ ਲਿਆ, ਪਰ ਹਊਆ ਤਾਂ ਫਿਰ ਵੀ ਬਰਕਰਾਰ ਹੈ, ਉਹ ਅੱਗੇ ਫਿਰ ਕਿਵੇਂ ਸੌਖਾ?
ਹਵਾ ਇਸ ਲਈ ਬਰਕਰਾਰ ਹੈ ਕਿਉਂਕਿ ਅਸੀਂ ਨਾ ਜਦੋਂ ਬੱਚੇ ਗਲਤ ਬੋਲਦੇ ਆ, ਅਸੀਂ ਨਾਰਮਲੀ ਕੀ ਕਰਦੇ ਹਾਂ ਵੀ ਕਲਾਸ 'ਚ ਕਿਸੇ ਬੱਚੇ ਨੇ ਪ੍ਰੈਜੈਂਟੇਸ਼ਨ ਦਿੱਤੀ, ਕਿਉਂਕਿ ਇੰਗਲਿਸ਼ ਲੈਂਗੁਏਜ ਇਹੋ ਜਿਹੀ ਹੈ ਜਿਹੜੀ ਤੁਸੀਂ ਕਲਾਸ 'ਚ ਹੀ ਸਿੱਖੋਗੇ, ਹੈ ਨਾ, ਆਪਾਂ ਘਰ 'ਚ ਨਹੀਂ ਬੱਚਿਆਂ ਨੂੰ ਸਿਖਾਉਂਦੇ। ਮੈਂ ਇੰਗਲਿਸ਼ ਦੀ ਟੀਚਰ ਹਾਂ, ਮੇਰੇ ਫੈਮਿਲੀ ਸਾਰੀ ਐਜੂਕੇਟਿਡ ਹੈ, ਮੇਰੇ ਹਸਬੈਂਡ ਵੀ CSE ਦੇ ਪ੍ਰੋਫੈਸਰ ਨੇ, ਲੇਕਿਨ ਅਸੀਂ ਘਰ 'ਚ ਪੰਜਾਬੀ ਬੋਲੀ ਦੀ ਹੈ ਨਾ, ਵੀ ਅਸੀਂ ਸਾਨੂੰ ਲੱਗਦਾ ਹੈ ਕਿ ਨਹੀਂ ਆਪਣੇ ਘਰ ਦੇ ਵਿੱਚ ਸਾਨੂੰ ਆਪਣੀ ਮਾਂ ਬੋਲੀ ਬੋਲਣੀ ਚਾਹੀਦੀ ਹੈ। ਸੋ ਨਾਰਮਲੀ ਆਪਾਂ ਘਰ 'ਚ ਪੰਜਾਬੀ ਹੀ ਬੋਲਦੇ ਹਾਂ, ਆਪਣੀ ਨੇਟਿਵ ਲੈਂਗੁਏਜ, ਲੇਕਿਨ ਜਦੋਂ ਆਪਾਂ ਸਕੂਲ 'ਚ ਸਿਖਾ ਰਹੇ ਹਾਂ ਉਸ ਵੇਲੇ ਬੱਚੇ ਨੂੰ ਇਹ ਚੀਜ਼ਾਂ ਸਿਖਾਈਆਂ ਜਾ ਸਕਦੀਆਂ, ਹੈ ਨਾ। ਔਰ ਉਸ ਵੇਲੇ ਪ੍ਰੋਬਲਮ ਕੀ ਆਉਂਦੀ ਹੈ, ਜਦੋਂ ਬੱਚੇ ਨੇ ਗਲਤ ਬੋਲਿਆ, ਅਸੀਂ ਬੱਚੇ ਨੂੰ ਝਿੜਕਤਾ, ਬਾਕੀ ਦੇ ਬੱਚੇ ਹੱਸ ਪਏ, ਤਾਂ ਬੱਚੇ ਨੂੰ ਲੱਗਦਾ ਕਿ ਬਾਕੀਆਂ ਨੂੰ ਤਾਂ ਆਉਂਦਾ, ਮੈਨੂੰ ਨਹੀਂ ਆਉਂਦਾ ਸੀ, ਹੈ ਨਾ, ਬੇਇੱਜ਼ਤੀ ਫੀਲ ਕਰਦਾ ਹੈ। ਔਰ ਜਦਕਿ ਬਾਕੀ ਬੱਚੇ ਤਾਂ ਬੋਲੇ ਹੀ ਨਹੀਂ, ਅਸੀਂ ਉਸ ਬੱਚੇ ਨੂੰ ਇੰਗਲਿਸ਼ ਬੋਲਣ 'ਤੇ ਐਪਰੀਸ਼ੀਏਟ ਨਹੀਂ ਕੀਤਾ, ਅਸੀਂ ਉਹਦੀ ਪ੍ਰੇਜ਼ ਨਹੀਂ ਕੀਤੀ, ਅਸੀਂ ਉਹਨੂੰ ਕੀ ਕੀਤਾ, ਅਸੀਂ ਝਿੜਕਤਾ। ਔਰ ਜਦੋਂ ਚਾਹੇ ਉਹ ਬੱਚਾ ਹੋਵੇ ਚਾਹੇ ਕੋਈ ਵੱਡਾ ਹੋਵੇ, ਹੈ ਨਾ, ਜਦੋਂ ਅਸੀਂ ਕਿਸੇ ਬੰਦੇ ਨੂੰ ਕ੍ਰਿਟੀਸਾਈਜ਼ ਕਰ ਦਿੰਦੇ ਹਾਂ ਜਾਂ ਉਹਦਾ ਮਜ਼ਾਕ ਉਡਾ ਦਿੰਦੇ ਹਾਂ, ਹਾਂਜੀ, ਤਾਂ ਬੱਚਾ ਡਿਮੋਰਲਾਈਜ਼ ਹੋ ਜਾਂਦਾ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੀ ਹਾਂ। ਮੈਂ ਵਾਈਵਾ ਲੈਣ ਗਈ ਇੱਕ ਕਾਲਜ ਦੇ ਵਿੱਚ, ਉੱਥੇ ਹੁਣ ਵਾਈਵਾ ਇੰਗਲਿਸ਼ ਲੈਂਗੁਏਜ ਦਾ ਸੀ। ਬੱਚੇ ਨੂੰ ਮੈਂ ਕੁਐਸਚਨ ਪੁੱਛਿਆ, ਉਹ ਬੱਚਾ ਮੈਨੂੰ ਜੀ ਆਂਦਾ ਨਹੀਂ, ਹੈ ਨਾ, ਚੁੱਪ, ਬਿਲਕੁਲ ਚੁੱਪ ਨਹੀਂ ਵੀ ਪਾਈ ਹੋਈ, ਬੋਲਦਾ ਹੀ ਨਹੀਂ, ਹੈ ਨਾ, ਵੀ ਬੋਲਣਾ ਹੀ ਨਹੀਂ। ਮੈਂ ਬਹੁਤ ਸਾਰੇ ਕੁਐਸਚਨ ਪੁੱਛੇ, ਇੱਕ ਪੁੱਛਿਆ, ਦੂਜਾ ਪੁੱਛਿਆ, ਤੀਜਾ ਪੁੱਛਿਆ, ਉਹ ਬੋਲ ਹੀ ਨਹੀਂ ਰਿਹਾ, ਠੀਕ ਹੈ। ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟੇ ਤੈਨੂੰ ਜੋ ਆਉਂਦਾ ਤੂੰ ਉਹ ਸੁਣਾ ਦੇ। ਉਹ ਫੇਰ ਨਹੀਂ ਬੋਲਿਆ। ਮੈਂ ਕਿਹਾ ਪੰਜਾਬੀ 'ਚ ਸੁਣਾ ਦੇ, ਹੈ ਨਾ, ਉਹ ਬੜਾ ਸੋਹਣਾ ਸੁਣਾਉਣ ਲੱਗ ਗਿਆ। ਜਦੋਂ ਮੈਂ ਉਹਨੂੰ ਕਿਹਾ ਪੰਜਾਬੀ 'ਚ ਸੁਣਾ ਦੇ, ਉਹ ਪੰਜਾਬੀ 'ਚ ਸੁਣਾਉਂਦਾ ਇੰਗਲਿਸ਼ 'ਚ ਆ ਗਿਆ, ਇੰਗਲਿਸ਼ 'ਚ ਉਹਨੇ ਪੂਰਾ ਕੁਐਸਚਨ ਦਾ ਆਨਸਰ ਦੇ ਦਿੱਤਾ। ਸੋ ਬੇਸਿਕਲੀ ਇੱਕ ਹੈਜ਼ੀਟੇਸ਼ਨ ਸੀ, ਉਹਨੂੰ ਲੱਗਦਾ ਸੀ ਮੈਂ ਇੰਗਲਿਸ਼ ਬੋਲੂੰਗਾ, ਮੈਂ ਗਲਤ ਬੋਲੂੰਗਾ, ਮੇਰੇ ਨਾਲ ਦੇ ਬੇਇੱਜ਼ਤੀ ਕਰਨਗੇ, ਹੈ ਨਾ। ਸੋ ਬੇਸਿਕਲੀ ਤਾਂ ਡਰ ਹੀ ਹੈ ਨਾ ਉਸ ਬੱਚੇ ਦਾ, ਇੱਕ ਹੈਜ਼ੀਟੇਸ਼ਨ ਹੈ ਵੀ ਹਾਂ ਵੀ ਮੈਂ ਗਲਤ ਨਾ ਬੋਲਦਾ, ਰਾਈਟ। ਔਰ ਉਹ ਗਲਤ ਕਿਉਂ, ਸਾਨੂੰ ਕਿਉਂ ਲੱਗਦਾ ਅਸੀਂ ਗਲਤ ਬੋਲਦੇ ਹਾਂ, ਕਿਉਂਕਿ ਅਸੀਂ ਗ੍ਰਾਮਰ, ਸਾਨੂੰ ਸ਼ੁਰੂ ਤੋਂ ਨਾ ਗ੍ਰਾਮਰ ਪੜ੍ਹਾ ਦਿੱਤੀ ਜਾਂਦੀ ਹੈ, ਗ੍ਰਾਮਰ ਦਾ ਬੋਝ ਪਤਾ ਵੀ ਆਹ ਟੈਂਸ ਹੈ, ਇਹ ਐਕਟਿਵ ਵੌਇਸ ਹੈ, ਪੈਸਿਵ ਵੌਇਸ ਹੈ, ਨਰੇਸ਼ਨ ਹੈ ਨਾ। ਅਸੀਂ ਉਹੀ ਚੀਜ਼ਾਂ ਪੜ੍ਹਾਉਣੀਆਂ ਸ਼ੁਰੂ ਕਰਤੀਆਂ। ਅਸੀਂ ਐਰਰਸ ਤਾਂ ਬਹੁਤ ਲੇਟ ਜਾ ਕੇ ਪੜ੍ਹਾਉਂਦੇ ਹਾਂ। ਅਸੀਂ ਪਹਿਲਾਂ ਟੈਂਸ ਪੜ੍ਹਾ ਦਿੰਦੇ ਹਾਂ, ਇਜ਼, ਐਮ, ਆਰ, ਵਾਜ਼, ਵਰ, ਹੈਜ਼, ਹੈਡ, ਹੈ ਨਾ, ਫਸਟ ਫਾਰਮ, ਥਰਡ ਫਾਰਮ, ਸੈਕਿੰਡ ਫਾਰਮ। ਲੇਕਿਨ ਆਪਾਂ ਬੱਚੇ ਨੂੰ ਕਿਤੇ ਵੀ ਇਹ ਤਾਂ ਦੱਸਿਆ ਹੀ ਨਹੀਂ ਕਿ ਵੀ ਗ੍ਰਾਮਰ ਤਾਂ ਬਾਅਦ 'ਚੋਂ ਆਊਗੀ ਨਾ, ਤੂੰ ਪਹਿਲਾਂ ਬੋਲ ਤਾਂ ਸਹੀ, ਠੀਕ ਹੈ। ਪਹਿਲਾਂ ਤਾਂ ਖੁਦ ਨੂੰ ਐਕਸਪ੍ਰੈਸ ਕਰ। ਬੇਸਿਕਲੀ ਲੈਂਗੁਏਜ ਕੀ ਹੈ, ਵੇ ਆਫ ਐਕਸਪ੍ਰੈਸ਼ਨ ਹੈ। ਅਸੀਂ ਕਮਿਊਨੀਕੇਟ ਕਰਨੇ ਆਪਣੇ ਆਈਡੀਆਜ਼, ਹੈ ਨਾ, ਸਮਝ ਆਉਣੀ ਚਾਹੀਦੀ ਹੈ। ਅੱਛਾ, ਇੱਕ ਅਨਪੜ੍ਹ ਬੰਦਾ ਪਲੇਨ 'ਚ ਬਹਿੰਦੇ ਸਾਰ ਉਹ ਇੰਗਲਿਸ਼ ਬੋਲਣ ਲੱਗ ਜਾਂਦਾ ਹੈ, ਕਿਉਂਕਿ ਉਹਦੀ ਜ਼ਰੂਰਤ ਹੈ, ਉਹਨੇ ਸਮਝਾਉਣੀ ਹੈ ਆਪਣੀ ਗੱਲ, ਉਹ ਸਮਝਾ ਲੈਂਦਾ। ਲੇਕਿਨ ਉਹੀ ਬੰਦਾ ਕਲਾਸ 'ਚ ਬੈਠ ਕੇ, ਉਹੀ ਬੱਚਾ, ਉਹ ਇੰਗਲਿਸ਼ ਨਹੀਂ ਬੋਲਦਾ। ਕਿਉਂ? ਕਿਉਂਕਿ ਉਹਨੂੰ ਲੱਗਦਾ ਵੀ ਮੈਂ ਗੱਲ ਚੰਗੀ ਤਰ੍ਹਾਂ, ਗ੍ਰਾਮਰ ਮੇਰੀ ਗਲਤ ਹੋ ਜਾਣੀ ਹੈ, ਮੇਰਾ ਟੈਂਸ ਗਲਤ ਹੋ ਜਾਣਾ ਹੈ, ਅਤੇ ਮੇਰੇ ਟੀਚਰ ਮੈਨੂੰ ਡਾਂਟ ਦੇਣਗੇ। ਉਹ ਪਲੇਨ 'ਚ ਬੈਠ ਕੇ ਉਹਦੀ ਜ਼ਰੂਰਤ ਬਣ ਜਾਂਦੀ ਹੈ, ਉਹਦਾ ਕੋਈ ਹੱਲ ਹੀ ਕੋਈ ਨਹੀਂ ਹੈਗਾ। ਉਹ ਗਲਤ ਵੀ ਬੋਲੇਗਾ, ਉਹ ਕਹੇਗਾ ਮੇਰੀ ਗੱਲ ਤਾਂ ਸਮਝ ਆ ਗਈ ਉਹਨੂੰ, ਲੇਕਿਨ ਜੇ ਕਲਾਸ 'ਚ ਆ ਤਾਂ ਉਹਨੂੰ ਬੇਇੱਜ਼ਤੀ ਮਹਿਸੂਸ ਹੋਈ। ਬਿਲਕੁਲ, ਪਲੇਨ 'ਚ ਉਹਨੂੰ ਕੋਈ ਜੱਜ ਨਹੀਂ ਨਾ ਕਰ ਰਿਹਾ, ਆਪਾਂ ਕਲਾਸ 'ਚ ਜੱਜ ਕਰਨਾ ਸ਼ੁਰੂ ਕਰ ਦਿੰਦੇ ਹਾਂ ਬੱਚੇ ਨੂੰ। ਉਸ ਲੈਵਲ 'ਤੇ ਅਸੀਂ ਲਿਆਉਂਦੇ ਹਾਂ ਕਿ ਆਹ ਤਾਂ ਬੱਚਾ ਇੰਟੈਲੀਜੈਂਟ ਹੈ, ਇਹ ਬੱਚਾ ਇੰਟੈਲੀਜੈਂਟ ਨਹੀਂ ਹੈ। ਅੱਛਾ, ਦੂਜੀ ਇੱਕ ਚੀਜ਼ ਜਿਹੜੀ ਮੈਂ ਬਹੁਤ ਨੋਰਮਲੀ ਦੇਖੀ ਹੈ ਕਲਾਸ ਦੇ ਵਿੱਚ, ਬੱਚੇ ਨੂੰ ਕੁਛ ਨਾ ਆਉਂਦਾ ਹੋਵੇ, ਹੈ ਨਾ, ਉਹ ਇੰਗਲਿਸ਼ ਬੋਲ ਰਿਹਾ, ਟੀਚਰਸ ਦੇ ਦਿਮਾਗ 'ਚ ਵੀ ਆ ਜਾਂਦਾ ਵੀ ਜੀ ਬੱਚਾ ਬਹੁਤ ਇੰਟੈਲੀਜੈਂਟ ਹੈ, ਅਤੇ ਬਾਕੀ ਕਲਾਸ ਦੇ ਦਿਮਾਗ 'ਚ ਵੀ ਆ ਜਾਂਦਾ ਵੀ ਬੱਚਾ ਬਹੁਤ ਇੰਟੈਲੀਜੈਂਟ ਹੈ। ਇੰਗਲਿਸ਼ ਲੈਂਗੁਏਜ ਮੇਰੇ ਅਕੋਰਡਿੰਗ ਕਿਤੇ ਵੀ ਤੁਹਾਡੀ ਐਲੀਜੀਬਿਲਿਟੀ, ਤੁਹਾਡੀ ਇੰਟੈਲੀਜੈਂਸ ਜਾਂ ਤੁਹਾਡੀ ਵਿਜ਼ਡਮ ਦਾ ਮਾਪ ਨਹੀਂ ਹੈਗਾ। ਮੈਂ ਕਹਿਣਾ ਚਾਹ ਰਿਹਾ ਸੀ ਵੀ ਅੱਜ ਕੱਲ੍ਹ ਇਹ ਕਿਹਾ ਜਾ ਰਿਹਾ ਕਿ ਜਿਹੜਾ ਬਹੁਤੇ ਅੰਗਰੇਜ਼ੀ ਬੋਲ ਰਿਹਾ ਉਹ ਬਹੁਤ ਤਾਲੀਮ ਯਾਫਤਾ, ਬਹੁਤਾ ਪੜ੍ਹਿਆ ਲਿਖਿਆ, ਪਰ ਮੈਂ ਬਹੁਤ ਸਾਰੇ ਅੰਗਰੇਜ਼ ਵੀ ਜਿਹੜੇ ਬੇਵਕੂਫ ਦੇਖੇ। ਬਿਲਕੁਲ, ਹਾਂਜੀ, ਮਤਲਬ ਤੁਹਾਡੀ ਵਿਜ਼ਡਮ ਜਾਂ ਤੁਹਾਡੀ ਇੰਟੈਲੀਜੈਂਸ ਕਿਸੇ ਲੈਂਗੁਏਜ ਨਾਲ ਨਹੀਂ ਨਾਪੀ ਜਾ ਸਕਦੀ। ਉਹ ਕਿੱਥੋਂ ਪਤਾ ਚੱਲਣੀ ਤੁਸੀਂ ਕੰਮ ਕਿਵੇਂ ਕਰਦੇ ਹੋ, ਤੁਹਾਡਾ ਸਲੀਕਾ ਕੀ ਹੈ, ਤੁਹਾਨੂੰ ਨੌਲੇਜ ਕਿੰਨੀ ਹੈ। ਲੇਕਿਨ ਅਸੀਂ ਪਤਾ ਨਹੀਂ ਕਿਉਂ ਇਹ ਚੀਜ਼ ਬਣਾ ਕੇ ਬੈਠੇ ਹਾਂ ਕਿ ਵੀ ਹਾਂ ਜਿਹੜਾ ਇੰਗਲਿਸ਼ ਬੋਲੂਗਾ ਉਹ ਤਾਂ ਬਹੁਤ ਵਧੀਆ ਹੈ ਨਾ, ਜਿਹੜਾ ਨਹੀਂ ਇੰਗਲਿਸ਼ ਬੋਲਦਾ ਉਹਨੂੰ ਕੁਛ ਨਹੀਂ ਆਉਂਦਾ, ਹੈ ਨਾ। ਬੇਸਿਕਲੀ ਹੁੰਦਾ ਵੀ ਇੰਗਲਿਸ਼ ਦਾ ਜਿਹੜਾ ਟੀਚਰ ਉਹ ਪਤਾ ਨਹੀਂ ਕੀ ਹੋਊਗਾ, ਹੈ ਨਾ। ਸਾਰੇ ਟੀਚਰਸ ਇੱਕੋ ਜਿਹੇ ਹੁੰਦੇ ਆ, ਸਾਰੇ ਸਟੂਡੈਂਟਸ ਇੱਕੋ ਜਿਹੇ ਹੁੰਦੇ ਆ, ਸਿਰਫ ਸਾਡਾ ਨਜ਼ਰੀਆ ਇੱਕ ਕਿਸ ਤਰ੍ਹਾਂ ਬਣਿਆ ਹੋਇਆ ਹੈ ਨਾ। ਅੱਛਾ, ਇੱਕ ਪ੍ਰੋਬਲਮ ਕੀ ਹੈ ਕਿ ਅਸੀਂ ਨਾ ਚਾਹੇ ਆਜ਼ਾਦ ਹੋ ਗਏ, ਹੈ ਨਾ, ਅਸੀਂ ਬ੍ਰਿਟਿਸ਼ ਰਾਜ ਤੋਂ ਆਜ਼ਾਦ ਹੋ ਚੁੱਕੇ ਹਾਂ, ਸਾਡੇ ਦਿਮਾਗ ਅੱਜ ਵੀ ਕਲੋਨਾਈਜ਼ ਨੇ, ਉਹ ਅੱਜ ਵੀ ਗੁਲਾਮ ਹੀ ਨੇ, ਹੈ ਨਾ। ਅਸੀਂ ਉਹਨਾਂ ਦੀਆਂ ਚੀਜ਼ਾਂ ਨੂੰ ਬਹੁਤ ਵਧੀਆ ਸਮਝਦੇ ਹਾਂ, ਅੱਜ ਵੀ ਸਮਝਦੇ ਹਾਂ, ਹੈ ਨਾ। ਅਸੀਂ ਉਹਨਾਂ ਦੀ ਲੈਂਗੁਏਜ ਬੋਲਣੀ ਪਸੰਦ ਕਰਦੇ ਹਾਂ, ਅਸੀਂ ਉਹਨਾਂ ਦੀਆਂ ਮੂਵੀਜ਼ ਦੇਖਣੀਆਂ ਪਸੰਦ ਕਰਦੇ ਹਾਂ, ਅਸੀਂ ਉਹਨਾਂ ਦਾ ਲਿਟਰੇਚਰ ਪੜ੍ਹਨਾ ਪਸੰਦ ਕਰਦੇ ਹਾਂ। ਕਰੋ, ਮੈਂ ਨਹੀਂ ਕਹਿੰਦੀ ਕਿ ਹਾਂ ਵੀ ਲਿਟਰੇਚਰ, ਮੈਂ ਖੁਦ ਲਿਟਰੇਚਰ ਪੜ੍ਹਾ ਰਹੀ ਹਾਂ, ਇੰਗਲਿਸ਼ ਲਿਟਰੇਚਰ ਵਧੀਆ ਹੈ, ਬਹੁਤ ਅੱਛਾ ਹੈ, ਲੇਕਿਨ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਲਿਟਰੇਚਰ, ਸਾਡੀ ਲੈਂਗੁਏਜ, ਸਾਡਾ ਕਲਚਰ ਮਾੜਾ ਹੈ, ਜਿਹੜਾ ਆਪਣੀਆਂ ਨਹੀਂ ਛੱਡਣੀਆਂ ਚਾਹੀਦੀਆਂ, ਹੈ ਨਾ।
ਔਰ ਦੂਜੀ ਗੱਲ ਕੀ ਹੈ ਕਿ ਸਾਨੂੰ ਲੱਗਦਾ ਹੈ ਕਿ ਵੀ ਜੇ ਅਸੀਂ ਇੰਗਲਿਸ਼ ਬੋਲ ਰਹੇ ਹਾਂ ਤਾਂ ਅਸੀਂ ਕਿਤੇ ਨਾ ਕਿਤੇ ਉਹਨਾਂ ਦੇ ਬਰਾਬਰ ਪਹੁੰਚ ਗਏ, ਹੈ ਨਾ। ਅਸੀਂ ਕਲੋਨਾਈਜ਼ਡ ਨਹੀਂ ਹੈਗੇ, ਅੱਜ ਸਾਡੇ 'ਤੇ ਰਾਜ ਨਹੀਂ ਕਰ ਰਹੇ, ਲੇਕਿਨ ਇੰਪੀਰੀਅਲਿਸਟਿਕ ਜਿਹੜਾ ਉਹਨਾਂ ਦਾ ਇੱਕ ਸਾਡੇ 'ਤੇ ਕਹਿ ਲਓ ਡੋਮੀਨੇਸ਼ਨ ਹੈ, ਉਹ ਅੱਜ ਵੀ ਕਿਤੇ ਨਾ ਕਿਤੇ ਅਸੀਂ ਮਹਿਸੂਸ ਕਰਦੇ ਹਾਂ ਔਰ ਉਸ ਚੀਜ਼ ਨੂੰ ਮੰਨਦੇ ਹਾਂ, ਉਹਨੂੰ ਹਟਾਉਂਦੇ ਹਾਂ, ਰਾਈਟ। ਜਦ ਤੱਕ ਅਸੀਂ ਇਹ ਨਹੀਂ ਸੋਚਾਂਗੇ ਕਿ ਸਾਡਾ ਕਲਚਰ, ਸਾਡੀ ਲੈਂਗੁਏਜ ਬੈਟਰ ਹੈ, ਅਸੀਂ ਵੀ ਉਹਨਾਂ ਦੇ ਬਰਾਬਰ ਦੇ ਹਾਂ, ਉਦੋਂ ਤੱਕ ਅਸੀਂ ਉਹਨਾਂ ਦੇ ਕਲਚਰ ਨੂੰ ਹਮੇਸ਼ਾ ਉੱਪਰ ਹੀ ਰੱਖ ਕੇ ਦੇਖਾਂਗੇ। ਔਰ ਜਿਹੜੀ ਚੀਜ਼ ਨੂੰ ਉੱਪਰ ਰੱਖ ਦਿਓ, ਉੱਪਰ ਤੱਕ ਪਹੁੰਚਣਾ ਸਾਡੇ ਲਈ ਮੁਸ਼ਕਿਲ ਹੋ ਜਾਂਦਾ ਹੈ। ਜਿਹੜੀ ਚੀਜ਼ ਨੂੰ ਅਸੀਂ ਬਰਾਬਰ ਮੰਨਣ ਲੱਗ ਜਾਈਏ, ਉਹਨੂੰ ਹਾਸਿਲ ਕਰਨਾ ਬਹੁਤ ਸੌਖਾ ਹੋ ਜਾਂਦਾ, ਉਹਨੂੰ ਸਿੱਖਣਾ ਵੀ ਸੌਖਾ ਹੋ ਜਾਂਦਾ ਹੈ। ਫਿਰ ਉਹ ਡਰ ਨਿਕਲ ਜੂਗਾ ਕਿ ਹਾਂ ਜੀ ਇੰਗਲਿਸ਼ ਲੈਂਗੁਏਜ ਪਤਾ ਨਹੀਂ ਕੀ ਹੈ। ਹੁਣ ਇੱਕ ਡਾਕਟਰ ਸਾਹਿਬ, ਇੱਕ ਚੀਜ਼ ਆਪਾਂ ਦੇਖੀਏ, ਕੀ ਕਾਰਨ ਹੈ ਕਿ ਆਪਾਂ ਸਕੂਲਾਂ 'ਚ ਸਿੱਖ ਨਹੀਂ ਪਾਉਂਦੇ ਅੰਗਰੇਜ਼ੀ, ਅਤੇ ਜਦੋਂ ਆਪਾਂ ਐਜੂਕੇਸ਼ਨਲ ਇੰਸਟੀਚਿਊਟਸ 'ਚ ਚਲੇ ਜਾਂਦੇ ਹਾਂ, ਉੱਥੋਂ ਅਸੀਂ ਕੁਛ ਚੰਦ ਮਹੀਨਿਆਂ ਦੇ ਵਿੱਚ ਹੀ ਜਿਹੜੇ ਅੰਗਰੇਜ਼ ਬਣ ਕੇ ਬਾਹਰ ਨਿਕਲ ਆਉਂਦੇ ਹਾਂ। ਆਪਾਂ ਬੋਲਣਾ ਵੀ ਸ਼ੁਰੂ ਕਰ ਦਿੰਦੇ ਹਾਂ, ਆਪਾਂ ਸਮਝਣਾ ਵੀ ਸ਼ੁਰੂ ਕਰ ਦਿੰਦੇ ਹਾਂ, ਆਪਾਂ ਲਿਖਣਾ ਵੀ ਸ਼ੁਰੂ ਕਰ ਦਿੰਦੇ ਹਾਂ, ਆਪਾਂ ਪੜ੍ਹਨਾ ਵੀ ਸ਼ੁਰੂ ਕਰ ਦਿੰਦੇ ਹਾਂ, ਆਪਾਂ ਪਟਰ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦਿੰਦੇ ਹਾਂ। ਕੀ ਕਾਰਨ ਹੈ ਕਿ ਆਪਾਂ ਸਕੂਲਾਂ ਕਾਲਜਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਕਰ ਪਾਉਂਦੇ ਜਿਹੜੀਆਂ ਆਪਾਂ ਐਜੂਕੇਸ਼ਨਲ ਇੰਸਟੀਚਿਊਟ, ਜਿਹੜੇ ਆਈਲੈਟਸ ਜਿਹੜੇ ਇੰਸਟੀਚਿਊਟਸ ਨੇ, ਉਹਨਾਂ ਦੇ ਵਿੱਚੋਂ ਆਪਾਂ ਨੂੰ ਪੱਲੇ ਪੈ ਜਾਂਦੀ ਹੈ ਕਿ ਉੱਥੇ ਮਾੜੇ ਨੇ ਜਾਂ ਉੱਥੇ ਬਹੁਤੇ ਜ਼ਿਆਦਾ ਇੰਟੈਲੀਜੈਂਟ ਨੇ? ਨਹੀਂ, ਗੱਲ ਇੰਟੈਲੀਜੈਂਟ ਜਾਂ ਮਾੜੇ ਦੀ ਨਹੀਂ ਹੈਗੀ, ਗੱਲ ਸਭ ਤੋਂ ਵੱਡੀ ਹੈਗੀ ਹੈ ਜ਼ਰੂਰਤ ਦੀ। ਠੀਕ ਹੈ, ਅਸੀਂ ਜਦੋਂ ਸਾਨੂੰ ਪਤਾ ਹੈ ਵੀ ਜੇ ਆਇਲਸ 'ਚ 7 ਬੈਂਡ ਆਉਣਗੇ ਤਾਂ ਹੀ ਬਾਹਰ ਜਾਵਾਂਗੇ, ਹੁਣ ਤਾਂ ਜਾਣ 'ਤੇ ਬਣੀ ਹੋਈ ਹੈ, ਜਾਂ ਲੈ ਲਓ 7 ਬੈਂਡ ਜਾਂ ਫਿਰ ਨਹੀਂ, ਹੈ ਨਾ। ਸੋ ਇੱਕ ਤਾਂ ਸਾਡੇ ਸਿੱਖਣ ਦੀ ਚਾਹ ਵੱਧ ਜਾਂਦੀ ਹੈ, ਰਾਈਟ। ਦੂਜੀ ਚੀਜ਼ ਕੀ ਹੈ ਕਿ ਜਦੋਂ ਅਸੀਂ ਸਕੂਲ ਜਾਂ ਕਾਲਜ ਦੇ ਵਿੱਚ ਜਦੋਂ ਸਟੂਡੈਂਟਸ ਪੜ੍ਹ ਰਹੇ ਹੁੰਦੇ ਨੇ, ਤਾਂ ਉੱਥੇ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਅੜੀ ਹੁੰਦੀ ਹੈ ਕਿ 33% ਨੰਬਰ ਲੈਣੇ ਆ ਜਾਂ 40% ਨੰਬਰ ਲੈਣੇ ਆ। ਸਾਡਾ ਐਫਰਟ ਉਹਨਾਂ ਕੋਲ ਰਹਿ ਜਾਂਦਾ ਹੈ ਨਾ। ਜਦੋਂ ਸਾਨੂੰ ਪਤਾ ਹੈ ਕਿ ਜੀ ਨਹੀਂ, ਅਸੀਂ 8 ਜਾਂ 9 ਬੈਂਡ 'ਚੋਂ 7 ਸਾਨੂੰ ਐਟਲੀਸਟ ਆਉਣੇ ਚਾਹੀਦੇ ਹੈ, ਸਾਡਾ ਐਫਰਟ ਉਹਨਾਂ ਵੱਧ ਜਾਂਦਾ। ਦੂਜੀ ਗੱਲ ਜਿਹੜੀ ਮੈਂ ਪਹਿਲਾਂ ਵੀ ਕਹੀ ਕਿ ਅਸੀਂ ਜਦੋਂ ਸਾਡਾ ਐਜੂਕੇਸ਼ਨ ਸਿਸਟਮ ਇਹੋ ਜਿਹਾ ਹੈ ਕਿ ਅਸੀਂ ਗ੍ਰਾਮਰ ਬਸ ਜਦੋਂ ਅਸੀਂ ਇੰਗਲਿਸ਼ ਲੈਂਗੁਏਜ ਸ਼ੁਰੂ ਕਰਦੇ ਹਾਂ, ਹੈ ਨਾ, ਅਸੀਂ ਇੰਟਰਵਿਊਜ਼ ਵੀ ਲੈਂਦੇ ਹਾਂ ਜਦੋਂ ਟੀਚਰਸ ਨੂੰ ਰੱਖਣ ਲੱਗਿਆ, ਉਹ 'ਚ ਕਿ ਅਸੀਂ ਗ੍ਰਾਮਰ ਨਾਲ ਕੰਸਰਨਿੰਗ ਕੁਐਸਚਨ ਪੁੱਛਦੇ ਹਾਂ ਵੀ ਗ੍ਰਾਮਰ ਪੜ੍ਹਾਉਣੀ ਹੈ। ਇੰਗਲਿਸ਼ ਲੈਂਗੁਏਜ ਸਿਰਫ ਗ੍ਰਾਮਰ ਨਹੀਂ ਹੈਗੀ, ਇੰਗਲਿਸ਼ ਲੈਂਗੁਏਜ ਦੀ ਤਾਂ ਗ੍ਰਾਮਰ ਹੀ ਸਾਡੀ ਸੰਸਕ੍ਰਿਤ ਲੈਂਗੁਏਜ ਤੋਂ ਸ਼ੁਰੂ ਹੋਈ ਹੈ ਨਾ। ਪਾਣਿਨੀ ਔਰ ਪਤੰਜਲੀ ਦੀ ਜਿਹੜੀ ਗ੍ਰਾਮਰ ਹੈ ਉਸਨੂੰ ਅਡੋਪਟ ਕੀਤਾ ਹੈ ਇੰਗਲਿਸ਼ ਲੈਂਗੁਏਜ ਨੇ। ਸੋ ਗ੍ਰਾਮਰ ਸਿਖਾਉਣੀ ਸਾਡੇ ਲਈ ਇੰਨੀ ਕੁ ਜ਼ਰੂਰੀ ਬਣ ਚੁੱਕੀ ਹੈ ਕਿ ਅਸੀਂ ਬੱਚਿਆਂ ਦੇ ਸਪੋਕਨ ਸਕਿੱਲ 'ਤੇ ਜਾਂ ਰਾਈਟਿੰਗ ਸਕਿੱਲਸ 'ਤੇ ਨਾ ਜ਼ੋਰ ਹੀ ਨਹੀਂ ਦਿੰਦੇ ਨਾ। ਅਸੀਂ ਕੰਪੋਜੀਸ਼ਨ ਬੱਚੇ ਨੂੰ ਕਹਤੀ, ਮਾਈ ਫਾਦਰ ਲਿਖਣਾ ਹੈ, ਤਾਂ ਅਸੀਂ ਸਾਨੂੰ ਪਤਾ ਉਹੀ ਲਾਈਨ ਹੈ ਜਿਹੜੀ ਕਦੇ ਅਸੀਂ ਲਿਖਦੇ ਸੀ ਜਾਂ ਸਾਡੇ ਪੇਰੈਂਟਸ ਲਿਖਦੇ ਸੀ, ਅਸੀਂ ਵੀ ਉੱਥੇ। ਕ੍ਰੀਏਟੀਵਿਟੀ ਨਹੀਂ ਹੈ, ਹਾਂਜੀ ਬਿਲਕੁਲ। ਸੋ ਅਸੀਂ ਕ੍ਰੀਏਟੀਵਿਟੀ ਨਹੀਂ ਬੱਚੇ ਦੀ ਕਿਤੇ ਅੱਗੇ ਆਉਣ ਦਿੰਦੇ, ਅਸੀਂ ਬੱਚੇ ਨੂੰ ਖੁੱਲ੍ਹਣ ਨਹੀਂ ਦਿੰਦੇ। ਅਸੀਂ ਸਿਲੇਬਸ ਦੀ ਕੜੀ ਦੇ ਵਿੱਚ ਬੰਨ੍ਹ ਲੈਂਦੇ ਹਾਂ ਬੱਚੇ ਨੂੰ, ਹੈ ਨਾ, ਉੱਥੇ ਬੰਨਣਾ। ਹਾਂਜੀ, ਔਰ ਸਿਲੇਬਸ ਇੰਨੇ ਕੁ ਹੈਵੀ ਹੁੰਦੇ ਹੈ ਕਿ ਟੀਚਰ 'ਤੇ ਵੀ ਪ੍ਰੈਸ਼ਰ ਹੁੰਦਾ ਮੈਂ ਪੂਰਾ ਕਰਾ ਦੇਣਾ ਹੈ ਨਾ, ਬੱਚੇ 'ਤੇ ਵੀ ਪ੍ਰੈਸ਼ਰ ਹੁੰਦਾ ਮੈਂ ਪੂਰਾ ਪੜ੍ਹਨਾ ਹੈ। ਔਰ ਉਹਦੇ ਵਿੱਚ ਮੇਜਰ ਪੋਰਸ਼ਨ ਕਿਹਦਾ ਆ ਗਿਆ, 60 ਦੇ ਕਰੀਬ ਹੁੰਦਾ ਗ੍ਰਾਮਰ, ਹੈ ਨਾ। ਸੋ 60% ਤਾਂ ਗ੍ਰਾਮਰ ਹੀ ਆ ਗਈ ਬੱਚੇ ਦੀ। ਉਹ ਬੱਚਾ ਸੋਚ ਕੇ ਚੱਲਦਾ ਤਾਂ ਮੈਨੂੰ ਆਣੀ ਹੋਈ ਨਹੀਂ। ਉਹ ਕਿਉਂ ਨਹੀਂ ਆਣੀ? ਕਿਉਂਕਿ ਅਸੀਂ ਬੇਸਿਕ ਨਹੀਂ ਸਮਝਾਏ, ਹੈ ਨਾ। ਅਸੀਂ ਸਿੱਧਾ ਪਾਤਾ ਚੇਂਜ ਆਫ ਨਰੇਸ਼ਨ। ਉਹ ਨਰੇਸ਼ਨ ਦੇ ਰੂਲਸ ਕੀ ਨੇ, ਉਹਦੇ ਪ੍ਰਿੰਸੀਪਲਸ ਕੀ ਨੇ, ਉਹ ਬੱਚੇ ਨੂੰ ਕੌਣ ਪੜ੍ਹਾਊਗਾ? ਉਹ ਬੱਚੇ ਨੂੰ ਸਮਝ ਹੀ ਨਹੀਂ ਆਇਆ, ਉਹਨੇ ਰੱਟੇ ਮਾਰ ਲਏ, ਹੈ ਨਾ। ਸੋ ਇਹ ਜਿਹੜਾ ਸਾਡਾ ਸਿਸਟਮ ਹੈ, ਬੇਸਿਕਲੀ ਐਜੂਕੇਸ਼ਨ ਸਿਸਟਮ, ਜਿਹੜਾ ਬੱਚੇ ਨੂੰ ਵੀ ਕਿਤੇ ਨਾ ਕਿਤੇ ਲਿਮਿਟ ਕਰਦਾ ਹੈ ਔਰ ਟੀਚਰ ਨੂੰ ਵੀ ਕਿਤੇ ਨਾ ਕਿਤੇ ਲਿਮਿਟ ਕਰਦਾ ਹੈ ਨਾ। ਸੋ ਉਹਨਾਂ ਚੀਜ਼ਾਂ ਤੋਂ ਜਦ ਤੱਕ ਅਸੀਂ ਬਾਹਰ ਨਹੀਂ ਨਿਕਲਦੇ ਸਕੂਲਸ ਜਾਂ ਕਾਲਜਸ ਦੇ ਵਿੱਚ, ਉਹ ਉਨੇ ਰਿਜ਼ਲਟਸ ਤਾਂ ਹੀ ਨਹੀਂ ਆਉਂਦੇ ਕਿਉਂਕਿ ਅਸੀਂ ਉੱਥੇ ਫਸੇ ਰਹਿ ਜਾਂਦੇ ਹਾਂ। ਬਹੁਤ ਸਾਰੇ ਸਕੂਲਸ ਕਾਲਜਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਚੇਂਜ ਵੀ ਹੋ ਗਿਆ, ਰਾਈਟ। ਬਹੁਤ ਸਾਰੇ ਸਿਲੇਬਸ ਜਿਹੜੇ ਰਿਵਾਈਜ਼ ਹੋ ਚੁੱਕੇ ਹਨ, ਜਿੱਥੇ ਹੁਣ ਬੇਸਿਕਸ ਕਰਾਉਣੇ ਪਹਿਲਾਂ ਸ਼ੁਰੂ ਕਰ ਦਿੱਤੇ ਗਏ ਨੇ। ਸੋ ਆਈ ਥਿੰਕ ਜੇ ਆਪਾਂ ਥੋੜ੍ਹਾ ਬਹੁਤ ਆਪਣੇ ਐਜੂਕੇਸ਼ਨ ਸਿਸਟਮ ਨੂੰ ਚੇਂਜ ਕਰਦੇ ਹਾਂ ਤਾਂ ਇਟ ਮੇ ਵੀ ਕਿ ਸਾਨੂੰ ਵਧੀਆ ਰਿਜ਼ਲਟਸ ਆਉਣੇ ਸ਼ੁਰੂ ਹੋ ਜਾਣ। ਇੱਕ ਚੀਜ਼ ਦੱਸੋ ਕਿ ਮੇਰੇ ਵਰਗਾ ਇੱਕ ਅਨਪੜ੍ਹ ਬੰਦਾ, ਉਹ ਇਹ ਸਿੱਖਣਾ ਚਾਹ ਰਿਹਾ ਕਿ ਮੈਂ ਸਿੱਖਣੀ ਅੰਗਰੇਜ਼ੀ, ਸ਼ੁਰੂ ਕਿੱਥੋਂ ਕਰੇ ਅਤੇ ਕਿਹੜੀਆਂ ਚੀਜ਼ਾਂ ਪਹਿਲਾਂ ਸਿੱਖੇ ਅਤੇ ਕਿਹੜੀਆਂ ਚੀਜ਼ਾਂ ਇੱਕ ਸਟੈਪ ਬਾਈ ਸਟੈਪ ਕਿੱਦਾਂ ਸਿੱਖਣਾ ਸ਼ੁਰੂ ਕਰੇ? ਤੁਸੀਂ ਦੱਸਿਆ ਕਿ ਉਹ ਫੋਨਿਕਸ ਆਉਣੇ ਚਾਹੀਦੇ ਨੇ, ਸਾਊਂਡ ਪਤਾ ਹੋਣੀ ਚਾਹੀਦੀ ਹੈ, ਮੰਨ ਗਿਆ ਮੈਂ। ਇਸ ਤੋਂ ਬਾਅਦ ਅੱਗੇ ਕੀ ਕਰਨਾ? ਉਸ ਤੋਂ ਬਾਅਦ ਅੱਗੇ ਕੀ ਕਰਨਾ ਤਾਂ ਕਿ ਮੈਂ 7 ਬੈਂਡ ਲੈ ਜਾਂ ਬਿਨਾਂ ਕਿਸੇ ਕੋਲ ਜਾਏ? ਦੇਖੋ, ਇੱਕ ਤਾਂ ਸਭ ਤੋਂ ਜ਼ਰੂਰੀ ਹੈ ਕਿ ਨਿਊਜ਼ਪੇਪਰ ਪੜ੍ਹਨੇ, ਹੈ ਨਾ। ਜਦੋਂ ਅਸੀਂ ਨਿਊਜ਼ਪੇਪਰ ਪੜ੍ਹਦੇ ਹਾਂ, ਉਹਦੀ ਜਿਹੜੀ ਲੈਂਗੁਏਜ ਹੁੰਦੀ ਹੈ ਉਹ ਔਥੈਂਟਿਕ ਹੁੰਦੀ ਹੈ ਨਾ। ਬੰਦੇ ਨੂੰ ਅੰਗਰੇਜ਼ੀ ਆਉਂਦੀ ਨਹੀਂ, ਨਿਊਜ਼ਪੇਪਰ ਸਾਹਮਣੇ ਰੱਖ ਕੇ ਬੈਠਾ,
ਉਹ ਸਿੱਧੇ ਦੀ ਬਜਾਏ ਪੁੱਠਾ ਰੱਖ ਕੇ ਬੈਠ ਜਾਏਗਾ, ਉਹਨੂੰ ਪਤਾ ਹੀ ਨਹੀਂ ਹੈਗਾ ਕੀ ਕਰਨਾ। ਤੇ ਉਹਨੂੰ ਕੁਛ ਤਾਂ ਆਉਂਦਾ ਹੋਵੇ ਨਾ, ਜਿਹੜਾ ਵੀ ਅੰਗਰੇਜ਼ੀ ਨਿਊਜ਼ਪੇਪਰ ਪੜ੍ਹਨਾ ਹੋਏਗਾ, ਤੇ ਨਿਊਜ਼ਪੇਪਰ ਪੜ੍ਹਨ ਦਾ ਵੀ ਕੋਈ ਸਟਾਈਲ ਹੋਣਾ ਚਾਹੀਦਾ। ਬਿਲਕੁਲ, ਦੇਖੋ ਜੀ ਜਿਹੜੇ ਬੰਦੇ ਨੂੰ ਬਿਲਕੁਲ ਹੀ ਨਹੀਂ ਇੰਗਲਿਸ਼ ਆਉਂਦੀ, ਤਾਂ ਓਬਵੀਅਸਲੀ ਉਹਨੂੰ ਥੋੜਾ ਬਹੁਤ ਤਾਂ ਕਿਤੇ ਨਾ ਕਿਤੇ ਕੁਝ ਬੁੱਕਸ ਤੋਂ, ਕੁਝ ਕੋਚਿੰਗ ਤੋਂ, ਕਿਸੇ ਨਾ ਕਿਸੇ ਟੀਚਰ ਦੀ, ਓਬਵੀਅਸਲੀ ਦੇਖੋ ਗੁਰੂ ਦਾ ਸਥਾਨ ਬਹੁਤ ਉੱਚਾ ਹੁੰਦਾ ਹੈ ਨਾ। ਸੋ ਜਿਹੜੇ ਬੰਦੇ ਨੂੰ ਬਿਲਕੁਲ ਹੀ ਕੁਝ ਨਹੀਂ ਆਉਂਦਾ, ਜਾਂ ਕੋਈ ਵੀ ਲੈਂਗੁਏਜ ਨਹੀਂ, ਮੰਨ ਲਓ ਮੈਂ ਫ੍ਰੈਂਚ ਸਿੱਖਣੀ ਹੋਵੇ ਹੈ ਨਾ, ਤਾਂ ਮੈਂ ਸਭ ਤੋਂ ਪਹਿਲਾਂ ਕਿਸੇ ਨਾ ਕਿਸੇ ਗੁਰੂ ਕੋਲ ਹੀ ਜਾਊਂਗੀ ਨਾ, ਕਿਸੇ ਨਾ ਕਿਸੇ ਟੀਚਰ ਕੋਲ ਹੀ ਜਾਊਂਗੀ, ਜਿਹੜਾ ਮੈਨੂੰ ਸਮਝਾਵੇ ਵੀ ਇਹ ਲੈਂਗੁਏਜ ਇਸ ਤਰ੍ਹਾਂ ਦੀ ਹੈ ਨਾ, ਇਸ ਦੇ ਸਾਊਂਡਸ ਇਸ ਤਰ੍ਹਾਂ ਨੇ, ਇਹਨੂੰ ਬੋਲਣਾ ਐਵੇਂ ਹੈ ਨਾ। ਸੋ ਓਬਵੀਅਸਲੀ ਤੁਹਾਨੂੰ ਟੀਚਰ ਤਾਂ ਚਾਹੀਦਾ ਹੀ ਹੈ, ਤੁਹਾਨੂੰ ਬੁੱਕਸ ਚਾਹੀਦੀਆਂ, ਤੁਹਾਨੂੰ ਇੱਕ ਪ੍ਰੋਪਰ ਸਿਲੇਬਸ ਚਾਹੀਦਾ ਹੈ ਜਿਹਨੂੰ ਤੁਸੀਂ ਪੜ੍ਹ ਸਕੋ, ਤੁਹਾਨੂੰ ਇੱਕ ਡਾਇਰੈਕਸ਼ਨ ਚਾਹੀਦੀ ਹੈ। ਸਿਲੇਬਸ ਕੀ ਹੋਣਾ ਚਾਹੀਦਾ, ਉਹੀ ਪੁੱਛ ਰਿਹਾ ਜੀ। ਸਿਲੇਬਸ ਸਹੀ ਕਿਤਾਬੀ ਗੱਲਾਂ ਨਹੀਂ ਕਰਨੀਆਂ। ਹਾਂਜੀ, ਹਾਂ, ਵਿਹਾਰਿਕ ਗੱਲ ਕਰਨੀ ਹੈ, ਤਜਰਬੇ ਵਾਲੀ ਗੱਲ। ਤੇ ਬਿਲਕੁਲ, ਦੇਖੋ ਜਿਹੜੇ ਸਿਲੇਬਸ ਜੋ ਮੇਰੇ ਅਕੋਰਡਿੰਗ ਕੋਈ ਵੀ ਲੈਂਗੁਏਜ ਸਿੱਖਣ ਦਾ ਹੈ, ਸਭ ਤੋਂ ਪਹਿਲਾਂ ਸਾਊਂਡਸ ਹੋ ਗਏ, ਉਸ ਤੋਂ ਬਾਅਦ ਅਸੀਂ ਵਰਡਸ ਬਣਾ ਲਏ, ਠੀਕ ਹੈ, ਵਰਡਸ ਬਣ ਗਏ। ਲੇਕਿਨ ਹੁਣ ਉਹ ਵਰਡ, ਮੰਨ ਲਓ ਆਪਾਂ ਪੰਜਾਬੀ ਦੀ ਹੀ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਵੱਟ, ਇੱਕ ਸ਼ਬਦ ਹੈ ਪੰਜਾਬੀ ਦਾ ਵੱਟ, ਹੁਣ ਉਹਦੇ 16 ਮਤਲਬ ਨੇ, ਹੈ ਨਾ। ਹੁਣ ਵੱਟ ਚੜ ਗਿਆ, ਹਾਂ, ਵੱਟੋ ਵੱਟੀ ਹੋ ਜਾ, ਹੈ ਨਾ, ਵੱਟ ਦੇ, ਹੈ ਨਾ। ਸੋ ਬਹੁਤ ਸਾਰੇ ਮਤਲਬ ਹੈ। ਸਿਮਿਲਰਲੀ ਇੰਗਲਿਸ਼ 'ਚ ਬਹੁਤ ਸਾਰੇ ਹੁੰਦੇ ਆ, ਹੈ ਨਾ। ਸੋ ਈਵਨ ਹੋਰ ਤਾਂ ਹੋਰ ਆਪਣੀ ਇੰਨੀਆਂ ਮਿਸਪਰਸੈਪਸ਼ਨਸ ਹੈ ਲੈਂਗੁਏਜ ਨੂੰ ਲੈ ਕੇ। ਇੰਗਲਿਸ਼ ਆਪਾਂ ਨੋਰਮਲੀ ਸੈਂਟਰ ਇੱਕ ਵਰਡ ਹੈਗਾ, CENTER ਅਤੇ CENTRE, ਅਸੀਂ ਨੋਰਮਲੀ ਕੀ ਕਹਿੰਦੇ ਹਾਂ, ਇੱਕ ਹੋ ਗਿਆ ਜੀ ਬਿੰਦੂ, ਸੈਂਟਰ, ਇੱਕ ਹੋ ਗਿਆ ਜੀ ਜਿਹੜੇ ਆਪਣੇ ਕੋਚਿੰਗ ਸੈਂਟਰ ਹੁੰਦੇ ਨੇ, ਜਦ ਕਿ ਕੇਂਦਰ ਹੋ ਗਿਆ, ਹੈ ਨਾ। ਹੁਣ ਜਦ ਕਿ ਇੱਦਾਂ ਦਾ ਹੈ ਹੀ ਨਹੀਂ, ਇੱਕ ਅਮੈਰੀਕਨ ਲੈਂਗੁਏਜ ਹੈ, ਇੱਕ ਬ੍ਰਿਟਿਸ਼ ਲੈਂਗੁਏਜ ਹੈ, ਠੀਕ ਹੈ। ਹੁਣ ਲੇਕਿਨ ਅਸੀਂ ਆਪਣੀ ਸਮਝ ਦੇ ਅਕੋਰਡਿੰਗ ਉਹਨੂੰ ਬਣਾ ਲਿਆ, ਠੀਕ ਹੈ। ਅਦਰਵਾਈਜ਼ ਇਹਨਾਂ 'ਚ ਦੋਨਾਂ 'ਚ ਕੋਈ ਫਰਕ ਨਹੀਂ ਹੈ, ਦੋਨਾਂ ਦਾ ਮਤਲਬ ਸੇਮ ਹੈ, ਸਿਰਫ ਇੱਕ ਅਮੈਰੀਕਨ ਲੈਂਗੁਏਜ ਹੈ, ਇੱਕ ਬ੍ਰਿਟਿਸ਼ ਲੈਂਗੁਏਜ ਹੈ, ਸਿਰਫ ਇੰਨਾ ਕੁ ਫਰਕ ਹੈ। ਲੇਕਿਨ ਹੁਣ ਇਸ ਚੀਜ਼ ਨੂੰ ਦੱਸੂਗਾ ਕੌਣ, ਹੈ ਨਾ। CENTRE ਤਾਂ ਅਸੀਂ ਬਣਾ ਲਿਆ, ਜਾਂ CENTER ਤਾਂ ਬਣਾ ਲਿਆ, ਉਹਦਾ ਜਿਹੜਾ ਅੱਗੋਂ ਸਿੰਬੋਲਿਕ ਮੀਨਿੰਗ ਹੈ, ਉਹ ਸਿੰਬੋਲਿਕ ਮੀਨਿੰਗ ਕਿਵੇਂ ਬਣ ਗਿਆ, ਹੈ ਨਾ, ਉਹਦਾ ਕੀ ਅਸਰ ਹੋਇਆ। ਤਾਂ ਇਹਨਾਂ ਚੀਜ਼ਾਂ ਨੂੰ ਡਿਫਾਈਨ ਕਰਨਾ ਜ਼ਰੂਰੀ ਹੈ। ਅਸੀਂ ਵਰਡ ਬਣਾ ਲਿਆ, ਵਰਡ ਦਾ ਮਤਲਬ ਕੀ ਆਇਆ, ਹੈ ਨਾ। ਆਪਾਂ ਜਿਵੇਂ ਕਹਿ ਲਓ ਕਿ ਕੈਟ ਬਣਾ ਲਿਆ ਜਾਂ ਰੈਟ ਬਣਾ ਲਿਆ, RAT ਰੈਟ ਬਣ ਗਿਆ। ਹੁਣ ਉਹ ਰੈਟ ਚੂਹਾ ਕਿਉਂ ਹੈ ਨਾ। ਅੱਛਾ, ਅਸੀਂ ਰੈਟ ਵੀ ਕਹਿੰਦੇ ਹਾਂ, ਮਾਊਸ ਵੀ ਕਹਿੰਦੇ ਹਾਂ, ਹੁਣ ਉਹ ਕਿਉਂ ਡਿਫਰੈਂਸ ਹੈ ਨਾ। ਹੁਣ ਇਹਨਾਂ ਚੀਜ਼ਾਂ 'ਤੇ ਬੱਚੇ ਕਨਫਿਊਜ਼ ਹੁੰਦੇ ਆ, ਰਾਈਟ। ਉਹਨਾਂ ਚੀਜ਼ਾਂ ਨੂੰ ਆਇਡੈਂਟੀਫਾਈ ਕਰਨਾ, ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਸਮਝਾਉਣਾ, ਇਹ ਜ਼ਰੂਰੀ ਹੈ ਨਾ। ਅੱਛਾ, ਦੋਨੋਂ ਰੈਟ ਵੀ ਉਹੀ ਹੈ, ਮਾਊਸ ਵੀ ਉਹੀ ਹੈ, ਲੇਕਿਨ ਉਹਨਾਂ ਚੀਜ਼ਾਂ ਨੂੰ ਸਮਝਾਏਗਾ ਕੌਣ। ਉਹਨਾਂ ਚੀਜ਼ਾਂ ਨੂੰ, ਇਹਨਾਂ ਚੀਜ਼ਾਂ ਨੂੰ ਇਨਕੋਰਪੋਰੇਟ ਕਰਨ ਦੀ ਜ਼ਰੂਰਤ ਹੈ ਕਿ ਲੈਂਗੁਏਜ ਦੀ ਪ੍ਰੋਪਰਟੀਜ਼ ਕੀ ਹੁੰਦੀਆਂ ਨੇ। ਅਸੀਂ ਕੋਈ ਭਾਸ਼ਾ ਸਿੱਖ ਰਹੇ ਹਾਂ, ਉਹਦੇ ਕੀ ਕਰੈਕਟਰਿਸਟਿਕਸ ਨੇ, ਉਹਦੀਆਂ ਪ੍ਰੋਪਰਟੀਜ਼ ਕੀ ਹੁੰਦੀਆਂ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਮਰਜ਼ੀ ਭਾਸ਼ਾ ਸਿੱਖ ਲਓ, ਪ੍ਰੋਪਰਟੀਜ਼ ਹਰੇਕ ਭਾਸ਼ਾ ਦੀਆਂ ਸੇਮ ਹੀ ਹੁੰਦੀਆਂ, ਹੈ ਨਾ। ਜੇ ਆਪਾਂ ਵੱਟ ਦੀ ਗੱਲ ਕੀਤੀ, ਤਾਂ ਵੱਟ ਦਾ ਜਿਹੜੀ ਆਪਾਂ ਇੱਕ ਖੇਤ 'ਚ ਵੱਟ ਪਾ ਦਿੰਦੇ ਹਾਂ, ਵਾਹਵਾ ਉੱਤੇ ਅਦਰਕ ਟੈਂਕਾਂ ਦੇ ਤਾਂ ਕੋਈ ਮਤਲਬ ਨਹੀਂ ਨਾ ਉਸ ਉਹਦੇ ਨਾਲ, ਲੇਕਿਨ ਉਹਨੂੰ ਹੀ ਅਸੀਂ ਉੱਦਾਂ ਕਿਉਂ ਕਹਿੰਦੇ ਹਾਂ, ਇਹ ਚੀਜ਼ਾਂ ਸਮਝਾਉਣ ਦੀ ਜ਼ਰੂਰਤ। I saw which could not saw। ਹਾਂਜੀ, ਹਾਂ, ਬਿਲਕੁਲ, ਹੈ ਨਾ। ਹੁਣ ਉਹਦੇ 'ਚ 100 ਦੇ ਕਿੰਨੇ ਮਤਲਬ ਹੋ ਗਏ। ਮੈਂ ਇੱਕ ਆਰਾ ਦੇਖਿਆ ਜਿਹੜਾ ਚੀਰ ਨਹੀਂ ਸਕਦਾ ਸੀ, ਹੈ ਨਾ। ਸੋ ਉਹਦੇ 'ਚ ਇਹ ਚੀਜ਼ਾਂ ਬੱਚਿਆਂ ਨੂੰ ਦੱਸਣੀਆਂ ਜ਼ਰੂਰੀ ਨੇ, ਹੈ ਨਾ। ਲੇਕਿਨ ਅਸੀਂ ਇਹ ਕਿਤੇ ਚੀਜ਼ਾਂ ਸਮਝਾਉਂਦੇ ਨਹੀਂ, ਔਰ ਇਹ ਚੀਜ਼ਾਂ ਇਹੋ ਜਿਹੀਆਂ ਨੇ ਜਿਹੜਾ ਬੱਚਾ ਬਹੁਤ ਖੁਸ਼ ਹੋ ਕੇ ਸੁਣੂਗਾ, ਹੈ ਨਾ, ਬਹੁਤ ਖੁਸ਼ ਹੋ ਕੇ ਸਮਝ ਲੂਗਾ। ਸੋ ਅਸੀਂ ਪਲੇਫੁਲ ਤਰੀਕਾ ਨਹੀਂ ਅਪਣਾਇਆ, ਅਸੀਂ ਬੱਚੇ ਨੂੰ ਰੱਟਾ ਮਰਵਾ ਰਹੇ ਹਾਂ ਕਿ ਤੂੰ ਰੱਟਾ ਮਾਰ ਲੈ ਵੀ SAW 100 ਹੋ ਗਿਆ, ਦੇਖਿਆ। ਤਾਂ ਬੱਚੇ ਨੂੰ ਤਾਂ ਨੋਰਮਲੀ 100 ਦਾ ਦੇਖਿਆ ਹੀ ਮਤਲਬ ਪਤਾ ਹੁੰਦਾ ਹੈ, ਆਰਾ ਜਾਂ ਚੀਰਿਆ ਤਾਂ ਮਤਲਬ ਬਹੁਤ ਘੱਟ ਕਿਸੇ ਨੂੰ ਪਤਾ ਹੁੰਦਾ, ਪਰਾਂ ਹੋ ਜਾਂਦਾ, ਹੈ ਨਾ। ਅੱਛਾ, ਦੂਜੀ ਚੀਜ਼, ਅਸੀਂ ਬੱਚੇ ਨੂੰ ਜਦੋਂ ਥੋੜ੍ਹਾ ਜਿਹਾ ਵਰਡਸ ਉਹਨੇ ਸਿੱਖ ਲਏ, ਕਿਹੜੇ ਵਰਡ ਦਾ ਕਿਹੜਾ ਮਤਲਬ ਹੈ, ਫਿਰ ਅਸੀਂ ਇੱਕ ਚੀਜ਼ ਬੱਚੇ ਦੇ ਦਿਮਾਗ 'ਚ ਪਾ ਦਿੰਦੇ ਹਾਂ ਕਿ ਵੀ ਸਿਨੋਨਿਮਸ ਯੂਜ਼ ਕਰ ਲੈ, ਹੈ ਨਾ। ਹੁਣ ਸਿਨੋਨਿਮ ਤਾਂ ਯੂਜ਼ ਕਰ ਲਿਆ, ਸਿਨੋਨਿਮ ਦਾ ਕੀ ਕੰਟੈਕਚੁਅਲ ਮੀਨਿੰਗ ਸਹੀ ਹੈਗਾ, ਹੈ ਨਾ। ਅਸੀਂ ਕੋਈ ਵੀ ਵਰਡ ਯੂਜ਼ ਕਰ ਲਿਆ, ਫੋਰਬਿਡ ਕਰ ਲਿਆ, ਹੈ ਨਾ, ਪ੍ਰੋਹਿਬਿਟ ਕਰ ਲਿਆ, ਡਿਨਾਈਡ ਕਰ ਲਿਆ, ਹੈ ਨਾ, ਵੀ ਮਨਾ ਕੀਤਾ। ਹੁਣ ਇਹਨਾਂ ਦੇ ਮਤਲਬ ਤਾਂ ਅੱਡ ਹੋ ਗਏ ਨਾ, ਰਾਈਟ। ਅਸੀਂ ਉਹਦਾ ਕੰਟੈਕਚੁਅਲ ਮੀਨਿੰਗ ਤਾਂ ਨਹੀਂ ਨਾ ਦੇਖਿਆ। ਅਗਰੈਸ਼ਨ ਹੈ, ਐਂਗਰ ਹੈ ਨਾ। ਐਂਗਰ ਇਜ਼ ਸਮਥਿੰਗ, ਗੁੱਸਾ। ਅਗਰੈਸ਼ਨ ਹੋ ਗਿਆ ਕਿ ਬਹੁਤ ਜ਼ਿਆਦਾ ਗੁੱਸਾ, ਹੈ ਨਾ। ਸੋ ਅਸੀਂ ਕਿਸੇ ਬੱਚੇ ਨੂੰ ਮਨਾ ਕਰਤਾ, ਹੀ ਗॉट ਐਂਗਰਡ, ਇੱਕ ਕਨਿੰਗ ਹੁੰਦਾ, ਬਿਲਕੁਲ। ਸੋ ਅਸੀਂ ਉਹਦਾ ਕੰਟੈਕਚੁਅਲ ਮੀਨਿੰਗ ਨਹੀਂ ਦੱਸ ਰਹੇ ਬੱਚੇ ਨੂੰ। ਅਸੀਂ ਉਹਨੂੰ ਦੱਸਤਾ ਵੀ ਹਾਂ ਜੀ ਆਹ ਇਹਦਾ ਸਿਨੋਨਿਮ ਹੈ, ਇਹਨੂੰ ਅਸੀਂ ਇਹਦੀ ਜਗ੍ਹਾ ਯੂਜ਼ ਕਰ ਸਕਦੇ ਹਾਂ, ਲੇਕਿਨ ਅਸੀਂ ਉਹਨੂੰ ਕੰਟੈਕਚੁਅਲ ਮੀਨਿੰਗਸ ਦੀ ਕਿਤੇ ਸਮਝਾਏ ਹੀ ਨਹੀਂ। ਸੋ ਪਹਿਲਾਂ ਫੋਨਿਕਸ, ਫਿਰ ਅਕਸ਼ਰ, ਫਿਰ ਉਹਨਾਂ ਦੇ ਕੰਟੈਕਚੁਅਲ ਮੀਨਿੰਗ ਕੀ ਹੋਣਗੇ, ਇਹ ਚੀਜ਼ਾਂ ਦੱਸਣੀਆਂ ਬਹੁਤ ਜ਼ਰੂਰੀ ਨੇ। ਅਸੀਂ ਸਿਨੋਨਿਮਸ ਕਰਤੇ, ਅਸੀਂ ਬੱਚੇ ਨੂੰ ਕਹਿਤਾ ਤੂੰ ਪੇਪਰ ਪੜ੍ਹ ਲੈ, ਤੂੰ ਨਾਵਲ ਪੜ੍ਹ ਲੈ, ਇਹਨੂੰ ਯੂਜ਼ ਕਰ ਲੈ, ਸੈਂਟੈਂਸ ਬਣਾ ਲੈ। ਹੁਣ ਉਸ ਸੈਂਟੈਂਸ ਦੀ ਇੰਟੋਨੇਸ਼ਨ ਕੀ ਹੈ, ਉਹ ਤਾਂ ਅਸੀਂ ਸਮਝਾਈ ਨਹੀਂ, ਹੈ ਨਾ। ਹੁਣ ਮੈਂ ਇੱਕ ਐਗਜ਼ਾਮਪਲ ਦੇਣੀ ਆ, ਰੋਕੋ ਮਤ ਜਾਣੇ ਦੋ, ਮੈਂ ਨੋਰਮਲੀ ਦੇਣੀ ਹੁੰਦੀ ਹੈ ਨਾ। ਕੌਮੇ ਦਾ ਫਰਕ ਹੋ ਗਿਆ, ਹੈ ਨਾ, ਇੱਕ ਕੌਮਾ ਮਤਲਬ ਹੀ ਚੇਂਜ ਹੋ ਗਿਆ, ਹੈ ਨਾ। ਦੈਨ ਸ਼ੀ ਕਾਲਡ ਹਰ ਅ ਮਦਰ, ਜੇ ਆਪਾਂ ਇੰਗਲਿਸ਼ ਲੈਂਗੁਏਜ ਦੀ ਗੱਲ ਕਰੀਏ, ਹੈ ਨਾ। ਹੁਣ ਇਸ ਸੈਂਟੈਂਸ ਦੇ ਵਿੱਚ ਸ਼ੀ ਕਾਲਡ ਹਰ ਮਦਰ, ਉਹਨੇ ਉਹਨੂੰ
ਮਾਂ ਕਿਹਾ, ਹਾਂ ਹੈ ਨਾ, ਸੋਚ ਹੋ ਗਿਆ ਸ਼ੀ ਕਾਲਡ ਹਰ ਮਦਰ, ਉਹਨੇ ਆਪਣੀ ਮਾਂ ਨੂੰ ਬੁਲਾਇਆ, ਹੈ ਨਾ। ਸੋ ਬੱਚੇ ਨੂੰ ਇਹ ਚੀਜ਼ਾਂ ਸਮਝਾਉਣੀਆਂ ਜ਼ਰੂਰੀ, ਇੱਥੇ ਹੀ ਬੱਚੇ ਮਾਤ ਖਾਂਦੇ ਆ, ਹੈ ਨਾ, ਇੱਥੇ ਹੀ ਉਹਨਾਂ ਦਾ ਮਤਲਬ ਚੇਂਜ ਹੋ ਗਿਆ, ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਗਲਤੀ ਕਿੱਥੇ ਹੋ ਗਈ, ਵੀ ਮੈਂ ਠੀਕ ਤਾਂ ਲਿਖਿਆ, ਗਲਤੀ ਕਿੱਥੇ ਹੈ। ਇਹ ਸਮਝਾਉਂਦੇ ਹੀ ਨਹੀਂ ਕੌਮੇ ਦਾ ਮਤਲਬ ਕੀ ਹੈ, ਫੁੱਲ ਸਟਾਪ ਦਾ ਮਤਲਬ ਕੀ ਹੈ, ਕੁਐਸਚਨ ਮਾਰਕ ਦਾ ਮਤਲਬ ਕੀ ਹੈ, ਜੇ ਸਾਈਨ ਆਫ ਐਕਸਕਲੇਮੇਸ਼ਨ ਹੈ ਤਾਂ ਉਹਦਾ ਕੀ ਮਤਲਬ ਹੈਗਾ। ਆਪਾਂ ਇਹਨਾਂ ਚੀਜ਼ਾਂ ਨੂੰ ਇੱਕ ਨਾਰਮਲੀ ਲਈ ਚਲੇ ਜਾ ਰਹੇ ਹਾਂ, ਕੌਮਾ ਆ ਗਿਆ ਤਾਂ ਉਹਨੂੰ ਹਰੇਕ ਅੱਖਰ ਆਪਣੇ ਆਪ ਨੂੰ ਕਹਿ ਰਿਹਾ ਕਿ ਮੈਨੂੰ ਇੱਦਾਂ ਪੜ੍ਹ, ਜੇਕਰ ਠਹਿਰਾਓ ਆ ਰਿਹਾ ਤਾਂ ਉੱਦਾਂ ਠਹਿਰਾਓ ਦੇਣਾ। ਜਦੋਂ ਤੱਕ ਆਪਾਂ ਉਸ ਚੀਜ਼ ਨੂੰ ਬੋਲਣ ਦਾ ਲਹਿਜਾ ਉਸੇ ਅੰਦਾਜ਼ ਦੇ ਵਿੱਚ ਨਹੀਂ ਕਰਦੇ ਜਿਸ ਅੰਦਾਜ਼ ਦੇ ਵਿੱਚ ਉਹ ਲਿਖਿਆ ਹੋਇਆ, ਉਦੋਂ ਤੱਕ ਉਹ ਚੀਜ਼ ਨਹੀਂ ਆਪਣੀ ਆ ਨਹੀਂ ਸਕਦੀ ਹੈਗੀ। ਤਾਂ ਡਾਕਟਰ ਸਾਹਿਬ ਇੱਕ ਜਿਹੜੀ ਹੁਣ ਮੇਨ ਜਿਹੜੀ ਚੀਜ਼ ਹੈ ਉਹ ਇਹ ਹੈ, ਸੁਣਨਾ, ਪੜ੍ਹਨਾ, ਲਿਖਣਾ ਅਤੇ ਬੋਲਣਾ, 4 ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਆਈਲੈਟਸ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਨੇ। ਇਹਨਾਂ 4ਾਂ ਦਾ ਆਪਾਂ ਦੀ ਲੈਂਗੁਏਜ ਸਿੱਖਣ ਦੇ ਵਿੱਚ ਕਿੰਨਾ ਕੁ ਰੋਲ ਰਹਿੰਦਾ? ਦੇਖੋ ਇਹਨਾਂ 4 ਹੀ ਚੀਜ਼ਾਂ ਇੰਪੋਰਟੈਂਟ ਨੇ। ਸਭ ਤੋਂ ਪਹਿਲਾਂ ਤਾਂ ਰੀਡਿੰਗ ਸਕਿੱਲਸ ਕਰਾਉਂਦੇ ਆ, ਹੈ ਨਾ, ਉਹਨਾਂ ਨੂੰ ਬੱਚੇ ਨੂੰ ਪੜ੍ਹਨਾ ਸਿਖਾਉਂਦੇ ਆ। ਬੇਸਿਕਲੀ ਆਪਾਂ ਨੋਰਮਲੀ ਵੀ ਜਿਵੇਂ ਪੜ੍ਹਾਉਣਾ ਸ਼ੁਰੂ ਕਰਦੇ ਹਾਂ, ਅਸੀਂ ਉਹਨੂੰ ਪੜ੍ਹਨਾ ਹੀ ਸਿਖਾਉਂਦੇ ਹਾਂ, ABC, ਹੈ ਨਾ। ਮੈਨੂੰ ਲੱਗਦਾ ਹੁੰਦਾ ਹੈ ਕਿ ਪੜ੍ਹਨ ਤੋਂ ਪਹਿਲਾਂ ਔਰ ਲਿਸਨਿੰਗ ਤੋਂ ਰਾਈਟਿੰਗ ਤੋਂ ਪਹਿਲਾਂ ਸਾਨੂੰ ਬੱਚੇ ਨੂੰ ਸੁਣਨਾ ਇੰਪੋਰਟੈਂਟ ਹੈ। ਹਾਂ, ਉਹਨੂੰ ਸਮਝ ਤਾਂ ਆਵੇ ਕਿ ਉਹਨੇ ਬੋਲਣਾ ਕੀ ਹੈ, ਉਹਨੇ ਪੜ੍ਹਨਾ ਕੀ ਹੈ। ਔਰ ਇੱਕ ਮਤਲਬ ਬਹੁਤ ਇੱਕ ਨੋਰਮਲ ਜਿਹਾ ਪ੍ਰੋਸੈਸ ਹੈ, ਜਿਹੜੀ ਚੀਜ਼ ਨੂੰ ਅਸੀਂ ਦੇਖ ਲੈਂਦੇ ਹਾਂ, ਜਿਹੜੀ ਚੀਜ਼ ਨੂੰ ਅਸੀਂ ਸੁਣ ਲੈਂਦੇ ਹਾਂ, ਉਹ ਸਾਨੂੰ ਛੇਤੀ ਯਾਦ ਹੋ ਜਾਂਦੀ ਹੈ। ਸਾਨੂੰ ਦੇਖੀ ਸੁਣੀ ਚੀਜ਼ ਭੁੱਲਦੀ ਨਹੀਂ, ਹੈ ਨਾ। ਆਡੀਓ ਵੀਡੀਓ ਏਡਸ ਅੱਜ ਕੱਲ੍ਹ ਜ਼ਿਆਦਾ ਆਪਾਂ ਯੂਜ਼ ਕਰਦੇ ਹਾਂ। ਸੋ ਮੇਨ ਇੰਪੋਰਟੈਂਟ ਥਿੰਗ ਹੈ ਕਿ ਬੱਚੇ ਨੂੰ ਪਹਿਲਾਂ ਅਸੀਂ ਸੁਣਨ ਲਾਈਏ, ਉਹ ਦੇਖੇ, ਉਸ ਚੀਜ਼ ਨੂੰ ਸਮਝੇ, ਹੈ ਨਾ। ਜਦੋਂ ਦੇਖ ਲੂਗਾ, ਸਮਝ ਲੂਗਾ, ਫਿਰ ਉਹ ਬੋਲ ਵੀ ਲਊਗਾ। ਅਸੀਂ ਸਭ ਤੋਂ ਪਹਿਲਾਂ ਸੁਣਦੇ ਹਾਂ, ਅਸੀਂ ਵੈਸੇ ਵੀ ਬਿਲਕੁਲ ਮੂੰਹ ਚੋਂ ਨਿਕਲ ਜਾਂਦਾ। ਆਪਾਂ ਜਦੋਂ ਇੱਕ ਛੋਟੇ ਬੱਚੇ ਦੀ ਗੱਲ ਕਰੀਏ, ਜਿਹੜਾ ਇੱਕ ਨਵਾਂ ਜੰਮਿਆ ਬੱਚਾ, ਉਹ ਸਭ ਤੋਂ ਪਹਿਲਾਂ ਸੁਣਦਾ ਹੀ ਹੈ ਨਾ, ਫਿਰ ਬੋਲਦਾ ਹੈ, ਫਿਰ ਉਹ ਲਿਖਣਾ ਪੜ੍ਹਨਾ ਸ਼ੁਰੂ ਕਰਦਾ, ਫਿਰ ਲਿਖਣਾ ਸ਼ੁਰੂ ਕਰਦਾ। ਅਸੀਂ ਨੋਰਮਲੀ ਕੀ ਕਰਦੇ ਹਾਂ, ਅਸੀਂ ਪਹਿਲਾਂ ਕਹਿੰਦੇ ਹਾਂ ਭਾਈ ਤੂੰ ਰੀਡਿੰਗ ਕਰ ਲੈ, ਫਿਰ ਤੂੰ ਲਿਖ ਲੈ, ਹੈ ਨਾ। ਜਦੋਂ ਲਿਖਾ ਲਿਆ, ਪੜ੍ਹਾ ਲਿਆ, ਲਿਖਾ ਲਿਆ, ਅਸੀਂ ਫਿਰ ਕਹਿੰਦੇ ਹਾਂ ਹੁਣ ਤੂੰ ਸੁਣ ਲੈ, ਹੈ ਨਾ। ਫਿਰ ਅਸੀਂ ਕਹਿੰਦੇ ਹੁਣ ਤੂੰ ਬੋਲ, ਉਹਦੇ ਤੱਕ ਹੀ ਰਹਿ ਜਾਂਦਾ। ਹਾਂ, ਔਰ ਉਹ 'ਚ ਗ੍ਰਾਮਰ 'ਚ ਫਸ ਜਾਂਦਾ ਹੈ ਨਾ। ਸੋ ਮੇਨਲੀ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਬੱਚੇ ਦੀ ਲਿਸਨਿੰਗ ਸਕਿੱਲਸ ਡਿਵੈਲਪ ਹੋਣ, ਫਿਰ ਉਹਦੀਆਂ ਸਪੋਕਨ ਸਕਿੱਲਸ ਡਿਵੈਲਪ ਹੋਣ, ਫਿਰ ਰੀਡਿੰਗ ਔਰ ਫਿਰ ਰਾਈਟਿੰਗ, ਅੰਤ ਦੇ ਵਿੱਚ ਰਾਈਟਿੰਗ। ਬਿਲਕੁਲ ਸਾਨੂੰ ਜ਼ਿਆਦਾ ਤਾਂ ਜ਼ਰੂਰਤ ਬੋਲਣ ਦੀ ਔਰ ਉਹਦੀ, ਨਾ, ਬੋਲਾਂਗੇ ਅਸੀਂ ਤਾਂ ਜਦੋਂ ਸੁਣਾਂਗੇ, ਜਦੋਂ ਅਸੀਂ ਸਿੱਖਾਂਗੇ। ਸੋ ਮੈਨੂੰ ਲੱਗਦਾ ਸੁਣ ਕੇ ਬੰਦਾ ਜ਼ਿਆਦਾ ਵਧੀਆ ਸਿੱਖ ਜਾਂਦਾ। ਹੁਣ ਮਾਪੇ ਜਿਹੜੇ ਦੇਖ ਰਹੇ ਨੇ ਤੁਹਾਨੂੰ, ਉਹ ਇਹ ਜ਼ਰੂਰ ਉਹਨਾਂ ਦੇ ਮਨ ਦੇ ਵਿੱਚ ਸਵਾਲ ਹੋਏਗਾ ਕਿ ਸੁਣਨਾ ਕਿਵੇਂ ਸ਼ੁਰੂ ਕਰਵਾਈਏ ਬੱਚਿਆਂ ਨੂੰ, ਕੀ ਚੀਜ਼ਾਂ ਦਈਏ ਜਿਹੜੀਆਂ ਉਹ ਸੁਣਨ। ਕੋਈ ਫਿਲਮਾਂ ਦਿਖਾਈਆ ਕਰੀਏ, ਜਾਂ ਫਿਰ ਇੰਗਲਿਸ਼ ਲਿਟਰੇਚਰ ਦੀਆਂ ਕੁਝ ਐਸੀਆਂ ਆਪਣੇ ਕੋਲ ਆਡੀਓ ਕਲਿੱਪਸ ਹੈਗੇ ਨੇ ਜਿਹੜੇ ਬੱਚਿਆਂ ਨੂੰ ਦਿਆ ਕਰੀਏ ਵੀ ਉਹ ਸੁਣਨ। ਕਿੱਥੋਂ ਲਿਆਈਏ ਇਹੋ ਜਿਹਾ ਲਿਟਰੇਚਰ, ਜਿਹੜਾ ਆਡੀਓਜ਼ ਜਿਹੜੀਆਂ ਬੱਚਿਆਂ ਨੂੰ ਦਈਏ, ਇਹ ਕਿੱਥੋਂ ਮਿਲਦੀਆਂ ਨੇ? ਵੈਸੇ ਅੱਜ ਕੱਲ੍ਹ ਦੇ ਬੱਚੇ ਕਾਫੀ ਜ਼ਿਆਦਾ TV 'ਤੇ ਡਿਪੈਂਡੈਂਟ ਹੋਏ ਆ, ਸਪੈਸੀਫਿਕਲੀ ਬਿਕੋਜ਼ ਆਫ ਕੋਵਿਡ ਐਂਡ ਸਟੇਇੰਗ ਐਟ ਹੋਮ, ਰਾਈਟ। ਸੋ ਮੈਨੂੰ ਲੱਗਦਾ ਕਿ ਅਸੀਂ ਬੱਚਿਆਂ ਨੂੰ ਨਾ, ਜਿਹੜੇ ਛੋਟੇ ਬੱਚੇ, ਬਹੁਤ ਛੋਟੇ ਬੱਚਿਆਂ ਦੀ ਜੇ ਗੱਲ ਕਰੀਏ, ਅਸੀਂ ਉਹਨਾਂ ਨੂੰ ਰਾਈਮਸ ਨੋਰਮਲੀ ਆਪਾਂ ਸ਼ੁਰੂ ਵੀ ਇੱਥੇ ਹੀ ਕਰਦੇ ਹਾਂ ਨਾ, ਟਵਿੰਕਲ ਟਵਿੰਕਲ ਲਿਟਲ ਸਟਾਰ ਤੋਂ। ਅਤੇ ਜੇ ਅਸੀਂ ਬੱਚਿਆਂ ਨੂੰ ਰਾਈਮ ਸੁਣਾਉਂਦੇ ਹਾਂ, ਜਿਹੜੇ ਥੋੜ੍ਹੇ ਵੱਡੇ ਬੱਚੇ ਨੇ ਉਹਨਾਂ ਨੂੰ ਅਸੀਂ ਡਿਸਕਵਰੀ ਚੈਨਲ ਜਾਂ ਨੈਸ਼ਨਲ ਜਿਓਗ੍ਰਾਫਿਕ ਜਾਂ ਜਿੰਨੇ ਵੀ ਇਸ ਤਰ੍ਹਾਂ ਦੇ ਚੈਨਲਸ ਨੇ, ਹੈ ਨਾ, ਇੰਸਟੇਡ ਕਿ ਬੱਚਾ ਸਾਰਾ ਦਿਨ ਬੈਠਾ ਸੌਂਗ ਸੁਣ ਰਿਹਾ ਜਾਂ ਸਾਰਾ ਦਿਨ ਬੈਠਾ ਸੀਰੀਅਲਸ ਦੇਖ ਰਿਹਾ, ਅਸੀਂ ਇਸ ਤਰ੍ਹਾਂ ਦੇ ਜਿਹੜੇ ਚੈਨਲਸ ਨੇ, ਨੰਬਰ 1 ਦੇ ਵਿਲ ਪ੍ਰੋਵਾਈਡ ਨੌਲੇਜ, ਹੈ ਨਾ, ਵੀ ਉਹਨਾਂ ਨੂੰ ਨਵੀਆਂ ਨਵੀਆਂ ਚੀਜ਼ਾਂ ਪਤਾ ਚੱਲਦੀਆਂ ਨੇ। ਦੂਜੀ ਗੱਲ, ਉਹਨਾਂ ਦੀ ਜਿਹੜੀ ਇੰਗਲਿਸ਼ ਲੈਂਗੁਏਜ ਹੈ, ਉਹ ਜਦੋਂ ਬੱਚਾ ਸੁਣੂਗਾ, ਇੱਕ ਵਾਰੀ ਨਹੀਂ ਸਮਝ ਆਊਗਾ, 2 ਵਾਰੀ ਨਹੀਂ ਆਊਗਾ, ਬੱਚੇ ਬਹੁਤ ਛੇਤੀ ਗ੍ਰਾਸਪ ਕਰ ਲੈਂਦੇ ਆ। ਕਾਰਟੂਨਸ ਦੇਖ, ਪਰ ਨਾ ਕਾਰਟੂਨਸ ਦੀ ਪ੍ਰੋਬਲਮ ਕੀ ਹੈ ਕਿ ਠੀਕ ਹੈ, ਕਾਰਟੂਨਸ ਤੋਂ ਬੱਚੇ ਸਿੱਖ ਲੈਂਦੇ ਆ, ਬਟ ਉਹਨਾਂ ਦੀ ਲੈਂਗੁਏਜ ਇਜ਼ ਕੁਆਇਟ ਡਿਫਰੈਂਟ, ਹੈ ਨਾ, ਵੀ ਉਹ ਲੈਂਗੁਏਜ ਨਹੀਂ ਹੁੰਦੀ ਵੀ ਜਿਹੜੀ ਆਪਾਂ ਐਕਸਪੈਕਟ ਕਰਦੇ ਹਾਂ। ਹਾਂ, ਕਾਰਟੂਨ ਸੁਣ ਕੇ ਬੱਚੇ ਓਬਵੀਅਸਲੀ ਥੋੜ੍ਹਾ ਛੇਤੀ, ਕਿਉਂਕਿ ਉਹਨਾਂ ਨੇ ਜੋ ਕੁਛ ਉਹ ਕਰ ਰਹੇ ਆ ਕਾਰਟੂਨਸ ਦੇ ਵਿੱਚ, ਉਹੀ ਚੀਜ਼ ਉਹਨੂੰ ਫੋਲੋ ਕਰ ਰਹੇ ਆ ਨਾ, ਉਹਨਾਂ ਦੇ ਐਕਸ਼ਨ ਔਰ ਵਰਡ ਸੇਮ ਹੁੰਦੇ ਆ। ਸੋ ਹਾਂ, ਛੋਟੇ ਬੱਚੇ ਓਬਵੀਅਸਲੀ ਕਾਰਟੂਨ ਦੇਖ ਸਕਦੇ ਆ, ਬਟ ਅੱਜ ਕੱਲ੍ਹ ਦੇ ਜਿਹੇ ਕਾਰਟੂਨ ਆਉਂਦੇ ਆ, ਸੌਰੀ ਟੂ ਸੇ, ਮੈਨੂੰ ਲੱਗਦਾ ਬੱਚਿਆਂ ਨੂੰ ਨਾ ਗਲਤ ਚੀਜ਼ਾਂ ਜ਼ਿਆਦਾ ਸਿਖਾ ਦਿੰਦੇ ਆ, ਬੀਇੰਗ ਅ ਰੂਡ, ਹੈ ਨਾ, ਜ਼ਿਆਦਾ ਸਿਖਾ ਦਿੰਦੇ। ਸੋ ਮੈਂ ਬੇਸਿਕਲੀ ਕਾਰਟੂਨਸ ਦੇ ਹੱਕ 'ਚ ਨਹੀਂ ਹਾਂ, ਕਿਉਂਕਿ ਬੱਚੇ ਨੂੰ ਰੂਡ ਬੋਲਣਾ ਸਿਖਾ ਰਹੇ ਹੈ ਨਾ। ਜਿੰਨੇ ਆਪਣੇ ਐਡਵਰਟਾਈਜ਼ਮੈਂਟਸ ਨੇ ਜਾਂ ਕਾਰਟੂਨਸ ਨੇ, ਉਹ ਬੇਸਿਕਲੀ ਬੱਚਿਆਂ ਨੂੰ ਰੂਡ ਕਰ ਰਹੇ, ਜੋ ਮੈਨੂੰ ਬੇਸਿਕਲੀ ਫੀਲ ਹੁੰਦਾ ਹੈ ਨਾ। ਸੋ ਵਟ ਆਈ ਫੀਲ ਕਿ ਵੀ ਹਾਂ, ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਚੈਨਲਸ ਨੇ, ਨੈਸ਼ਨਲ ਜਿਓਗ੍ਰਾਫਿਕ ਹੋ ਗਿਆ, ਇਹ ਜ਼ਰੂਰੀ ਤਾਂ ਨਹੀਂ ਆਪਾਂ ਨੂੰ ਉਹਨਾਂ ਨੂੰ ਬਹੁਤ ਹੈਵੀ ਸੀਰੀਅਲਸ ਹੀ ਦਿਖਾਣੇ ਹੈ, ਆਪਾਂ ਨੋਰਮਲ ਵੀ ਬੱਚਿਆਂ ਲਈ ਆਉਂਦੇ ਨਾ, TLC ਹੈਗਾ ਜਾਂ ਫੂਡਸ ਐਂਡ ਫਲੇਵਰਸ ਕਰਕੇ ਆਉਂਦਾ, ਜਿਹੜੇ ਬੱਚੇ ਦੇਖਣੇ ਪਸੰਦ ਕਰਨਗੇ, ਹੈ ਨਾ। ਸੋ ਆਪਾਂ ਇਹੋ ਜਿਹੇ ਚੈਨਲਸ ਉਹਨਾਂ ਨੂੰ ਦਿਖਾ ਕੇ ਉਹਦੇ 'ਚ ਲੈਂਗੁਏਜ ਐਕੁਜ਼ੀਸ਼ਨ ਉਹ ਬਹੁਤ ਆਰਾਮ ਨਾਲ ਕਰ ਸਕਦੇ ਹਾਂ। ਜਿਹੜੇ ਸੁਣਨਾ ਚਾਹ ਰਹੇ ਨੇ,
ਤੁਹਾਡੀ ਗੱਲ ਸੁਣੀ, ਬੱਚਾ ਬੈਠ ਗਿਆ, ਉਹਨੇ ਸੁਣਨ, ਹਾਂ ਮੈਂ ਕਰੂੰਗਾ, ਮੈਡਮ ਨੂੰ ਫੋਲੋ ਕਰੂੰਗਾ, ਪਰ ਕੀ ਉਹ ਟੀਵੀ ਲਾ ਕੇ ਬੈਠ ਜੇ ਜਾਂ ਫਿਰ ਉਹ ਕੰਨਾਂ ਦੇ ਵਿੱਚ ਲਗਾ ਕੇ ਹੈੱਡਫੋਨ ਲਗਾ ਕੇ ਉਸ ਨੂੰ ਸੁਣੇ, ਉਹ ਜ਼ਿਆਦਾ ਇਫੈਕਟ ਕਰੇਗਾ? ਕਿ ਕਿੱਦਾਂ ਉਹਨੂੰ ਸੁਣਨਾ ਚਾਹੀਦਾ ਇਸ? ਦੇਖੋ ਹੈੱਡਫੋਨਸ ਨਾਲ ਓਬਵੀਅਸਲੀ ਤੁਹਾਨੂੰ ਕਲੈਰਿਟੀ ਥੋੜੀ ਜ਼ਿਆਦਾ ਆਉਂਦੀ ਹੈ, ਜੋ ਤੁਹਾਡਾ ਫੋਕਸ ਹੋ ਜਾਂਦਾ ਹੈ, ਤੁਹਾਨੂੰ ਆਸੇ-ਪਾਸੇ ਕੋਈ ਹੋਰ ਗੱਲ ਨਹੀਂ ਸੁਣਦੀ। ਲੇਕਿਨ ਅੱਜ ਦੇ ਟਾਈਮ 'ਚ, ਸਪੈਸੀਫਿਕਲੀ ਅੱਜ ਦੇ ਟਾਈਮ 'ਚ, ਜੇ ਅਸੀਂ ਨੋਰਮਲੀ ਟੀਵੀ ਦੇਖਣ ਦੀ ਗੱਲ ਕਰੀਏ ਤਾਂ ਮੈਂ ਹੈੱਡਫੋਨਸ ਨਹੀਂ ਰਿਕਮੈਂਡ ਕਰੂੰਗੀ, ਹੈ ਨਾ, ਕਿਉਂਕਿ ਹੈੱਡਫੋਨਸ ਦਾ ਇੰਨਾ ਮਾੜਾ ਇਫੈਕਟ ਪੈ ਰਿਹਾ ਬੱਚਿਆਂ ਦੇ ਉੱਪਰ, ਹੈ ਨਾ। ਉਹ ਕਲਾਸਿਸ ਲਗਾ ਰਹੇ ਹੈ, ਉਹਨਾਂ ਨੇ ਹੈੱਡਫੋਨਸ ਲਾਏ ਹੋਏ ਆ ਕਿਉਂਕਿ ਅਦਰਵਾਈਜ਼ ਟੀਚਰ ਦੀ ਗੱਲ ਸਮਝ ਨਹੀਂ ਆਉਂਦੀ, ਹੈ ਨਾ। ਮੇਰੇ ਆਪਣੇ ਬੱਚੇ ਆ, ਸੋ ਮੈਂ ਉਹਨਾਂ ਨੂੰ ਮਨਾ ਕਰਦੀ ਹਾਂ ਇਸ ਗੱਲ ਲਈ, ਹੈ ਨਾ। ਲਾਊਡ ਕਰ ਲਓ, ਕੋਈ ਗੱਲ ਨਹੀਂ, ਧਿਆਨ ਨਾਲ ਦੇਖ ਲਓ। ਅਸੀਂ ਵੈਸੇ ਵੀ ਤਾਂ ਸੀਰੀਅਲਸ ਵੀ ਤਾਂ ਦੇਖਦੇ ਹਾਂ ਨਾ, ਹੈ ਨਾ। ਤਾਂ ਮਤਲਬ ਮੈਨੂੰ ਲੱਗਦਾ ਹੁੰਦਾ ਹੈ, ਹਾਂ ਜੇ ਤੁਸੀਂ ਲੈਂਗੁਏਜ ਸਿੱਖਣ ਲਈ ਘੰਟਾ ਕੋ ਲਗਾਉਣਾ ਹੈ ਦੈਨ ਯੂ ਕੈਨ ਯੂਜ਼ ਦ ਹੈੱਡਫੋਨਸ, ਹੈ ਨਾ। ਅਦਰਵਾਈਜ਼ ਜੇ ਤੁਸੀਂ ਵੈਸੇ ਕਹੋ ਕਿ ਬੱਚਾ ਸਾਰਾ ਦਿਨ ਟੀਵੀ 'ਤੇ ਬੈਠਾ ਜਾਂ ਸਾਰਾ ਦਿਨ ਹੈੱਡਫੋਨਸ ਲਗਾ ਕੇ ਰੱਖੇ, ਉਹਦੇ ਨਾਲ ਦੋ ਪ੍ਰੋਬਲਮਸ ਹਨ। ਲੈਂਗੁਏਜ ਐਕੁਜ਼ੀਸ਼ਨ ਓਬਵੀਅਸਲੀ ਵਿਲ ਬੀ ਬੈਟਰ, ਬਟ ਉਹਦੇ ਹੈਲਥ ਇਸ਼ੂਜ਼। ਸੈਕਿੰਡ ਥਿੰਗ ਕਿ ਉਹ ਆਪਣੇ ਬਾਕੀ ਆਲੇ ਦੁਆਲੇ ਤੋਂ ਟੁੱਟ ਗਿਆ, ਘੱਟ ਗਿਆ। ਬਿਲਕੁਲ ਅੱਜ ਕੱਲ੍ਹ ਦੀ ਉਹਦੇ 'ਚ ਠੀਕ ਹੈ, ਲੈਂਗੁਏਜ ਐਕੁਜ਼ੀਸ਼ਨ ਇਜ਼ ਇੰਪੋਰਟੈਂਟ, ਬਟ ਸੋਸ਼ਲਾਈਜੇਸ਼ਨ ਇੱਕ ਬਹੁਤ ਵੱਡਾ ਮੁੱਦਾ ਬਣਦਾ ਜਾ ਰਿਹਾ। ਇਹ ਨਹੀਂ ਕਹਿ ਰਿਹਾ ਵੀ ਉਹਨੂੰ ਸਾਰਾ ਦਿਨ ਹੀ ਬੈਠਾ ਰਹੇ, ਲੇਕਿਨ ਜਿੰਨੀ ਦੇਰ, ਹੁਣ ਮੰਨ ਲਓ ਦਿਨ ਦੇ ਵਿੱਚ ਉਹਨੇ 4 ਘੰਟੇ ਪੜ੍ਹਨਾ ਹੈ, ਇੱਕ ਘੰਟਾ ਉਹਨੇ ਸਾਰੀਆਂ ਚੀਜ਼ਾਂ ਨੂੰ ਦੇਣਾ, ਪੜ੍ਹਨਾ, ਆਪਣਾ ਲਿਖਣਾ, ਸੁਣਨਾ ਅਤੇ ਬੋਲਣਾ, ਇੱਕ ਘੰਟਾ ਦੇਣਾ, ਅਤੇ ਅਲੱਗ-ਅਲੱਗ ਟਾਈਮ 'ਤੇ ਦੇਣਾ, ਅੰਤਰਾਲ ਦੇ ਵਿੱਚ ਦੇਣਾ ਹੈਗਾ ਉਹਨਾਂ ਵਿੱਚ, ਤਾਂ ਫਿਰ ਉਹ 1 ਘੰਟਾ ਜੇ ਦੇਣਾ ਤਾਂ ਫਿਰ ਉਹਦੇ ਹੈੱਡਫੋਨ ਸਫੀਸ਼ੀਐਂਟ। ਹਾਂ ਓਬਵੀਅਸਲੀ, ਕਿਉਂਕਿ ਹੈੱਡਫੋਨ ਜ਼ਿਆਦਾ ਇਫੈਕਟ ਕਰਨਗੇ, ਫੋਕਸ ਹੋਏਗਾ, ਸਿਰਫ ਸੁਣੇਗਾ, ਦਿਮਾਗ ਦੇ ਵਿੱਚ ਰਹੇਗੀ ਚੀਜ਼, ਇਫੈਕਟ ਜ਼ਿਆਦਾ ਕਰੇਗੀ। ਬਿਲਕੁਲ ਹਾਂਜੀ। ਜੇ ਹੈੱਡਫੋਨਸ ਨਾਲ ਸੁਣਦੇ ਹੋਏ ਨਾ ਕਿ ਆਸੇ-ਪਾਸੇ ਦੀਆਂ ਚੀਜ਼ਾਂ ਸਾਨੂੰ ਸੁਣ ਹੀ ਨਹੀਂ ਰਹੀਆਂ, ਅਸੀਂ ਕੱਟ ਗਏ, ਅਸੀਂ ਜ਼ਿਆਦਾ ਫੋਕਸ ਹੋ ਗਏ, ਔਰ ਸਾਨੂੰ ਲੈਂਗੁਏਜ ਜੋ ਵੀ ਉਹ ਬੋਲ ਰਿਹਾ ਬੰਦਾ ਉਹ ਵੀ ਓਬਵੀਅਸਲੀ ਜ਼ਿਆਦਾ ਕਲੀਅਰ ਆਉਂਦੀ ਹੈ, ਔਰ ਓਬਵੀਅਸਲੀ ਕਿਤੇ ਨਾ ਕਿਤੇ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਉਹ ਚੀਜ਼ ਸੇਵ ਹੁੰਦੀ ਜਾਂਦੀ ਹੈ। ਬਿਲਕੁਲ ਹਾਂਜੀ ਹਾਂ। ਸੋ ਉਹ ਓਬਵੀਅਸਲੀ ਹੈੱਡਫੋਨਸ ਜ਼ਿਆਦਾ ਇਫੈਕਟਿਵ ਹੋਣਗੇ ਜੇ ਤੁਸੀਂ ਐਜੂਕੇਸ਼ਨਲ ਪਰਪਸ ਲਈ ਲੈਣੇ ਆ। ਹਾਂ ਜੇ ਤੁਸੀਂ ਵੈਸੇ ਅਦਰਵਾਈਜ਼ ਸਾਨੂੰ ਹੈਗਾ ਕਿ ਚਲੋ ਬੱਚਾ ਸਾਰਾ ਦਿਨ ਬੈਠਾ ਦੇਖ ਰਿਹਾ ਫਿਰ ਨਹੀਂ, ਓਬਵੀਅਸਲੀ ਹਾਂ ਐਜੂਕੇਸ਼ਨਲ ਪਰਪਸ ਲਈ ਓਬਵੀਅਸਲੀ ਹੈੱਡਫੋਨਸ ਤਾਂ ਹੈਗੇ ਹੀ ਬੈਟਰ ਹੈ। ਸਿੱਖ ਲਿਆ ਉਹਨੇ, ਸੁਣ ਰਿਹਾ, ਦਿਮਾਗ ਦੇ ਵਿੱਚ ਸਟੋਰ ਹੋ ਰਹੇ ਨੇ, ਵੋਕੈਬਲਰੀ ਸਟਰੋਂਗ ਹੋ ਰਹੀ ਹੈ, ਦੈਨ ਨੈਕਸਟ ਸਟੈਪ ਬੋਲਣਾ ਜਾਂ ਫਿਰ ਲਿਖਣਾ, ਪੜ੍ਹਨਾ ਕਿੱਦਾਂ? ਨਹੀਂ ਆਈ ਥਿੰਕ ਮੈਂ ਜੋ ਆਪਣੇ ਬੱਚਿਆਂ ਨੂੰ, ਆਪਣੇ ਸਟੂਡੈਂਟਸ ਨੂੰ ਇੱਕ ਐਕਟੀਵਿਟੀ ਦੇਣੀ ਹੁੰਦੀ ਆ ਕਿ ਉਹ ਦਿਨ 'ਚ ਇੱਕ ਵਾਰੀ ਸ਼ਾਮ ਨੂੰ, ਚਾਹੇ ਜੋ ਸਾਰਾ ਦਿਨ ਉਹਨਾਂ ਨੇ ਕੀਤਾ, ਕਿਸੇ ਨਾਲ ਗੱਲ ਕਰਨ 'ਚ ਉਹਨਾਂ ਨੂੰ ਸ਼ਰਮ ਆਉਂਦੀ ਹੈ ਇੰਗਲਿਸ਼ 'ਚ, ਉਹ ਆਪਣੇ ਨਾਲ ਤਾਂ ਬੋਲ ਸਕਦੇ ਆ ਨਾ। ਸੋ ਉਹ ਚਾਹੇ ਕਿਸੇ ਦੇ ਸਾਹਮਣੇ ਨਾ ਬੋਲਣ, ਚਾਹੇ ਮਿਰਰ ਦੇ ਸਾਹਮਣੇ ਖੜੇ ਹੋ ਕੇ ਬੋਲਣ ਨਾ, ਸਹੀ ਜਦੋਂ ਸੌਣ ਲੱਗਿਆ ਆਈਜ਼ ਕਲੋਜ਼ ਹੋ ਗਈਆਂ ਉਦੋਂ ਆਪਣੇ ਨਾਲ ਇੰਗਲਿਸ਼ 'ਚ ਗੱਲ ਕਰਨ ਵੀ ਅੱਜ ਦਾ ਦਿਨ ਮੈਂ ਆਹ ਕੰਮ ਕੀਤਾ ਸੀ, ਹੈ ਨਾ। ਸੋ ਉੱਥੇ ਉਹਨੂੰ ਕੋਈ ਸ਼ਰਮ ਨਹੀਂ ਹੋਊਗੀ, ਉਸ ਚੀਜ਼ ਨੂੰ ਇੰਜੋਏ ਵੀ ਕਰੂਗਾ। ਸੈਕਿੰਡ ਇੱਕ ਉਹਦੀ ਮੈਮੋਰੀ ਤੇਜ਼ ਹੋਊਗੀ, ਹੈ ਨਾ। ਔਰ ਓਬਵੀਅਸਲੀ ਜਿੰਨੀਆਂ ਚੀਜ਼ਾਂ ਸਿੱਖੀਆਂ ਹੋਣਗੀਆਂ, ਜਦੋਂ ਅਸੀਂ ਖੁਦ ਨਾਲ ਗੱਲ ਕਰਦੇ ਨਾ ਅਸੀਂ ਬਹੁਤ ਖੁੱਲ੍ਹ ਕੇ ਗੱਲ ਕਰਦੇ ਹਾਂ, ਹੈ ਨਾ। ਸੋ ਉਹ ਜਿਹੜੇ ਬੱਚੇ ਨੇ ਉਸ ਵੇਲੇ ਓਬਵੀਅਸਲੀ ਇੰਗਲਿਸ਼ ਦਾ ਜਿਹੜਾ ਯੂਜ਼ ਹੋਊਗਾ ਤਾਂ ਉਹ ਜ਼ਿਆਦਾ ਬੈਟਰ ਕਰ ਸਕਦੇ ਆ। ਸੋ ਮੈਨੂੰ ਲੱਗਦਾ ਹੁੰਦਾ ਸੈਕਿੰਡ ਸਟੈਪ ਬੋਲਣਾ ਜ਼ਿਆਦਾ ਜ਼ਰੂਰੀ ਹੈ, ਇਨਸਟੈਡ ਕਿ ਅਸੀਂ ਉਹਨੂੰ ਲਿਖਣਾ ਸ਼ੁਰੂ ਕਰੀਏ ਜਾਂ ਉਹਨੂੰ ਪੜ੍ਹਨਾ ਸ਼ੁਰੂ ਕਰੀਏ, ਹੈ ਨਾ। ਇੱਕ ਜਨਰਲ ਕਲੋਕੀਅਲ ਲੈਂਗੁਏਜ ਜਿਹੜੀ ਆ ਐਟਲੀਸਟ ਬੱਚਾ ਉਹ ਸਿੱਖ ਜਾਂਦਾ ਹੈ ਨਾ, ਬੋਲ ਚਾਲ ਦੀ ਜਿਹੜੀ ਇੰਗਲਿਸ਼ ਹੈ ਅਸੀਂ, ਹੈ ਨਾ। ਸੋ ਜ਼ਿਆਦਾ ਵਧੀਆ ਸਿੱਖ ਜਾਂਦਾ ਹੈ, ਔਰ ਇਹਦਾ ਬਹੁਤ ਵਧੀਆ ਇਫੈਕਟ ਵੀ ਪਿਆ ਸਟੂਡੈਂਟਸ 'ਤੇ। ਇੱਕ ਚੀਜ਼ ਇਹ ਦੱਸੋ ਕਿ ਜਿਸ ਤਰ੍ਹਾਂ ਬੱਚਾ ਬੋਲ ਰਿਹਾ, ਉਹਨੂੰ ਹੈਜ਼ੀਟੇਸ਼ਨ ਹੈ, ਕਿਸੇ ਦੇ ਨਾਲ ਸਾਹਮਣੇ ਗੱਲ ਨਹੀਂ ਕਰ ਸਕ ਰਿਹਾ, ਆਪਣੇ ਨਾਲ ਦੇ ਸਾਹਮਣੇ ਗੱਲ ਕਰੇਗਾ, ਜੇ ਉਹ ਤੁਹਾਡੇ ਤੋਂ ਜ਼ਿਆਦਾ ਇੰਟੈਲੀਜੈਂਟ ਹੈ ਤਾਂ ਉਹ ਤੁਹਾਡੇ 'ਤੇ ਹੱਸੇਗਾ, ਤੁਹਾਨੂੰ ਬੇਇੱਜ਼ਤੀ ਫੀਲ ਹੋਏਗੀ। ਕੀ ਉਹ ਆਪਣਾ ਸਾਰਾ ਕੁਝ ਜੋ ਕੁਝ ਉਹ ਐਕਸਪ੍ਰੈਸ ਕਰਨਾ ਚਾਹ ਰਿਹਾ ਉਹਨੂੰ ਬੋਲ ਕੇ ਰਿਕਾਰਡ ਕਰ ਸਕਦਾ, ਰਿਕਾਰਡ ਕਰਕੇ ਜਿਹੜਾ ਤੁਹਾਡਾ ਟੀਚਰ ਹੈ ਉਹਨੂੰ ਸੁਣਾ ਸਕਦਾ ਵੀ ਮੈਂ ਬੋਲਿਆ ਸੀ, ਮੈਨੂੰ ਤੁਸੀਂ ਕਰੈਕਟ ਕਰਦੇ, ਕੀ ਇਹ ਸਹੀ ਰਹੇਗਾ? ਬਿਲਕੁਲ ਬਿਲਕੁਲ ਸਰ, ਅਸੀਂ ਲੈਂਗੁਏਜ ਲੈਬ ਦੇ ਵਿੱਚ ਬੇਸਿਕਲੀ ਇਹ ਐਕਟੀਵਿਟੀ ਕਰਵਾਉਂਦੇ ਹਾਂ, ਠੀਕ ਹੈ। ਸੋ ਬੱਚਾ ਆਪਣਾ ਰਿਕਾਰਡ ਕਰਦਾ ਹੈ ਹੈਂਡੀਕੈਮ ਦੇ ਉੱਪਰ, ਔਰ ਫਿਰ ਉਸ ਤੋਂ ਬਾਅਦ ਉਹ ਅਸੀਂ ਟੀਚਰਸ ਪਹਿਲਾਂ ਦੇਖਦੇ ਨੇ, ਉਹਦੀਆਂ ਕਰੈਕਸ਼ਨਸ ਬੱਚੇ ਨੂੰ ਭੇਜਦੇ ਹਾਂ, ਬੱਚਾ ਦੁਬਾਰਾ ਰਿਕਾਰਡ ਕਰਕੇ ਭੇਜਦਾ ਹੈ। ਐਂਡ ਵੈਨ ਵੀ ਫੀਲ ਕਿ ਹਾਂ ਜੀ ਹੁਣ ਇਹ ਬੱਚਾ ਮਤਲਬ ਇਸ ਲਾਈਕ ਹੈ ਕਿ ਉਹਨੂੰ ਅਸੀਂ ਪ੍ਰੈਜ਼ੈਂਟ ਕਰੀਏ, ਹੈ ਨਾ, ਫਿਰ ਉਹਨੂੰ ਅਸੀਂ PPT ਦੇ ਥਰੂ ਜਾਂ ਉਹਦੇ ਥਰੂ ਅਸੀਂ ਪ੍ਰੋਜੈਕਟ ਵੀ ਕਰਦੇ ਹਾਂ, ਪ੍ਰੋਜੈਕਟਰ ਦੇ ਥਰੂ, ਔਰ ਸਾਰੀ ਕਲਾਸ ਨੂੰ ਦਿਖਾਈਦਾ। ਪਤਾ ਹੁੰਦਾ ਕਿੱਥੇ ਬੱਚੇ ਦੀ ਬਹੁਤ ਸਾਰੀਆਂ ਗਲਤੀਆਂ ਹੈਗੀਆਂ, ਹਜੇ ਵੀ ਬੱਚਾ ਵੀ ਆਪਾਂ ਕਿਤੇ ਨਾ ਕਿਤੇ ਗਲਤ ਕੁਝ ਬੋਲ ਗਿਆ, ਬਟ ਉਸ ਵੇਲੇ ਜਦੋਂ ਉਸ ਬੱਚੇ ਲਈ ਇੱਕ ਕਲੈਪਿੰਗ ਹੋ ਗਈ ਜਾਂ ਟੀਚਰ ਉਹਨੂੰ ਐਪਰੀਸ਼ੀਏਟ ਕਰਦਾ, ਉਹਦਾ ਕੌਨਫੀਡੈਂਸ ਲੈਵਲ ਬੂਸਟ ਹੋ ਜਾਂਦਾ, ਹੈ ਨਾ। ਸੋ ਇਸ ਤਰ੍ਹਾਂ ਇਸ ਐਕਟੀਵਿਟੀ ਦੇ ਨਾਲ ਕਿ ਉਹ ਖੁਦ ਨੂੰ ਰਿਕਾਰਡ ਕਰੇ, ਖੁਦ ਨੂੰ ਸੁਣੇ, ਖੁਦ ਨੂੰ ਕਰੈਕਟ ਕਰੇ, ਫਿਰ ਟੀਚਰ ਉਹਨੂੰ ਕਰੈਕਟ ਕਰਕੇ ਭੇਜਦਾ ਹੈ। ਔਰ ਇਸ ਸਭ ਦੇ ਵਿੱਚ ਬਹੁਤ ਜਿਹੜਾ ਇੰਪੋਰਟੈਂਟ ਚੀਜ਼ ਹੈ ਉਹ ਹੈ ਪੋਜ਼ੀਟਿਵ ਐਟੀਟਿਊਡ ਟੀਚਰ ਦਾ ਬੇਸਿਕਲੀ, ਹੈ ਨਾ। ਔਰ ਜਦੋਂ ਉਹ ਸਾਰਾ ਕੁਝ ਹੋ ਕੇ ਇੱਕ ਫਾਈਨਲ ਜਿਹੜੀ ਉਹਦੀ ਵੀਡੀਓ ਹੈ ਉਹ ਜਦੋਂ ਅਸੀਂ ਪ੍ਰੋਜੈਕਟਰ ਦੇ ਥਰੂ ਪ੍ਰੋਜੈਕਟ ਕਰਕੇ ਸਾਰੀ ਕਲਾਸ ਨੂੰ ਦਿਖਾ ਰਹੇ ਹਾਂ ਔਰ ਐਪਰੀਸ਼ੀਏਟ ਕਰ ਰਹੇ ਹਾਂ, ਤਾਂ ਓਬਵੀਅਸਲੀ ਬੱਚੇ ਨੂੰ ਉਹ ਚੀਜ਼ ਬਹੁਤ ਅੱਛੀ ਲੱਗਦੀ ਹੈ, ਔਰ ਉਹ 'ਚ ਇੱਕ ਕੌਨਫੀਡੈਂਸ ਆ ਜਾਂਦਾ, ਫਿਰ ਉਹ ਝਿਜਕਦਾ ਨਹੀਂ ਹੈ ਨਾ। ਸੋ ਫਿਰ ਉਹ ਬੋਲਦਾ ਹੈ। ਅੱਛਾ, ਅਤੇ ਬੋਲਣਾ ਵੀ ਉਹਨੇ ਸਿੱਖ ਲਿਆ, ਸੁਣਨਾ ਵੀ ਸਿੱਖ ਲਿਆ, ਅਗਲਾ ਸਟੈਪ ਜਿਹੜਾ ਹੈਗਾ ਫਿਰ ਉਹ ਲਿਖਣ 'ਤੇ ਆਵੇ ਜਾਂ ਪੜ੍ਹਨ 'ਤੇ ਆਵੇ? ਪਹਿਲਾਂ ਰੀਡਿੰਗ,
ਰਾਈਟ, ਕਿਉਂਕਿ ਰੀਡਿੰਗ ਇੰਪੋਰਟੈਂਟ ਹੈ। ਤੁਹਾਨੂੰ ਤੁਸੀਂ ਲਿਖਣਾ ਕਿਵੇਂ ਹੈ ਨਾ, ਵੀ ਸੈਂਟੈਂਸ ਸਟਰਕਚਰ ਐਕਚੁਅਲ ਮਤਲਬ ਕਿਵੇਂ ਸਾਡੀ ਗੱਲ ਨੂੰ ਕਮਿਊਨੀਕੇਟ, ਵਰਡਸ ਕਿਵੇਂ ਬਿਨਾਂ ਬੋਲੇ ਕਿਵੇਂ ਕਮਿਊਨੀਕੇਟ ਕਰਦੇ ਆ, ਉਹ ਸਿੱਖਣ ਲਈ ਜ਼ਰੂਰੀ ਹੈ ਕਿ ਰੀਡ ਕਰੇ, ਹੈ ਨਾ। ਜਦੋਂ ਅਸੀਂ ਨਾਵਲਸ, ਛੋਟੀ ਛੋਟੀ ਸ਼ਾਰਟ ਸਟੋਰੀਜ਼ ਹੋ ਗਈਆਂ ਜਾਂ ਨਾਵਲਸ ਬੱਚਿਆਂ ਨੂੰ ਪ੍ਰਿਸਕ੍ਰਾਈਬ ਕਰਦੇ ਹਾਂ ਵੀ ਤੁਸੀਂ ਇਹ ਨਾਵਲ ਪੜ੍ਹ ਕੇ ਆਉਣਾ, ਇਹਦੇ 'ਤੇ ਆਪਣੇ ਵਿਊਜ਼ ਦੇਣੇ ਆ। ਸੋ ਜਦੋਂ ਪੜ੍ਹਦਾ ਹੈ ਤਾਂ ਉਹਨੂੰ ਇਹ ਚੀਜ਼ ਪਤਾ ਚੱਲਦੀ ਹੈ ਵੀ ਲਿਖਣਾ ਹੈਗਾ ਕਿਵੇਂ ਹੈ ਨਾ ਵੀ। ਔਰ ਹਰੇਕ ਰਾਈਟਰ ਦਾ ਲਿਖਣ ਦਾ ਤਰੀਕਾ ਡਿਫਰੈਂਟ ਹੁੰਦਾ ਹੈ, ਹਰੇਕ ਦੀ ਵੋਕੈਬਲਰੀ ਡਿਫਰੈਂਟ ਹੁੰਦੀ ਹੈ। ਹੁਣ ਉਸ ਵਰਡ ਦਾ ਮਤਲਬ ਕੀ ਸੀ, ਉਹਨੇ ਕਿਉਂ ਯੂਜ਼ ਕੀਤਾ ਉੱਥੇ, ਓਬਵੀਅਸਲੀ ਯੂਜ਼ ਆਫ ਡਿਕਸ਼ਨਰੀ ਇਜ਼ ਇੰਪੋਰਟੈਂਟ। ਤਾਂ ਜਦੋਂ ਡਿਕਸ਼ਨਰੀ ਨੂੰ ਯੂਜ਼ ਕਰਦਾ ਹੈ, ਪੜ੍ਹ ਕੇ ਨਵੇਂ ਵਰਡਸ ਨੂੰ ਸਿੱਖਦਾ ਹੈ, ਫਿਰ ਜਦੋਂ ਲਿਖੂਗਾ ਨਾ ਤਾਂ ਉਹਦੀ ਰਾਈਟਿੰਗ ਜ਼ਿਆਦਾ ਪੋਲਿਸ਼ਡ ਹੋਗੀ, ਹੈ ਨਾ। ਸੋ ਜ਼ਿਆਦਾ ਵਧੀਆ ਉਹ ਲਿਖ ਸਕੇਗਾ, ਖੁਦ ਨੂੰ ਕਮਿਊਨੀਕੇਟ ਜ਼ਿਆਦਾ ਬੈਟਰ ਕਰ ਸਕੇਗਾ। ਸੋ ਆਈ ਥਿੰਕ ਪਹਿਲਾਂ ਰੀਡਿੰਗ ਐਂਡ ਦੈਨ ਹੀ ਸ਼ੁੱਡ ਸਟਾਰਟ ਰਾਈਟਿੰਗ। ਚਾਹੇ ਪਹਿਲਾਂ ਕਾਪੀ ਕਰ ਲੇ, ਹੌਲੀ ਹੌਲੀ ਉਹ ਜਿਹੀ ਹੀ ਰਾਈਟਿੰਗ ਲਿਖੇ, ਹੌਲੀ ਹੌਲੀ ਉਹਦੀ ਡਿਵੈਲਪ ਹੋ ਜਾਣਗੀਆਂ ਰਾਈਟਿੰਗ ਸਕਿੱਲਸ, ਹੈ ਨਾ। ਫਿਰ ਉਹ ਲਿਖਣਾ ਵੀ ਆਪਣੇ ਆਪ ਹੀ ਸ਼ੁਰੂ ਕਰ ਲੈਂਦਾ। ਰੀਡਿੰਗ ਦੀ ਗੱਲ ਕੀਤੀ ਹੈ, ਰੀਡਿੰਗ ਉਹ ਆਪਣੇ ਮਨ 'ਚ ਕਰੇ ਜਾਂ ਉੱਚੀ ਉੱਚੀ ਬੋਲ ਕੇ ਪੜ੍ਹੇ। ਜੇ ਉੱਚੀ ਉੱਚੀ ਬੋਲ ਕੇ ਕਰੇ ਤਾਂ ਉਹਦਾ ਉਹਨੂੰ ਕੀ ਬੈਨੀਫਿਟ ਹੋਏਗਾ, ਮਨ ਦੇ ਵਿੱਚ ਪੜੇਗਾ ਤਾਂ ਕੀ ਉਹਦਾ ਇਫੈਕਟ ਪੜੇਗਾ। ਜਦੋਂ ਮਨ ਵਿੱਚ ਪੜ੍ਹੇਗਾ ਤਾਂ ਓਬਵੀਅਸਲੀ ਉਹਦਾ ਫੋਕਸ ਜ਼ਿਆਦਾ ਹੈ ਨਾ, ਉਹ ਇੱਕ ਡਿਫਰੈਂਟ ਵਰਲਡ ਵਿੱਚ ਪਹੁੰਚ ਜਾਂਦਾ। ਸਪੈਸੀਫਿਕਲੀ ਜਦੋਂ ਆਪਾਂ ਸ਼ਾਰਟ ਸਟੋਰੀਜ਼ ਜਾਂ ਨਾਵਲਸ ਪੜ੍ਹਦੇ ਹਾਂ, ਜਦੋਂ ਆਪਾਂ ਪੜ੍ਹ ਰਹੇ ਹੁੰਦੇ ਹਾਂ ਚੀਜ਼ ਨੂੰ, ਤਾਂ ਅਸੀਂ ਆਪਣੇ ਆਸੇ ਪਾਸੇ ਨਾ ਇੱਕ ਇਮੈਜਨਰੀ ਵਰਲਡ ਕ੍ਰੀਏਟ ਕਰ ਲੈਂਦੇ ਹਾਂ, ਜਿੱਥੇ ਉਹ ਕਰੈਕਟਰਸ ਘੁੰਮ ਰਹੇ ਨੇ, ਅਸੀਂ ਸਾਈਡ 'ਤੇ ਖੜੇ ਉਸ ਕਰੈਕਟਰ ਨੂੰ ਦੇਖ ਰਹੇ ਹਾਂ, ਹੈ ਨਾ। ਸੋ ਹੌਲੀ ਆਪਣੇ ਨਾਲ ਪੜ੍ਹਨ ਦਾ ਮਤਲਬ ਇਹੀ ਹੁੰਦਾ ਹੈ ਕਿ ਤੁਸੀਂ ਉਸ ਦੁਨੀਆ ਦੇ ਵਿੱਚ ਟਰਾਂਸਪੋਜ਼ ਹੋ ਗਏ, ਰਾਈਟ। ਜਦੋਂ ਉੱਚੀ ਬੋਲ ਕੇ ਪੜ੍ਹਦਾ ਉਹਦਾ ਬੈਨੀਫਿਟ ਉਹਨੂੰ ਹੈ ਕਿ ਉਹਦੀ ਪ੍ਰੋਨੰਸੀਏਸ਼ਨ ਇੰਪਰੂਵ ਹੁੰਦੀ ਹੈ ਨਾ। ਸੋ ਬੋਥ ਵੇਜ਼ ਆਰ ਮਤਲਬ ਨੈਸੈਸਰੀ। ਤਾਂ ਉਹਨੂੰ ਉੱਚੀ ਵੀ ਬੋਲ ਕੇ, ਕਿਉਂਕਿ ਉਹਨੂੰ ਖੁਦ ਨੂੰ ਪਤਾ ਚੱਲ ਰਿਹਾ ਹੁੰਦਾ ਵੀ ਇਹਨੂੰ ਮੈਂ ਵੀ ਆਹ ਚੀਜ਼ ਮੈਨੂੰ ਪ੍ਰੋਨਾਊਂਸ ਨਹੀਂ ਕਰਨੀ ਆਈ, ਹੈ ਨਾ, ਦਿਮਾਗ 'ਚ ਰਹਿ ਜਾਂਦੀ ਹੈ ਬਿਲਕੁਲ। ਸੋ ਉਹਨੂੰ ਜਿਹੜੀ ਚੀਜ਼ ਪ੍ਰੋਨਾਊਂਸ ਨਹੀਂ ਕਰਨੀ ਆਊਗੀ ਉਹ ਪੁੱਛੂਗਾ ਕਿਸੇ ਨੂੰ, ਹੈ ਨਾ, ਜਾਂ ਡਿਕਸ਼ਨਰੀ ਚੱਕ ਕੇ ਦੇਖੇਗਾ ਕਿ ਉਹਦੀ ਪ੍ਰੋਨੰਸੀਏਸ਼ਨ ਕੀ ਹੈਗੀ ਹੈ। ਸੋ ਜੇ ਖੁਦ ਨਾਲ ਪੜ੍ਹ ਰਿਹਾ ਤਾਂ ਓਬਵੀਅਸਲੀ ਉਹ ਉਸਦੇ ਜਿਹੜੇ ਐਸਥੈਟਿਕ ਸੈਂਸ ਹੈ ਉਸ ਰਾਈਟਿੰਗ ਦੇ, ਉਹਨਾਂ ਨੂੰ ਫੀਲ ਕਰ ਰਿਹਾ, ਹੈ ਨਾ। ਲੇਕਿਨ ਜੇ ਉੱਚੀ ਬੋਲ ਕੇ ਦੇਖ ਰਿਹਾ ਤਾਂ ਉਹਦੀ ਪ੍ਰੋਨੰਸੀਏਸ਼ਨ, ਉਹਦੀ ਵੋਕੈਬਲਰੀ, ਉਹਦੇ ਵੇ ਆਫ ਰਾਈਟਿੰਗ ਸਟਾਈਲ, ਉਹ ਸਾਰਾ ਕੁਝ ਆਪਣੇ ਅੰਦਰ ਇਨਹੈਰਿਟ ਕਰ ਰਿਹਾ, ਹੈ ਨਾ। ਹੁਣ ਆਈਏ ਆਪਾਂ ਲਿਖਣ ਦੇ ਵਿੱਚ, ਤੇ ਸਭ ਤੋਂ ਵੱਡਾ ਪੰਗਾ ਪੈਂਦਾ ਸਪੈਲਿੰਗ ਨਹੀਂ ਯਾਦ ਰਹਿੰਦੇ ਵੀ। ਇਹ ਅੱਜ ਕੱਲ੍ਹ ਤਾਂ ਵੈਸੇ ਹੀ ਗੂਗਲ ਨੇ ਮੱਤ ਮਾਰੀ ਹੋਈ ਹੈ ਤੇ ਸੁਜੈਸਟਿਡ ਵਰਡਸ ਜਿਹੜੇ ਸਾਨੂੰ ਸੁਜੈਸਟ ਕਰਕੇ ਦਿੰਦੇ ਨੇ, ਤੇ ਉਹਦੇ 'ਚ ਸਾਡੀ ਮੱਤ ਮਾਰੀ ਜਾਂਦੀ ਹੈ। ਯਾਦ ਹੁੰਦਾ ਵੀ ਇਹ ਇੱਦਾਂ ਲਿਖਣਾ, ਪਰ ਉਹਦੇ 'ਚ ਕਨਫਿਊਜ਼ਨ ਪੈਦਾ ਹੋ ਜਾਂਦੀ ਹੈ ਵੀ ਇਹ ਫਿਰ ਚੰਗਾ ਭਲਾ ਬੰਦਾ, ਪੜ੍ਹਿਆ ਲਿਖਿਆ ਬੰਦਾ ਵੀ ਪੁੱਛ ਲੈਂਦਾ ਵੀ ਇਹ ਆਹੀ ਹੈ ਸਪੈਲਿੰਗ, ਇਹਦੇ ਕਿਵੇਂ ਯਾਦ ਰੱਖੇ, ਸਪੈਲਿੰਗ ਨੂੰ ਕਿਵੇਂ ਯਾਦ ਰੱਖੇ ਤੇ ਤਾਂ ਕਿ ਉਹ ਲਿਖਣ ਦੇ ਵਿੱਚ ਮਾਤ ਨਾ ਖਾਵੇ। ਦੇਖੋ, ਇੱਕ ਜਿਹੜੀ ਚਲੋ ਟੈਕਨੋਲੋਜੀ ਹਮੇਸ਼ਾ ਸਾਨੂੰ ਹੈਲਪ ਆਊਟ ਕਰਨ ਲਈ ਬਣਦੀ ਹੈ, ਸਾਡੇ ਅੱਛੇ ਲਈ ਬਣਦੀ ਹੈ ਨਾ, ਬਟ ਉਹਦੇ ਹਮੇਸ਼ਾ ਬੂਮ ਜੇ ਹੈਗੀ ਹੈ ਤਾਂ ਬੇਨ ਵੀ ਹੈਗੀ ਹੈ। ਫੋਨਸ ਜਿਹੜੇ ਆਲ ਦਾ ਟਾਈਮ ਸਾਡੇ ਹੱਥ 'ਚ ਹੈ ਨਾ, ਅਸੀਂ ਸਾਰੇ ਇੱਕ ਤਰ੍ਹਾਂ ਦੁਨੀਆ ਨੂੰ ਆਪਣੇ ਹੱਥ 'ਚ ਫੜ ਕੇ ਘੁੰਮ ਰਹੇ ਹਾਂ। ਅਸੀਂ ਮੇਲਸ ਇਹਦੇ ਥਰੂ ਕਰ ਰਹੇ ਹਾਂ, ਅਸੀਂ ਮੈਸੇਜਿੰਗ ਇਹਦੇ ਥਰੂ ਕਰ ਰਹੇ ਹਾਂ, ਹੁਣ ਤਾਂ ਨੋਟਸ ਵੀ ਇਹਦੇ 'ਤੇ ਬਣਾ ਰਹੇ ਹਾਂ, ਪੜ੍ਹ ਵੀ ਇਹਦੇ 'ਤੇ ਰਹੇ ਹਾਂ, ਹੈ ਨਾ। ਉਹ 'ਚ ਅਸੀਂ ਸਵਾਈਪ ਕਰ ਰਹੇ ਹਾਂ ਬੇਸਿਕਲੀ। ਨੋਰਮਲੀ ਸਾਰੇ ਫੋਨਸ 'ਚ ਹੁਣ ਸਵਾਈਪ ਦੀ ਆਪਸ਼ਨ ਹੈ। ਜਦੋਂ ਅਸੀਂ ਸਵਾਈਪ ਪਹਿਲਾਂ ਤਾਂ ਟਾਈਪ ਕਰਦੇ ਸੀ, ਚਲੋ ਜੇ ਟਾਈਪ ਹੋ ਗਿਆ ਤਾਂ ਸਹੀ ਹੋ ਜਾਂਦਾ ਸੀ, ਕੁਛ ਅਲਫਾਬੈਟਸ ਤਾਂ ਸਾਨੂੰ ਯਾਦ ਹੁੰਦੇ ਸੀ ਨਾ ਵੀ ਇਹਦੇ 'ਚ ਇਹ ਆਣੇ ਆ। ਹੁਣ ਕੀ ਪ੍ਰੋਬਲਮ ਹੈ ਕਿ ਅਸੀਂ ਸਵਾਈਪ ਕਰਦੇ ਹਾਂ, ਸਾਨੂੰ ਸਿਰਫ ਪਹਿਲਾ ਅਤੇ ਆਖਰੀ ਵਰਡ ਯਾਦ ਹੈ, ਵਿੱਚ ਕੋਈ ਇੱਕ ਅੱਧਾ ਵਰਡ ਯਾਦ ਹੁੰਦਾ, ਬਾਕੀ ਅਸੀਂ ਭੁੱਲਦੇ ਜਾ ਰਹੇ ਹਾਂ, ਹੈ ਨਾ। ਉਹ ਕਿਉਂ ਹੈ? ਕਿਉਂਕਿ ਸਾਡਾ ਮਾਈਂਡ ਨਹੀਂ ਕੰਮ ਕਰ ਰਿਹਾ, ਅਸੀਂ ਮੈਕਨਾਈਜ਼ਡ ਹੋਈ ਜਾਂਦੇ ਹਾਂ, ਹੈ ਨਾ, ਕਿਸੇ ਹੋਰ 'ਤੇ ਡਿਪੈਂਡ ਹੋ ਗਏ। ਪਹਿਲਾਂ ਕੀ ਹੁੰਦਾ ਸੀ, ਸਾਨੂੰ ਟੇਬਲਸ ਯਾਦ ਹੁੰਦੇ ਸੀ, ਹੈ ਨਾ, ਜਦੋਂ ਆਪਾਂ ਨੂੰ ਟੇਬਲਸ ਪੜ੍ਹਾਏ ਜਾਂਦੇ ਸੀ ਕਲਾਸ 'ਚ। ਸਿਮਿਲਰਲੀ ਸਪੈਲਿੰਗਸ ਰਟਾਈਆਂ ਜਾਂਦੀਆਂ ਸੀ, ਹੈ ਨਾ। ਹੁਣ ਉਹ ਚੀਜ਼ਾਂ ਨਹੀਂ ਹੈਗੀਆਂ। ਸੋ ਉਹਦੇ ਨਾਲ ਕੀ ਹੈ ਕਿ ਸਾਨੂੰ ਸਪੈਲਿੰਗਸ ਦਾ ਕੰਸੈਪਟ ਹੀ ਖਤਮ ਹੁੰਦਾ ਜਾ ਰਿਹਾ। ਇੱਕ ਛੋਟੇ ਬੱਚੇ ਨੂੰ ਤੁਸੀਂ ਕੁਝ ਪੁੱਛੋ ਵੀ ਇਹਦੀ ਸਪੈਲਿੰਗ ਕੀ ਹੈ, ਨਰਸਰੀ 1st 2nd 3rd ਤੱਕ ਨੂੰ ਆਉਂਦੀ ਹੋਊਗੀ। ਜਿੱਥੇ ਹੀ ਉਹ ਬੱਚਾ ਲੈਪਟਾਪ 'ਤੇ ਆ ਗਿਆ, ਜਿਵੇਂ 6 7 ਤੋਂ ਬਾਅਦ ਨੋਰਮਲੀ ਸਕੂਲਸ ਨੇ ਹੁਣ ਜਿਹੜੇ ਥੋੜ੍ਹੇ ਅੱਛੇ ਸਕੂਲਸ ਆ, ਅਤੇ 6 7 ਤੋਂ ਬਾਅਦ ਲੈਪਟਾਪ ਸ਼ੁਰੂ ਹੋ ਜਾਂਦੇ ਆ ਨਾ। ਉੱਥੇ ਬੱਚਾ ਟਾਈਪ ਕਰ ਰਿਹਾ, ਉਹ ਆਟੋ ਕਰੈਕਟ ਹੋਈ ਜਾਂਦਾ। ਅੱਛਾ, ਆਟੋ ਕਰੈਕਟ 'ਚ ਕੀ ਪ੍ਰੋਬਲਮ ਹੈ ਕਿ ਆਟੋ ਕਰੈਕਟ 'ਚ ਸਪੈਲਿੰਗ ਗਲਤ ਹੋ ਗਈ, ਹੈ ਨਾ। ਤੁਸੀਂ ਕੁਝ ਹੋਰ ਲਿਖਿਆ, ਉਹਨੇ ਆਟੋ ਕਰੈਕਟ ਕਰਕੇ ਕੁਝ ਹੋਰ ਕਰਤਾ, ਤੁਸੀਂ ਉਹ ਦੇਖਿਆ ਹੀ ਨਹੀਂ, ਮੀਨਿੰਗ ਚੇਂਜ ਹੋ ਗਿਆ, ਹਾਂਜੀ, ਹੈ ਨਾ। ਸੋ ਤੁਸੀਂ ਉਹ ਦੇਖਿਆ ਹੀ ਨਹੀਂ ਕਿ ਉਹ ਚੇਂਜ ਹੋ ਗਿਆ। ਸੋ ਸਾਡੀ ਜਿਹੜੀ ਮਾਈਂਡ ਦੀ ਵਰਕਿੰਗ ਆ ਉਹ ਕਿਤੇ ਨਾ ਕਿਤੇ ਇਫੈਕਟ ਹੋ ਰਹੀ ਹੈ ਵਿਦ ਟੈਕਨੋਲੋਜੀ, ਡਿਪੈਂਡ ਹੋ ਗਏ, ਹਾਂਜੀ। ਦੂਜੀ ਜਿਹੜੀ ਵੱਡੀ ਪ੍ਰੋਬਲਮ ਆ ਰਹੀ ਹੈ, ਜਿਹੜੀ SMS ਲੈਂਗੁਏਜ ਆ ਰਹੀ ਹੈ ਨਾ। ਸੋ SMS ਲੈਂਗੁਏਜ 'ਚ YOUR ਸਾਨੂੰ ਪਤਾ YOUR ਯੋਰ ਹੈ ਨਾ। ਅਸੀਂ ਕੀ ਕੀਤਾ, UR ਪਾਤਾ, ਹੈ ਨਾ। ਗੁੱਡ ਨਾਈਟ ਨੂੰ ਅਸੀਂ GUDNITE ਕਰਤਾ। ਉਹ ਗੁੱਡ ਨਾਈਟ ਵੀ ਕੋਈ ਸਪੈਲਿੰਗ ਹੁੰਦੀ ਸੀ GOOD, ਉਹ ਤਾਂ ਬੱਚੇ ਭੁੱਲ ਹੀ ਜਾਣਗੇ ਜਦੋਂ ਯੂਜ਼ ਹੀ ਉਹੀ ਕਰਦੇ, ਹੈ ਨਾ। ਸੋ ਉੱਥੇ ਸਪੈਲਿੰਗ ਮਿਸਟੇਕਸ ਹੁੰਦੀਆਂ। ਹੁਣ ਬੱਚੇ ਨੂੰ ਇਹ ਨਹੀਂ ਸਮਝ ਆਉਂਦੀ ਵੀ ਜਦ ਮੈਸੇਜ ਕਰਨ ਲੱਗਿਆ ਇਹ ਸਪੈਲਿੰਗ ਠੀਕ ਹੈ, ਗੂਗਲ ਇਹਨੂੰ ਠੀਕ ਮੰਨ ਰਿਹਾ, ਹੈ ਨਾ, ਸਾਡੀ ਟੈਕਨੋਲੋਜੀ ਇਹਨੂੰ ਠੀਕ ਮੰਨ ਰਹੀ ਹੈ, ਟੀਚਰ ਠੀਕ ਕਿਉਂ ਨਹੀਂ ਮੰਨਦਾ, ਹੈ ਨਾ। ਸੋ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਸਾਡੇ ਟੈਕਨੋਲੋਜੀ 'ਤੇ ਜਿਹੜੀ ਡਿਪੈਂਡੈਂਸ ਹੈ ਉਹ ਸਾਨੂੰ ਸਪੈਲਿੰਗ ਮਿਸਟੇਕਸ ਵੱਲ ਲੈ ਕੇ ਜਾ ਰਹੀ ਹੈ, ਇੰਸਟੈਡ ਕਿ ਉਹਨੂੰ ਕਰੈਕਟ ਕਰੇ।
ਕਿਉਂਕਿ ਅਸੀਂ ਐਫਰਟਸ ਹੀ ਨਹੀਂ ਕਰ ਰਹੇ ਹੈ ਨਾ। ਅਸੀਂ ਐਸਐਮਐਸ ਲੈਂਗੁਏਜ ਇੰਨੀ ਕੁ ਅਡੋਪਟ ਕਰ ਲਈ ਕਿ ਅਸੀਂ ਉਹਨੂੰ ਠੀਕ ਕਰਨਾ ਹੀ ਨਹੀਂ ਚਾਹੁੰਦੇ। ਸੋ ਈਵਨ ਬੱਚਿਆਂ ਨੇ ਕਈ ਵਾਰੀ ਪੇਪਰ ਕੀਤੇ ਹੁੰਦੇ ਆ, ਉਹ ਇਸ ਤਰ੍ਹਾਂ ਹੀ ਲਿਖਦੇ ਆ, ਯੂ ਨੂੰ ਓਨਲੀ ਅਲਫਾਬੇਟ ਯੂ ਐਂਡ ਯੋਰ ਨੂੰ ਯੂ ਆਰ, ਹੈ ਨਾ। ਸੋ ਇਹਨਾਂ ਚੀਜ਼ਾਂ ਨੂੰ ਬੱਚਿਆਂ ਨੂੰ ਪੁਆਇੰਟ ਆਊਟ ਕਰਨਾ ਕਿ ਬੇਟੇ ਤੁਸੀਂ ਐਵੇਂ ਨਹੀਂ ਲਿਖਣੀ, ਯੂ ਸ਼ੁੱਡ ਫੋਲੋ ਦਾ ਪਿਓਰਿਟੀ ਆਫ ਲੈਂਗੁਏਜ, ਹੈ ਨਾ। ਕੋਈ ਵੀ ਲੈਂਗੁਏਜ ਹੋਵੇ, ਨਾਟ ਓਨਲੀ इंग्लिश, बेसिकली इंग्लिश टेक्नोलॉजी करके ज़्यादा इफेक्ट हो रही है ना। और अदरवाइज एसएमएस लैंग्वेज का पार्ट है हम HMMM, है ना, और वो डिक्शनरी में ऐड हो चुकी है ना। सो हौली हौली मे बी ਜਿਹੜੇ ਅਸੀਂ UR ਨੂੰ YOUR ਮੰਨਦੇ ਹਾਂ, ਹੌਲੀ ਹੌਲੀ UR ਵੀ ਡਿਕਸ਼ਨਰੀ 'ਚ ਐਡ ਹੋ ਜਾਏ ਨਾ। ਓਲਡ ਇੰਗਲਿਸ਼ ਤੋਂ ਨਿਊ ਇੰਗਲਿਸ਼ ਆਈ, ਸ਼ੇਕਸਪੀਰੀਅਨ ਇੰਗਲਿਸ਼ ਆਈ, ਉਸ ਤੋਂ ਬਾਅਦ ਮਾਡਰਨ ਇੰਗਲਿਸ਼ ਆ ਗਈ। ਸੋ ਇਟ ਮੇ ਬੀ ਕਿ ਅੱਗੋਂ ਜਾ ਕੇ ਗੂਗਲ ਇੰਗਲਿਸ਼ ਔਰ ਈ ਲੈਂਗੁਏਜ ਸ਼ੁਰੂ ਹੋ ਜਾਵੇ। ਬਟ ਕਿਤੇ ਨਾ ਕਿਤੇ ਉਹ ਪਿਓਰਿਟੀ ਨੂੰ ਜਾਂ ਬੱਚੇ ਨੂੰ ਅੱਗੇ ਜਾ ਕੇ ਇੰਗਲਿਸ਼ ਸਮਝਣ 'ਚ ਪ੍ਰੋਬਲਮ ਕ੍ਰੀਏਟ ਕਰੇਗਾ, ਹੈ ਨਾ। ਜਿਵੇਂ ਹੁਣ ਅਸੀਂ ਜੇ ਸ਼ੇਕਸਪੀਰੀਅਨ ਟੈਕਸਟ ਪੜ੍ਹਦੇ ਹਾਂ ਤਾਂ ਉਹ 'ਚ ਬਹੁਤ ਸਾਰੇ ਵਰਡਸ ਇਹੋ ਜਿਹੇ ਨੇ ਜਿਹੜੇ ਅੱਜ ਦੇ ਬੱਚਿਆਂ ਨੂੰ ਨਹੀਂ ਸਮਝ ਆਉਂਦਾ, ਹੈ ਨਾ। YE ਇਟ ਵਾਜ਼ ਯੂ, ਹੈ ਨਾ। ਸੋ ਇਸ ਤਰ੍ਹਾਂ ਦੇ ਜਿਹੜੇ ਵਰਡਸ ਆ ਉਹ ਆਬਸੋਲੀਟ ਹੋ ਗਏ। ਸੋ ਜੇ ਅਸੀਂ ਇਸ ਟ੍ਰੈਂਡ ਨੂੰ ਫੋਲੋ ਕਰਦੇ ਗਏ ਤਾਂ ਹੋ ਸਕਦਾ ਕਿ ਸਾਡੇ ਹੁਣ ਜਿਹੜੇ ਅਸੀਂ ਵਰਡਸ ਨੂੰ, ਸਪੈਲਿੰਗਸ ਨੂੰ ਠੀਕ ਸਮਝਦੇ ਹਾਂ, ਆਬਸੋਲੀਟ ਹੋ ਜਾਣ ਕੱਲ੍ਹ ਨੂੰ। ਸੋ ਵੀ ਵਿਲ ਬੀ ਫੋਲੋਇੰਗ ਐਸਐਮਐਸ ਲੈਂਗੁਏਜ। ਸੋ ਮੈਨੂੰ ਲੱਗਦਾ ਕਿ ਪਿਓਰਿਟੀ ਨੂੰ ਮੇਨਟੇਨ ਕਰਨਾ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਜ਼ਰੂਰੀ ਹੈ ਨਾ। ਤੁਸੀਂ ਸਾਰਾ ਕੁਝ ਦੱਸਤਾ, ਇਹਦੇ 'ਚ ਇਹ ਵੀ ਦੱਸਤਾ ਵੀ ਇਸ ਤਰੀਕੇ ਨਾਲ ਪੜ੍ਹਨਾ, ਇਸ ਤਰ੍ਹਾਂ ਸੁਣਨਾ, ਇਸ ਤਰੀਕੇ ਨਾਲ ਬੋਲਣਾ, ਇੱਦਾਂ ਲਿਖਣਾ, ਪਰ ਗ੍ਰਾਮਰ ਫਿਰ ਵੀ ਬਹੁਤ ਤੰਗ ਕਰਦੀ ਹੈ। ਗ੍ਰਾਮਰ ਤੁਸੀਂ ਕਹਿਤਾ ਵੀ ਆਪਾਂ ਪਹਿਲਾਂ ਗ੍ਰਾਮਰ ਨੂੰ ਜਿਹੜਾ ਪਹਿਲਾਂ ਧਿਆਨ ਨਾ ਦਈਏ, ਪਹਿਲਾਂ ਆਪਾਂ ਸਾਰੀਆਂ ਇਹਨਾਂ ਚੀਜ਼ਾਂ 'ਤੇ ਧਿਆਨ ਦਈਏ, ਗ੍ਰਾਮਰ ਆਪਾਂ ਬਾਅਦ 'ਚ ਸਿੱਖਾਂਗੇ। ਹੁਣ ਆ ਗਈ ਗ੍ਰਾਮਰ। ਗ੍ਰਾਮਰ ਨੂੰ ਆਪਾਂ ਨੇ ਕਿਸ ਤਰੀਕੇ ਨਾਲ ਸਿੱਖੀਏ ਤਾਂ ਕਿ ਜਿਹੜਾ ਗ੍ਰਾਮਰ ਸਾਨੂੰ ਜੀ ਦਾ ਜੰਜਾਲ ਨਾ ਬਣੇ ਸਾਡੇ। ਐਕਚੁਅਲੀ ਗ੍ਰਾਮਰ ਨੂੰ ਜੀ ਦਾ ਜੰਜਾਲ ਨਾ ਆਪਾਂ ਹੀ ਬਹੁਤਾ ਬਣਾਇਆ ਹੋਇਆ ਹੈ ਨਾ। ਜੇ ਆਪਾਂ ਅਮਰੀਕਨਸ ਜਾਂ ਬ੍ਰਿਟਨ, ਜਿਨ੍ਹਾਂ ਦੀ ਬੇਸਿਕ ਲੈਂਗੁਏਜ ਹੈ ਨਾ, ਬ੍ਰਿਟੇਨ ਬੇਸਿਕਲੀ ਬ੍ਰਿਟਿਸ਼ ਲੈਂਗੁਏਜ ਨੂੰ ਅਸੀਂ ਸਟੈਂਡਰਡ ਮੰਨਦੇ ਹਾਂ। ਸੋ ਬ੍ਰਿਟਿਸ਼ ਲੈਂਗੁਏਜ ਦੇ ਵਿੱਚ ਅਸੀਂ ਜੇ ਕਿਸੇ ਬ੍ਰਿਟਿਸ਼ ਮੈਨ ਨੂੰ ਬੋਲਦੇ ਸੁਣੀਏ ਤਾਂ ਆਪਾਂ ਨੂੰ ਲੱਗੂਗਾ ਸਾਡੇ ਤੋਂ ਗਲਤ ਇੰਗਲਿਸ਼ ਬੋਲ ਰਿਹਾ, ਹੈ ਨਾ, ਕਿਉਂਕਿ ਉਹ ਗ੍ਰਾਮਰ ਨੂੰ ਉਹਨਾਂ ਫੋਲੋ ਨਹੀਂ ਕਰਦੇ, ਹੈ ਨਾ। ਅਸੀਂ ਇੰਨਾ ਕੁ ਜ਼ਿਆਦਾ ਕੰਸਰਨਡ ਹੋ ਗਏ ਗ੍ਰਾਮਰ ਦੇ ਨਾਲ ਕਿ ਅਸੀਂ ਪਹਿਲਾਂ ਉਹਨਾਂ ਨੂੰ ਜੋੜਨ, ਪਹਿਲਾਂ ਅਸੀਂ ਸੈਂਟੈਂਸ ਸਟਰਕਚਰ ਜੋੜਨ 'ਚ ਹੀ ਰਹਿ ਜਾਂਦੇ ਹਾਂ। नो डाउट ग्रामर इंपॉर्टेंट है ना। ਅਸੀਂ ਜੇ ਗੱਲ ਕਹਿਣੀ ਹੈ दैट आई एम हेयर ਤਾਂ ਮੈਂ आई वॉज हेयर नहीं कहूँगी, है ना। ऑब्वियसली ਉਹਦੇ ਲਈ आई एम हेयर ही कहूँगी। सो ਕੰਸੈਪਟਸ ਕਲੀਅਰ ਹੋਣੇ ਜ਼ਰੂਰੀ ਹੈਗੇ ਆ। ਉਹਦੇ ਲਈ ਜ਼ਰੂਰੀ ਹੈ ਅਸੀਂ ਨੋਰਮਲੀ ਕਰਦੇ ਕੀ ਹਾਂ ਕਿ ਅਸੀਂ ਗ੍ਰਾਮਰ ਦੇ ਪ੍ਰਿੰਸੀਪਲਸ ਨਹੀਂ ਸਿਖਾਉਂਦੇ, ਅਸੀਂ ਗ੍ਰਾਮਰ ਦੇ ਰੂਲਸ ਨਹੀਂ ਬੱਚਿਆਂ ਨੂੰ ਸਿਖਾਉਂਦੇ, ਅਸੀਂ ਸਿੱਧਾ ਯੂਜ਼ੇਜ ਸ਼ੁਰੂ ਕਰ ਦਿੰਦੇ ਹਾਂ, ਹੈ ਨਾ। ਫॉर एग्जाम्पल ਜਿਵੇਂ ਆਪਾਂ ਵੋਇਸ ਦੇ ਪ੍ਰਿੰਸੀਪਲਸ ਨੇ ਤਾਂ ਉਹਦੇ 'ਚ ਹਰੇਕ ਟੈਂਸ ਜਿਹੜਾ ਹੈ ਜਦੋਂ ਐਕਟਿਵ ਤੋਂ ਪੈਸਿਵ 'ਚ ਜਾਂਦਾ ਤਾਂ ਉਹਨੇ ਚੇਂਜ ਕਿਵੇਂ ਹੋਣਾ ਹੈ ਨਾ। ਸ਼ੀ ਬੀਟ ਹਿਮ, ਰਾਈਟ, ਹੀ ਵਾਜ਼ ਬੀਟਨ ਬਾਈ ਹਰ, ਰਾਈਟ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਬੱਚੇ ਨੂੰ ਸਮਝਾਉਣੀਆਂ ਜ਼ਰੂਰੀ ਨੇ, ਹੈ ਨਾ। ਪ੍ਰੈਜ਼ੈਂਟ ਕੀ ਹੈ, ਉਹਦੇ ਦੁਆਰਾ ਕੁੱਟਿਆ ਗਿਆ, ਹਾਂਜੀ ਬਿਲਕੁਲ। ਸੋ ਇਹ ਚੀਜ਼ਾਂ ਨੂੰ ਸਮਝਾਉਣਾ ਬੱਚਿਆਂ ਨੂੰ ਜ਼ਰੂਰੀ ਹੈ। ਜਾਂ ਜਦੋਂ ਅਸੀਂ ਟੈਂਸ 'ਚ ਦੱਸਣਾ ਹੈ ਕਿ ਵਰਬ ਦੀ ਫਸਟ ਫਾਰਮ ਕਿੱਥੇ ਆਉਣੀ ਹੈ ਜਾਂ ਥਰਡ ਫਾਰਮ ਕਿੱਥੇ ਆਉਣੀ ਹੈ, ਅਸੀਂ ਉਹ ਬੱਚੇ ਨੂੰ ਕਿਤੇ ਕਲੀਅਰ ਕਰਦੇ ਹੀ ਨਹੀਂ, ਹੈ ਨਾ। ਅਸੀਂ ਸਿੰਪਲੀ ਦੱਸਦਾ ਜੀ ਪ੍ਰੈਜ਼ੈਂਟ ਨਾਲ ਫਸਟ ਫਾਰਮ ਆਉਣੀ ਹੈ, ਰਾਈਟ, ਸੈਕਿੰਡ ਨਾਲ ਅਸੀਂ ਸੈਕਿੰਡ ਫਾਰਮ, ਪਾਸਟ ਨਾਲ ਅਸੀਂ ਸੈਕਿੰਡ ਫਾਰਮ ਲਾਤੀ, ਫਿਊਚਰ ਨਾਲ ਅਸੀਂ ਫੇਰ ਫਸਟ ਫਾਰਮ ਲਾਤੀ, ਹੈ ਨਾ। ਹੁਣ ਹੈਜ਼, ਹੈਵ, ਹੈਡ ਦੇ ਨਾਲ ਥਰਡ ਵਰਬ ਲੱਗਣਾ ਸੀ, ਥਰਡ ਫਾਰਮ ਆਫ ਵਰਬ ਲੱਗਣਾ ਸੀ, ਇਹ ਚੀਜ਼ ਪਤਾ ਹੈ ਨਾ। ਲੇਕਿਨ ਅਸੀਂ ਫਿਰ ਕਹਤਾ ਕਿ ਪ੍ਰੈਜ਼ੈਂਟ 'ਚ ਤਾਂ ਫਸਟ ਫਾਰਮ ਲੱਗਣਾ ਸੀ, ਫਿਰ ਹੈਵ ਦੇ ਨਾਲ ਥਰਡ ਫਾਰਮ ਕਿੱਥੋਂ ਆ ਗਈ, ਹੈ ਨਾ। ਉਹ ਫਿਰ ਬੱਚੇ ਉੱਥੇ ਕਨਫਿਊਜ਼ ਹੋ ਜਾਂਦੇ ਆ। ਸੋ ਅਸੀਂ ਉਹਨਾਂ ਜਿਹੜੇ ਪ੍ਰਿੰਸੀਪਲਸ ਨੇ, ਰੂਲਸ ਨੇ, ਉਹਨਾਂ ਨੂੰ ਸਿੰਪਲੀਫਾਈਡ ਤਰੀਕੇ ਨਾਲ ਬੱਚਿਆਂ ਨੂੰ ਸਮਝਾਉਣੇ ਜ਼ਰੂਰੀ ਹੈ, ਰਾਈਟ। ਸੋ ਔਰ ਮੋਸਟ ਆਫ ਜਿੱਥੇ ਆਪਾਂ ਸੈਂਟੈਂਸ ਸਟਰਕਚਰ ਸ਼ੁਰੂ ਕਰਦੇ ਹਾਂ, ਜਿੱਥੇ ਅਸੀਂ ਸੈਂਟੈਂਸ ਦੀ ਰਾਈਟਿੰਗ ਸ਼ੁਰੂ ਕਰਤੀ, ਉੱਥੇ ਥੋੜ੍ਹਾ ਬੱਚਿਆਂ ਨੂੰ ਇਹ ਚੀਜ਼ਾਂ ਕਰਨੀਆਂ ਜ਼ਰੂਰੀ ਨੇ। ਫॉर एग्जाम्पल ਜਦੋਂ ਅਸੀਂ ਨਰੇਸ਼ਨ ਦੀ ਗੱਲ ਕੀਤੀ ਸੀ, ਟੂਡੇ ਜਦੋਂ ਚੇਂਜ ਹੋ ਜਾਂਦਾ ਹੈ ਨਾ, ਦਾ ਨੈਕਸਟ ਡੇ ਔਰ ਟਮੋਰੋ ਦਾ ਨੈਕਸਟ ਡੇ, ਹੈ ਨਾ। ਸੋ ਉਹ ਚੀਜ਼ਾਂ ਬੱਚੇ ਉਹ ਨੈਕਸਟ ਡੇ ਕਿਵੇਂ ਆ ਗਿਆ, ਨੈਕਸਟ ਡੇ ਆ ਕਿੱਥੋਂ ਗਿਆ, ਹੈ ਨਾ, ਵੀ ਉਹ ਬੱਚੇ ਨੂੰ ਸਮਝ ਨਹੀਂ ਆਉਂਦਾ। ਸੋ ਨੈਕਸਟ ਡੇ ਕਿਵੇਂ ਬਣਿਆ ਕਿ ਅਸੀਂ ਰਿਪੋਰਟ ਤਾਂ ਉਸੇ ਦਿਨ ਦੀ ਗੱਲ ਕਰ ਰਹੇ ਹਾਂ ਨਾ। ਨੈਕਸਟ ਡੇ ਮੀਨਸ ਉਸ ਦਿਨ ਦਾ ਅਗਲਾ ਦਿਨ। ਉਹ ਚੀਜ਼ ਅਸੀਂ ਬੱਚਿਆਂ ਨੂੰ ਸਮਝਾਈਆਂ ਨਹੀਂ, ਹੈ ਨਾ। ਅਸੀਂ ਸਿੰਪਲੀ ਉਹਨੂੰ ਦੱਸਦਾ ਜੀ ਇਹਨੂੰ ਟਮੋਰੋ ਨੂੰ ਨੈਕਸਟ ਡੇ 'ਚ ਕਰ ਲਓ, ਟੂਡੇ ਨੂੰ ਦਾ ਡੇ 'ਚ ਕਰ ਲਓ, ਹੈ ਨਾ, ਯੈਸਟਰਡੇ ਨੂੰ ਅਸੀਂ ਦਾ ਪ੍ਰੀਵੀਅਸ ਡੇ 'ਚ ਕਰਤਾ। ਲੇਕਿਨ ਉਹ ਕਿਉਂ ਪ੍ਰੀਵੀਅਸ ਹੈ, ਉਹ ਕਿਉਂ ਨੈਕਸਟ ਹੈ, ਉਹ ਚੀਜ਼ਾਂ ਅਸੀਂ ਬੱਚਿਆਂ ਨੂੰ ਐਕਸਪਲੇਨ ਨਹੀਂ ਕਰਦੇ, ਰਾਈਟ। ਔਰ ਸਭ ਤੋਂ ਵੱਡੀ ਗੱਲ, ਅਸੀਂ ਬੱਚਿਆਂ ਨੂੰ ਇਹ ਨਹੀਂ ਸਮਝਾਉਂਦੇ ਕਿ ਬੇਟੇ ਇਹ ਫੋਰਨ ਲੈਂਗੁਏਜ ਹੈ, ਇਹਨੂੰ ਸਮਝਣਾ ਜ਼ਰੂਰੀ ਹੈ। ਅਸੀਂ ਇਨਹੈਰਿਟ ਨਹੀਂ ਕੀਤੀ, ਇਹਨੂੰ ਅਸੀਂ ਐਕਵਾਇਰ ਕਰ ਰਹੇ ਹਾਂ, ਹੈ ਨਾ। ਸੋ ਐਕਵਾਇਰਿੰਗ ਜਿਹੜਾ ਪ੍ਰੋਸੈਸ ਹੈ ਉਹਨੂੰ ਅਸੀਂ ਐਕਸਪਲੇਨ ਨਹੀਂ ਕਰ ਰਹੇ ਬੱਚਿਆਂ ਨੂੰ। ਸੋ ਕਿਤੇ ਨਾ ਕਿਤੇ ਗ੍ਰਾਮਰ ਸਮਝਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਹਿਲਾਂ ਪ੍ਰਿੰਸੀਪਲਸ ਨੂੰ ਜਾਂ ਰੂਲਸ ਨੂੰ ਸਮਝਾਈਏ। ਡਾਕਟਰ ਸਾਹਿਬ ਕੀ ਇਹੋ ਜਿਹਾ ਕਰੇ ਜਿਹੜਾ ਤੁਹਾਡੇ ਮੁਤਾਬਕ ਸਾਰਾ ਕੁਝ ਸਮਝਾਤਾ ਵੀ ਐਵੇਂ ਕਰ ਲਈਏ, ਪਰ ਇਹਦੇ ਬਾਵਜੂਦ ਵੀ ਕੋਈ ਸੌਖਾ ਤਰੀਕਾ ਹੈ ਜਿਹੜਾ ਕਿ ਉਹਨੂੰ ਤੁਸੀਂ ਦੱਸ ਦਿਓ
ਤੇ ਉਹਨੂੰ ਫੋਲੋ ਕਰਦਾ ਹੋਇਆ ਜਿਹੜਾ ਉਹ ਆਪਣੇ ਆਪ ਉਸ ਨੂੰ ਚੱਲਦਾ ਚਲਾ ਜਾਵੇ, ਸੌਖਾ ਤਰੀਕਾ। ਇਹ ਤਾਂ ਹੋ ਗਿਆ ਵੀ ਆਪਾਂ ਇੱਦਾਂ ਕਰ ਲਈਏ ਕਿ ਹੋ ਗਿਆ ਆਪਾਂ ਕਿਤਾਬੀ ਗਿਆਨ, ਇਹ ਆਪਾਂ ਜ਼ਿਆਦਾ ਗਿਆਨਵਾਨ ਆ, ਆਪਾਂ ਇਸ ਕਰਕੇ ਉਹਨਾਂ ਨੂੰ ਦੱਸ ਰਹੇ ਹਾਂ। ਪਰ ਜਿਹੜੇ ਘੱਟ ਗਿਆਨਵਾਨ ਨੇ ਉਹ ਇਹੋ ਜਿਹਾ ਕੀ ਕਰਨ ਜਿਹੜੇ ਅੰਗਰੇਜ਼ੀ ਉਹਨਾਂ ਨੂੰ ਬੜੀ ਸੌਖੀ ਤਰੀਕੇ ਨਾਲ ਆ ਜੇ, ਉਹਨਾਂ ਨੂੰ ਕੁਛ ਇਹੋ ਜਿਹਾ ਮੱਥਾ ਪੱਚੀ ਨਾ ਕਰਨਾ ਪਏ। ਕਈ ਵਾਰੀ ਕਈ ਇਹੋ ਜਿਹੇ ਵੀ ਹੋਣਗੇ ਜਿਹੜੇ ਹੁਣ ਵੀ ਸਾਨੂੰ ਕਹਿ ਰਹੇ ਹੋਣਗੇ ਵੀ ਕਹਿਣੀਆਂ ਗੱਲਾਂ ਕਰਨੀਆਂ ਸੌਖੀਆਂ ਨੇ, ਜਦੋਂ ਬੈਠੋਗੇ ਉਦੋਂ ਗੱਲ ਕਰਾਂਗੇ। ਬਿਲਕੁਲ। ਦੇਖੋ ਕੋਈ ਵੀ ਚੀਜ਼ ਪਾਉਣ ਦੇ ਲਈ ਥੋੜ੍ਹੀ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ। ਓਬਵੀਅਸਲੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਐਵੇਂ ਹੀ ਵੀ ਕੋਈ ਘੋਲ ਕੇ ਪਿਆ ਦੂਗਾ, ਹੈ ਨਾ। ਸੋ ਉਹ ਚੀਜ਼ ਤਾਂ ਓਬਵੀਅਸਲੀ ਨਹੀਂ ਹੋ ਸਕਦੀ। ਬਟ ਹਾਂ, ਇੱਕ ਤਾਂ ਲਗਨ, ਠੀਕ ਹੈ, ਇੱਕ ਹਾਰ ਕੇ ਨਹੀਂ ਬਹਿਣਾ। ਜੇ ਨਹੀਂ ਸਮਝ ਆਈ ਚੀਜ਼ ਉਹਨੂੰ ਦੁਬਾਰਾ ਪੁੱਛ ਲਓ, ਹੈ ਨਾ, ਉਹਨੂੰ ਦੁਬਾਰਾ ਸਿੱਖ ਲਓ। ਫੇਲੀਅਰ ਇਜ਼ ਦਾ ਕੀ ਟੂ ਸਕਸੈਸ, ਹੈ ਨਾ। ਜੇ ਤੁਸੀਂ ਹਾਰ ਗਏ, ਤੁਹਾਨੂੰ ਨਹੀਂ ਸਮਝ ਆ ਰਿਹਾ, ਤਾਂ ਤੁਸੀਂ ਉਹਨੂੰ ਦੁਬਾਰਾ ਸਮਝ ਸਕਦੇ ਹੋ। ਦੂਜੀ ਗੱਲ, ਆਪਣੀ ਲੈਂਗੁਏਜ ਵਿੱਚ, ਆਪਣੀ ਨੇਟਿਵ ਲੈਂਗੁਏਜ ਵਿੱਚ ਗੱਲ ਸਮਝਣੀ ਬਹੁਤ ਸੌਖੀ ਹੁੰਦੀ ਹੈ ਨਾ। ਸੋ ਅਸੀਂ ਲਿਟਰੇਚਰ ਵੀ ਪੜ੍ਹਾਉਂਦੇ ਹਾਂ ਗ੍ਰੈਜੂਏਸ਼ਨ ਲੈਵਲ 'ਤੇ, ਪੋਸਟ ਗ੍ਰੈਜੂਏਸ਼ਨ ਲੈਵਲ 'ਤੇ। ਬਹੁਤ ਵਾਰੀ ਐਵੇਂ ਹੁੰਦਾ ਕਿ ਬੱਚੇ ਨੂੰ ਕੋਈ ਪੋਇਮ ਨਹੀਂ ਸਮਝ ਆਈ, ਠੀਕ ਹੈ, ਉਹਨੂੰ ਪੰਜਾਬੀ 'ਚ ਸਮਝਾਓ ਪਹਿਲਾਂ ਕਿ ਬੇਟੇ ਆਹ ਚੀਜ਼ ਸੀ, ਰਾਈਟ। ਉਹਨੂੰ ਫਿਰ ਉਹ ਬੱਚਾ ਬੜੇ ਆਰਾਮ ਨਾਲ ਜਦੋਂ ਗੱਲ ਸਮਝ ਆ ਗਈ ਵੀ ਇਹਨੂੰ ਇੱਦਾਂ ਕਰਨਾ ਸੀ, ਫਿਰ ਉਹਨੂੰ ਰਿਲੇਟ ਕਰਨਾ ਬਹੁਤ ਸੌਖਾ ਹੋ ਜਾਂਦਾ। ਆਪਾਂ ਬੋਲ ਰਹੇ ਹਾਂ ਉਹਨਾਂ ਦਾ ਮਤਲਬ ਵੀ ਸਮਝਾਈਏ ਵੀ ਇਹਦੇ ਵਿੱਚ ਆਪਾਂ ਆਹ ਚੀਜ਼ਾਂ ਬੋਲੀਆਂ ਨੇ ਤੇ ਇਸ ਹਰ ਅੱਖਰ ਦਾ ਮਤਲਬ ਇਹਦੇ 'ਚ ਆਇਆ, ਤਾਂ ਉਹਨੂੰ ਸੌਖਾ ਤਰੀਕਾ ਨਾਲ ਸਮਝੇ। ਵਿੱਚੋਂ ਜੇ ਇੱਕ ਅੱਖਰ ਵੀ ਉਹ ਮਿਸ ਕਰ ਗਿਆ ਤਾਂ ਉਹਦੇ ਪੱਲੇ ਨਹੀਂ ਪੈਣੀ, ਉਹਦੇ ਪੱਲੇ ਨਹੀਂ ਪੈਣੀ। ਹਾਂਜੀ। ਅਤੇ ਦੂਜੀ ਗੱਲ ਇਹੀ ਹੈ ਕਿ ਜਿਵੇਂ ਆਪਾਂ ਕਿਹਾ ਵੀ ਇੱਕ ਅੱਖਰ ਮਿਸ ਕਰ ਗਿਆ, ਅਸੀਂ ਨਾ ਚੀਜ਼ਾਂ ਨੂੰ ਜੋੜ ਕੇ ਸਿਖਾਉਂਦੇ ਹਾਂ ਬੱਚੇ ਨੂੰ। ਜੇ ਅਸੀਂ ਚੀਜ਼ ਨੂੰ, ਹਰੇਕ ਚੀਜ਼ ਨੂੰ ਇੰਡੀਵਿਜੂਅਲੀ ਸਿਖਾਵਾਂਗੇ ਨਾ, ਤਾਂ ਬੱਚੇ ਲਈ ਜ਼ਿਆਦਾ ਸੌਖਾ ਹੋ ਜਾਊਗਾ। ਨਹੀਂ ਤਾਂ ਬੱਚੇ ਦਾ ਕੀ ਹੈ ਕਿ ਉਹ ਚੀਜ਼ਾਂ ਨੂੰ ਜੋੜੀ ਜਾਂਦਾ, ਜਿੱਥੇ ਵਿੱਚ ਕੋਈ ਲੜੀ ਟੁੱਟੀ ਉੱਥੇ ਉਹ ਟੁੱਟ ਗਿਆ, ਰਾਈਟ। ਸੋ ਜ਼ਰੂਰੀ ਹੈ ਕਿ ਹਰੇਕ ਚੀਜ਼ ਦਾ, ਹਰੇਕ ਕੰਸੈਪਟ ਦਾ ਉਹਨੂੰ ਇੰਡੀਵਿਜੂਅਲ ਕੰਸੈਪਟ ਪਤਾ ਹੋਵੇ ਵੀ ਇਹ ਚੀਜ਼ ਇੱਦਾਂ ਸੀ। ਸੋ ਫਿਰ ਉਹਨੂੰ ਸਮਝਣ 'ਚ ਜਾਂ ਪੜ੍ਹਨ 'ਚ ਪ੍ਰੋਬਲਮ ਨਹੀਂ ਆਊਗੀ, ਹੈ ਨਾ। ਸੋ ਡਾਕਟਰ ਸਾਹਿਬ, ਅਖੀਰ ਦੇ ਵਿੱਚ ਇੱਕ ਚੀਜ਼ ਜਿਹੜੀ ਹੈ, ਜੇਕਰ ਨਾ ਪੁੱਛੀ ਤਾਂ ਸ਼ਾਇਦ ਆਪਣੀ ਇੰਟਰਵਿਊ ਅਧੂਰੀ ਰਹਿ ਜਾਏਗੀ। ਸਾਰੀਆਂ ਲੈਂਗੁਏਜ ਜਿਹੜੀਆਂ ਨੇ ਉਹ ਪੰਜਾਬੀ ਲੈਂਗੁਏਜ ਜਿਹੜੀ ਹੈ ਉਹ, ਜੇਕਰ ਹਿੰਦੀ ਲੈਂਗੁਏਜ ਹੈ, ਸਾਰੀਆਂ ਲੈਂਗੁਏਜ ਦੀ ਆਪਾਂ ਗੱਲ ਕਰੀਏ ਤਾਂ ਉਹ ਇੰਨੀ ਤਰੱਕੀਆਂ ਨਹੀਂ ਕਰ ਪਾਈਆਂ ਜਿੰਨੀ ਅੰਗਰੇਜ਼ੀ ਤਰੱਕੀ ਕਰ ਗਈ। ਅੰਗਰੇਜ਼ੀ ਜਿਹੜੀ ਹੈ ਉਹ ਅੱਜ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬੋਲੀ ਜਾਣ ਵਾਲੀ ਇੱਕ ਭਾਸ਼ਾ ਬਣ ਚੁੱਕੀ ਹੈ। ਕਿਉਂ ਨਹੀਂ ਜਿਹੜੀ ਸਾਡੀ ਭਾਸ਼ਾ ਬਣ ਪਾਈ? ਕਿਉਂ ਨਹੀਂ ਸੰਸਕ੍ਰਿਤ? ਕਿਉਂ ਸੰਸਕ੍ਰਿਤ ਅੱਜ ਜਿਹੜੀ ਹੈ ਉਹ ਖਤਮ ਹੋਣ ਦੇ ਕੰਢੇ ਜਾ ਪਹੁੰਚੀ, ਸਿਰਫ ਕਿਤਾਬਾਂ ਦੇ ਵਿੱਚ ਸੀਮਿਤ ਹੋ ਕੇ ਰਹਿ ਗਈ ਹੈ? ਕਿਉਂ ਅੰਗਰੇਜ਼ੀ ਜਿਹੜੀ ਹੈ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚ ਗਈ ਹੈ? ਕਿੱਥੇ ਖੜੋਤਾ ਆਪਣੀਆਂ ਭਾਸ਼ਾਵਾਂ ਦੇ ਵਿੱਚ ਅਤੇ ਕਿੱਥੇ ਚੰਗਿਆਈ ਹੈ ਅੰਗਰੇਜ਼ੀ ਭਾਸ਼ਾ ਦੇ ਵਿੱਚ? ਇੱਕ ਤਾਂ ਇੰਗਲਿਸ਼ ਲੈਂਗੁਏਜ ਜਿਹੜੀ ਹੈ ਉਹਦਾ ਨੇਚਰ ਇਨਕਲੂਸਿਵ ਹੈ ਨਾ। ਬਾਕੀ ਵੀ ਆਪਾਂ ਜੇ ਪੰਜਾਬੀ ਦੀ ਗੱਲ ਕਰੀਏ ਤਾਂ ਉਹਦਾ ਨੇਚਰ ਵੀ ਇਨਕਲੂਸਿਵ ਹੀ ਹੈ ਨਾ। ਆਪਾਂ ਇਹ ਨਹੀਂ ਕਹਿੰਦੇ ਕਿ ਹਿੰਦੀ ਜਾਂ ਪੰਜਾਬੀ ਜਿਹੜੀ ਲੈਂਗੁਏਜ ਉਹ ਦੂਜੇ ਦੇ ਵਰਡਸ ਨਹੀਂ ਗ੍ਰੈਂਡ ਕਰਦੀ। ਬਟ ਇੰਗਲਿਸ਼ ਲੈਂਗੁਏਜ ਇੱਕ ਤਾਂ ਓਪਨ ਹੈ, ਰਾਈਟ। ਸੈਕਿੰਡ ਥਿੰਗ ਜਿਹੜਾ ਮੈਨੂੰ ਮੇਜਰ ਫੈਕਟਰ, ਪਰਸਨਲੀ ਮੈਨੂੰ ਮੇਜਰ ਫੈਕਟਰ ਲੱਗਦਾ ਹੈ ਕਿ ਬ੍ਰਿਟਿਸ਼ਰਸ ਨੇ ਸਾਡੇ 'ਤੇ ਰਾਜ ਬਹੁਤ ਕੀਤਾ ਹੈ ਨਾ, ਇੰਪੈਕਟ ਪੈ ਗਿਆ। ਹਾਂਜੀ। ਅਤੇ ਸੈਕਿੰਡ ਥਿੰਗ ਕਿ ਉਹਨਾਂ ਨੇ ਸਾਡੇ 'ਤੇ ਰਾਜ ਕਿਵੇਂ ਕੀਤਾ? ਉਹਨਾਂ ਨੇ ਸਭ ਤੋਂ ਪਹਿਲਾਂ ਸਾਡੀ ਜਿਹੜੀਆਂ ਬੁੱਕਸ ਸੀ, ਸਾਡਾ ਲਿਟਰੇਚਰ ਸੀ, ਉਹਨੂੰ ਟਰਾਂਸਲੇਟ ਕੀਤਾ ਇੰਗਲਿਸ਼ ਲੈਂਗੁਏਜ 'ਚ, ਸਮਝਣ ਲਈ ਕਿ ਸਾਡੀ ਸਾਈਕੀ ਕੀ ਹੈ। ਫਿਰ ਉਹਨਾਂ ਨੇ ਆਪਣਾ ਲਿਟਰੇਚਰ ਟਰਾਂਸਲੇਟ ਕਰਵਾਇਆ ਸਾਡੀ ਲੈਂਗੁਏਜ 'ਚ, ਇਹ ਸਮਝਾਉਣ ਲਈ ਕਿ ਵੀ ਉਹ ਕਿਸ ਤਰ੍ਹਾਂ ਸਾਡੇ ਨਾਲੋਂ ਬੈਟਰ ਹੈ। ਔਰ ਓਬਵੀਅਸਲੀ ਜਦੋਂ ਉਹ ਟਰਾਂਸਲੇਟ ਕਰਨਗੇ, ਉਹ ਸਾਨੂੰ ਸਮਝ ਚੁੱਕੇ ਆ, ਤਾਂ ਉਹਨਾਂ ਨੇ ਆਪਣੇ ਆਪ ਨੂੰ ਵਧੀਆ ਲੈਵਲ 'ਤੇ ਰੱਖ ਕੇ ਸਾਨੂੰ ਸਮਝਾਇਆ ਹੈ ਨਾ। ਸੋ ਇੱਕ ਤਾਂ ਰੀਜ਼ਨ ਇਹ ਹੈ ਕਿ ਬ੍ਰਿਟਿਸ਼ ਨੇ ਸਾਡੇ 'ਤੇ ਰਾਜ ਕੀਤਾ। ਅਸੀਂ ਕਿਤੇ ਨਾ ਕਿਤੇ ਅੱਜ ਵੀ ਮੰਨ ਕੇ ਬੈਠੇ ਹਾਂ ਕਿ ਉਹ ਸਾਡੇ ਤੋਂ, ਮਾਨਸਿਕਤਾ ਸਾਡੀ ਅੱਜ ਵੀ ਗੁਲਾਮ ਹੈ ਨਾ। ਦੂਜਾ ਜਿਹੜਾ ਮੇਜਰ ਫੈਕਟਰ ਹੈ ਉਹ ਹੈ ਟੈਕਨੋਲੋਜੀ ਦਾ, ਰਾਈਟ। ਟੈਕਨੋਲੋਜੀ ਜਿਹੜੀ ਹੈ, ਜੇ ਅਸੀਂ ਗੂਗਲ 'ਤੇ ਅੱਜ, ਠੀਕ ਹੈ, ਅੱਜ ਗੂਗਲ 'ਤੇ ਬਹੁਤ ਸਾਰੀਆਂ ਲੈਂਗੁਏਜਿਸ ਅਵੇਲੇਬਲ ਨੇ, ਫਿਰ ਵੀ ਜਿਹੜੀ ਜਰਨਲ ਲੈਂਗੁਏਜ ਯੂਜ਼ ਕੀਤੀ ਜਾਂਦੀ ਆ ਉਹ ਇੰਗਲਿਸ਼ ਹੀ ਕੀਤੀ ਜਾਂਦੀ ਹੈ ਨਾ। ਤਾਂ ਕਿਤੇ ਨਾ ਕਿਤੇ ਜਿਹੜਾ ਟੈਕਨੋਲੋਜੀ, ਇੰਟਰਨੈਟ ਹੈ, ਇਹਨੇ ਕਾਫੀ ਰੋਲ ਪਲੇ ਕੀਤਾ ਹੈ ਨਾ। ਥਰਡ, ਟੈਕਨੋਲੋਜੀ ਆਪਾਂ ਨੂੰ ਤੀਜੇ ਨੰਬਰ 'ਤੇ ਰੱਖਦੇ ਹਾਂ। ਸੈਕਿੰਡ ਨੰਬਰ 'ਤੇ ਜਿਹੜਾ ਹੈ ਕਾਰਪੋਰੇਟ ਸੈਕਟਰ, ਟ੍ਰੇਡ ਹੈ ਨਾ। ਬੇਸਿਕਲੀ ਅੱਜ ਵੀ ਅਮੈਰੀਕਾ ਸਾਡੇ 'ਤੇ ਰਾਜ ਕਰ ਰਿਹਾ ਥਰੂ ਟ੍ਰੇਡ ਹੈ ਨਾ। ਇੰਪੀਰੀਅਲਿਸਟਿਕ ਇੱਕ ਵਿਊ ਹੈਗਾ ਕਿ ਉਹ ਸਾਰਾ ਕੁਝ ਕੰਟਰੋਲ ਕਰਦਾ ਹੈ ਅਮੈਰੀਕਾ, ਹਰੇਕ ਚੀਜ਼ ਨੂੰ। ਤਾਂ ਜਿਹੜੀ ਚੀਜ਼ ਸਾਡੇ 'ਤੇ ਕੰਟਰੋਲ ਕਰ ਰਹੀ ਹੈ, ਜਿਹੜੀ ਪਾਰ ਸਾਡੇ 'ਤੇ ਕੰਟਰੋਲ ਕਰ ਰਹੀ ਹੈ, ਅਸੀਂ ਬੜੇ ਆਰਾਮ ਦੇ ਨਾਲ ਉਹਦੀ ਲੈਂਗੁਏਜ ਨੂੰ ਸਮਝਣਾ ਜ਼ਰੂਰੀ ਸਮਝ ਲੈਂਦੇ ਹਾਂ ਹੈ ਨਾ। ਅਸੀਂ ਜੇ ਉਹਨਾਂ ਨਾਲ ਗੱਲ ਕਰਨੀ ਆ, ਅਸੀਂ ਉਹਨਾਂ ਤੋਂ ਕੋਈ ਹੈਲਪ ਇੱਕ ਤਰ੍ਹਾਂ ਨਾਲ ਐਕਸਪੈਕਟ ਕਰਦੇ ਹਾਂ, ਤਾਂ ਅਸੀਂ ਓਬਵੀਅਸਲੀ ਉਹਨਾਂ ਦੀ ਲੈਂਗੁਏਜ ਸਿੱਖਣ ਨੂੰ ਜ਼ਰੂਰ ਨਿਰਭਰ ਕਰਾਂਗੇ। ਹਾਂਜੀ। ਔਰ ਉਹਨਾਂ ਦਾ ਅਪਰ ਹੈਂਡ ਹੋਣ ਕਰਕੇ ਓਬਵੀਅਸਲੀ ਉਹਨਾਂ ਨੂੰ ਇੱਕ ਹੈਗਾ ਕਿ ਅਸੀਂ ਉਹਨਾਂ ਦੀ ਲੈਂਗੁਏਜ 'ਚ ਗੱਲ ਕਰੀਏ ਹੈ ਨਾ। ਉਹ ਉਸੇ ਲੈਂਗੁਏਜ 'ਚ ਸਾਡੇ ਨਾਲ ਗੱਲ ਕਰਦੇ ਹਾਂ। ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਸਾਡੇ 'ਚ ਹੈਗੀ ਹੈ ਨਾ, ਮੈਂ ਸਪੈਸੀਫਿਕਲੀ ਪੰਜਾਬੀਆਂ ਦੀ ਗੱਲ ਕਰਾਂਗੀ। ਆਪਣੇ ਕੋਲ ਇੱਕ ਕੋਈ ਯੂਪੀ ਬਿਹਾਰ ਦਾ ਬੰਦਾ ਖੜਾ ਹੋਵੇ, ਅਸੀਂ ਉਹਦੇ ਨਾਲ ਹਿੰਦੀ 'ਚ ਸ਼ੁਰੂ ਹੋ ਜਾਂਦੇ ਹਾਂ।
ਇੱਕ ਕੋਈ ਪੜ੍ਹਿਆ ਲਿਖਿਆ ਬੰਦਾ ਖੜਾ ਹੋਵੇ ਹੈ ਨਾ, ਚਾਹੇ ਉਹ ਪੰਜਾਬੀ ਹੈ ਚਾਹੇ ਕੋਈ ਵੀ ਹੈ, ਅਸੀਂ ਸਟਾਰਟ ਕਰਾਂਗੇ ਇੰਗਲਿਸ਼ ਲੈਂਗੁਏਜ ਹੀ, ਹੈ ਨਾ, ਜਸਟ ਟੂ ਗਿਵ ਐਨ ਇੰਪ੍ਰੈਸ਼ਨ, ਹੈ ਨਾ। ਮਤਲਬ ਅਸੀਂ ਆਪਣੀ ਲੋੜ ਦੇ ਮੁਤਾਬਿਕ ਭਾਸ਼ਾ ਨੂੰ ਗ੍ਰਹਿਣ ਕਰ ਲੈਂਦੇ ਹਾਂ, ਭਾਸ਼ਾ ਦੇ ਵਿੱਚ ਚੇਂਜ ਹੋ ਜਾਂਦੇ ਹਾਂ। ਚਾਹੇ ਉਹ ਇੱਕ ਸਾਡੇ ਤੋਂ ਥੱਲੇ ਦਰਜੇ ਵਾਲੇ ਨਾਲ ਕੰਮ ਕਰਾਉਣਾ ਹੈ, ਠੀਕ ਹੈ, ਘਰ 'ਚ ਕੰਮ ਵਾਲੀ ਆਉਂਦੀ, ਅਸੀਂ ਉਹਨੂੰ ਉਹਦੇ ਤੋਂ ਕੰਮ ਕਰਾਉਣਾ ਹੈ, ਪੋਚਾ ਅੱਛੇ ਸੇ ਲਗਾ ਦੇਣਾ, ਹੈ ਨਾ, ਉਹ ਨਹੀਂ ਕਹੂਗੀ ਕਿ ਹਾਂ ਜੀ ਮੈਂ ਚੰਗੀ ਤਰ੍ਹਾਂ ਲਾਇਆ, ਰਾਈਟ। ਅਸੀਂ ਆਪਣੇ ਅਕੋਰਡਿੰਗ, ਆਪਣੀ ਸਹੂਲਤ ਦੇ ਅਕੋਰਡਿੰਗ ਬਹੁਤ ਆਰਾਮ ਨਾਲ ਆਪਣੀ ਭਾਸ਼ਾ ਨੂੰ ਛੱਡ ਦਿੰਦੇ ਹਾਂ, ਹੈ ਨਾ। ਔਰ ਮੈਨੂੰ ਲੱਗਦਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਕਮੀ ਸਾਡੇ 'ਚ ਵੀ ਹੈਗੀ ਹੈ ਕਿ ਸਾਨੂੰ ਆਪਣੀ ਭਾਸ਼ਾ 'ਤੇ ਅਸੀਂ ਉਹਨਾਂ ਮਾਣ ਨਹੀਂ ਕਰਦੇ। ਹਿੰਦੀ ਭਾਸ਼ਾ ਬੋਲਦੇ ਹਾਂ, ਬਿਲਕੁਲ, ਹੈ ਨਾ। ਅੱਛਾ, ਮੈਂ ਤੁਹਾਨੂੰ ਜਿਵੇਂ ਸ਼ੁਰੂ 'ਚ ਹੀ ਕਿਹਾ ਹੈ ਨਾ ਵੀ ਮੈਂ ਇੰਗਲਿਸ਼ ਦੀ ਟੀਚਰ ਹਾਂ, ਮੈਂ ਫਿਰ ਵੀ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਬੋਲਣਾ ਪ੍ਰੈਫਰ ਕਰਦੀ ਹਾਂ। ਹਾਂ ਠੀਕ ਹੈ, ਮੈਂ ਚਾਹੁੰਦੀ ਹਾਂ ਕਿ ਉਹ ਵੀ ਇੰਗਲਿਸ਼ ਬੋਲਣ, ਹੈ ਨਾ। ਕੱਲ੍ਹ ਨੂੰ ਉਹਨਾਂ ਨੇ ਕੰਪੀਟ ਕਰਨਾ ਹੈ, ਜੇ ਉਹ ਨਹੀਂ ਇੰਗਲਿਸ਼ ਬੋਲਣਗੇ ਤਾਂ ਓਬਵੀਅਸਲੀ ਕੱਲ੍ਹ ਨੂੰ ਕਿਤੇ ਨਾ ਕਿਤੇ ਜੋਬ ਲੈਣ 'ਚ ਜਾਂ ਜੇ ਉਹਨਾਂ ਨੇ ਕਿਤੇ ਵੀ ਅੱਛੀ ਪੋਸਟ 'ਤੇ ਜਾਣਾ ਹੈ ਤਾਂ ਇੱਕ ਜਿਹੜੇ ਸਾਡੇ ਮਾਈਂਡਸ ਦੇ ਉਹ ਹੈਗਾ ਨਾ ਕੋਲੋਨਾਈਜੇਸ਼ਨ ਵੀ ਇੰਗਲਿਸ਼, ਹਾਂਜੀ ਬਿਲਕੁਲ, ਸੋ ਉਹ ਉੱਥੇ ਪਿੱਛੇ ਰਹਿ ਜਾਣਗੀਆਂ। ਸੋ ਲੇਕਿਨ ਠੀਕ ਹੈ, ਬੋਲੋ ਇੰਗਲਿਸ਼ ਬੋਲੋ, ਹਿੰਦੀ ਵੀ ਬੋਲੋ, ਆਪਣੀ ਅਕੋਰਡਿੰਗਲੀ, ਆਪਣੀ ਜ਼ਰੂਰਤ ਦੇ ਅਕੋਰਡਿੰਗ ਬੋਲੋ, ਲੇਕਿਨ ਆਪਣੀ ਭਾਸ਼ਾ ਨੂੰ ਨਾ ਛੱਡੋ। ਤੁਸੀਂ ਜਿਹੜੇ ਆਪਣੇ ਦੋਸਤਾਂ ਦੇ ਵਿੱਚ, ਆਪਣੀ ਫੈਮਿਲੀ ਦੇ ਵਿੱਚ ਬੈਠੇ, ਆਪਣੇ ਪਰਿਵਾਰ ਵਿੱਚ ਬੈਠੇ ਗੱਲ ਕਰ ਰਹੇ ਹੋ, ਉੱਥੇ ਆਪਾਂ ਕਿਤੇ ਨਾ ਕਿਤੇ ਪੰਜਾਬੀ ਬੋਲੀਏ। ਸੋ ਇੰਗਲਿਸ਼ ਜਿਹੜੀ ਇੱਕ ਇੰਨੀ ਜ਼ਿਆਦਾ ਪ੍ਰੀਵੇਲੈਂਟ ਹੋ ਗਈ, ਇੰਨੀ ਜ਼ਿਆਦਾ ਹਰ ਪਾਸੇ ਉਹਦਾ ਪਸਾਰਾ ਆਇਆ ਹੈ ਨਾ, ਉਹ ਬੇਸਿਕਲੀ ਕਿਉਂ ਹੈ? ਕਿਉਂਕਿ ਅਸੀਂ ਉਹਨੂੰ ਇੱਕ ਉੱਚਾ ਦਰਜਾ ਦਿੱਤਾ। ਅਸੀਂ ਮੰਨ ਲਿਆ ਕਿ ਜੀ ਸਾਡੀ ਲੈਂਗੁਏਜ ਉਨੀ ਵਧੀਆ ਨਹੀਂ ਹੈਗੀ, ਹੈ ਨਾ, ਵੀ ਅਸੀਂ ਮੰਨ ਕੇ ਬੈਠੇ ਹਾਂ ਕਿਤੇ ਨਾ ਕਿਤੇ, ਜਿਹੜੀ ਕਿ ਇੱਕ ਗਲਤ ਸੋਚ ਹੈ। ਸੋਚ ਆਪਣੀ ਇਹ ਵੀ ਬਣ ਗਈ, ਮੰਨ ਲਓ ਇੱਕ ਮੰਗਤਾ ਹੈ ਸਾਡੇ ਸਾਹਮਣੇ ਬੈਠਾ, ਜੇ ਉਹ ਪੰਜਾਬੀ 'ਚ ਗੱਲ ਕਰ ਰਿਹਾ, ਹਿੰਦੀ 'ਚ ਗੱਲ ਕਰ ਰਿਹਾ, ਸਾਡੇ ਮਨ ਦੇ ਵਿੱਚ ਉਹਦਾ ਕਨਸੈਪਟ ਹੋਰ ਹੋਏਗਾ। ਲੇਕਿਨ ਇੱਕ ਮੰਗਤਾ ਹੈ, ਉਹ ਅੰਗਰੇਜ਼ੀ ਬੋਲਣ ਲੱਗ ਜੀ, ਆਪਾਂ ਕਹਾਂਗੇ ਵਾਹ ਕਿਆ ਪੜ੍ਹਿਆ ਲਿਖਿਆ ਯਾਰ ਇਹ ਬੰਦਾ ਜਿਹੜਾ, ਤੇ ਆਪਾਂ ਉਹ ਆਪਣੇ ਮਨ ਦੇ ਵਿੱਚ ਉਹਦਾ ਵੱਖਰਾ ਹੀ ਇਮੇਜ ਬਣ ਜਾਏਗੀ। ਸਾਨੂੰ ਐਵੇਂ ਲੱਗੇਗਾ ਪਤਾ ਨਹੀਂ ਵਿਚਾਰੇ ਦੀ ਕੀ ਮਜਬੂਰੀ ਹੈ ਜਿਹੜਾ ਬੈਠਾ ਇੱਥੇ ਮੰਗ ਰਿਹਾ ਨਾ, ਜਿਹੜਾ ਇੰਗਲਿਸ਼ ਬੋਲ ਰਿਹਾ। ਬਿਲਕੁਲ ਬਿਲਕੁਲ, ਸਾਡਾ ਉਹ ਇੰਟੈਂਸਿਟੀ ਚੇਂਜ ਹੋ ਜਾਂਦੀ ਹੈ ਨਾ ਬੰਦੇ ਦੀ ਪਰਸਨੈਲਿਟੀ ਦੀ। ਸੋ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਵੀ ਸੀ ਜਿਹਦੇ ਕਰਕੇ ਕਿ ਸਾਡੀ ਲੈਂਗੁਏਜ ਦੇ ਵਿੱਚ ਇੱਕ ਕਹਿ ਲਓ ਖੜਾਅ ਆ ਗਿਆ, ਜਾਂ ਜਿਹੜੀਆਂ ਖਤਮ ਹੋਈ ਜਾਂਦੀਆਂ ਨੇ, ਔਰ ਇੰਗਲਿਸ਼ ਲੈਂਗੁਏਜ ਇੰਨੀ ਜ਼ਿਆਦਾ ਪ੍ਰਫੁੱਲਿਤ ਹੋ ਰਹੀ ਹੈ ਨਾ। ਸੰਸਕ੍ਰਿਤ ਲੈਂਗੁਏਜ ਦੀ ਤੁਸੀਂ ਗੱਲ ਕੀਤੀ ਸੀ, ਸੰਸਕ੍ਰਿਤ ਲੈਂਗੁਏਜ ਦਾ ਮੈਨੂੰ ਇੱਕ ਲੱਗਦਾ ਹੁੰਦਾ ਕਿ ਉਹਦੀ ਯੂਜ਼ੇਜ ਨਹੀਂ ਹੈ। ਉਹ ਬੇਸਿਕਲੀ ਇੱਕ ਆਫੀਸ਼ੀਅਲ ਲੈਂਗੁਏਜ ਸੀਗੀ ਜਿਹੜੀ ਕਿ ਆਮ ਲੋਕਾਂ ਦੇ ਬੋਲਚਾਲ ਦੀ ਲੈਂਗੁਏਜ ਨਹੀਂ ਬਣ ਪਾਈ, ਹੈ ਨਾ। ਸੋ ਉਹੀ ਹਾਲਾਤ ਕਿਤੇ ਨਾ ਕਿਤੇ ਹੋ ਸਕਦਾ ਹੈ। ਆਪਾਂ ਹੁਣ ਪੰਜਾਬੀ ਨੂੰ ਕਾਫੀ ਪ੍ਰਮੋਟ ਕਰ ਰਹੇ ਹਾਂ, ਹੈ ਨਾ, ਕਿਤੇ ਨਾ ਕਿਤੇ ਸਾਨੂੰ ਵੀ ਉਹ ਖਤਰਾ ਨਜ਼ਰ ਆਉਣਾ ਸ਼ੁਰੂ ਹੋ ਗਿਆ, ਹੈ ਨਾ। ਅਸੀਂ ਤਾਂ ਹੀ ਹੁਣ ਇੰਨਾ ਬੋਲ ਰਹੇ ਹਾਂ ਕਿ ਹਾਂਜੀ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰੋ, ਆਪਣੀ ਮਾਤ ਭਾਸ਼ਾ ਨੂੰ ਪ੍ਰਮੋਟ ਕਰੋ, ਬਿਲਕੁਲ, ਹੈ ਨਾ। ਸੋ ਮਤਲਬ ਉਹ ਚੀਜ਼ਾਂ ਕਰਨ ਨਾਲੋਂ ਬੈਟਰ ਹੈ ਕਿ ਅਸੀਂ ਆਪਣੀ ਲੈਂਗੁਏਜ ਦੇ ਵਿੱਚ ਕਿਤੇ ਨਾ ਕਿਤੇ ਮਾਣ ਮਹਿਸੂਸ ਕਰੀਏ, ਹੈ ਨਾ। ਉਹ ਇੱਕ ਲੈਕ ਆਫ ਕੌਨਫੀਡੈਂਸ ਹੈ ਨਾ ਸਾਡੀ ਆਪਣੀ ਲੈਂਗੁਏਜ 'ਚ, ਉਹ ਇੱਕ ਬਹੁਤ ਵੱਡਾ ਫੈਕਟਰ ਹੈ ਇੰਗਲਿਸ਼ ਨੂੰ ਐਕਸੈਪਟ ਕਰਨ। ਚਾਈਨਾ ਨਹੀਂ ਬੋਲਦਾ, ਹੈ ਨਾ, ਤੁਸੀਂ ਸਾਊਥ 'ਚ ਚਲੇ ਜਾਓ, ਉਹ ਹਿੰਦੀ ਨਹੀਂ ਬੋਲਣਗੇ, ਉਹ ਜਾਂ ਇੰਗਲਿਸ਼ ਬੋਲਣਗੇ ਜਾਂ ਆਪਣੀ ਲੈਂਗੁਏਜ ਬੋਲਣਗੇ। ਕਿਉਂ? ਮਤਲਬ ਬਿਕੋਜ਼ ਦੇ ਆਰ ਪ੍ਰਾਊਡ ਆਫ देयर ਲੈਂਗੁਏਜ, ਹੈ ਨਾ। ਸੋ ਇਹ ਚੀਜ਼ਾਂ ਆਈਡੈਂਟੀਫਾਈ ਕਰਨ ਦੀ ਜ਼ਰੂਰਤ ਹੈ। ਹਾਂ ਓਬਵੀਅਸਲੀ ਇੰਗਲਿਸ਼ ਦਾ ਜਿਹੜਾ ਆਪਾਂ ਗੱਲ ਕੀਤੀ ਸੀ, ਇੰਗਲਿਸ਼ ਪ੍ਰੀਵੈਲੈਂਟ ਕਿਉਂ ਹੈ? ਨੰਬਰ 1, ਅਸੀਂ ਹਜੇ ਵੀ ਕੋਲੋਨਾਈਜ਼ਡ ਹੈਗੇ ਹਾਂ, ਅਸੀਂ ਅੱਜ ਵੀ ਗੁਲਾਮ ਹੈਗੇ ਹਾਂ, ਸਾਡੀ ਮਾਨਸਿਕਤਾ ਗੁਲਾਮ ਹੈ। ਸੈਕਿੰਡ ਥਿੰਗ ਕਿ ਜਿਹੜਾ ਟੈਕਨੋਲੋਜੀ ਦੇ ਉੱਤੇ ਅਸੀਂ ਇੰਨਾ ਬੇਸ ਹੋ ਗਏ, ਉਹਦੇ ਵਿੱਚ ਇੰਗਲਿਸ਼ ਲੈਂਗੁਏਜ ਇਜ਼ ਪ੍ਰੋਮੀਨੈਂਟ। ਔਰ ਥਰਡ ਥਿੰਗ ਜਿਹੜੀ ਹੈਗੀ ਹੈ ਕਿ ਅਸੀਂ ਖੁਦ ਨੂੰ ਆਪਣੀ ਜਿਹੜੀ ਰੂਟਸ ਨੇ ਉਹਨਾਂ ਨੂੰ ਛੱਡਦੇ ਜਾ ਰਹੇ ਹਾਂ। ਭੰਡ ਬਹੁਤ ਦਿੱਤਾ ਅੰਗਰੇਜ਼ੀ ਨੂੰ, ਵੀ ਅੰਗਰੇਜ਼ੀ ਨੇ ਆਹ ਕਰਤਾ, ਅੰਗਰੇਜ਼ੀ ਹਊਆ ਬਣ ਗਈ, ਅੰਗਰੇਜ਼ੀ ਕੌਡਾ ਰਾਖਸ਼ ਹੈ, ਅੰਗਰੇਜ਼ੀ ਨੇ ਅੰਗਰੇਜ਼ ਚਲੇ ਗਏ ਸਾਡੇ 'ਤੇ ਥੋਪ ਗਏ। ਅੰਗਰੇਜ਼ੀ ਦੇ ਫਾਇਦੇ ਵੀ ਬਹੁਤ ਹੋਏ ਨੇ। ਅੰਗਰੇਜ਼ੀ ਨਾ ਹੁੰਦੀ ਤਾਂ ਅੱਜ ਆਪਾਂ ਇਸ ਲੈਵਲ ਦੇ ਉੱਤੇ ਨਹੀਂ ਹੁੰਦੇ ਸੀ। ਇੱਕ ਸੀਮਿਤ ਦਾਇਰੇ ਦੇ ਅੰਦਰ ਆਪਾਂ ਬੰਦ ਕਰ ਗਏ। ਅੰਗਰੇਜ਼ੀ ਦੇ ਫਾਇਦੇ ਬਹੁਤ। ਦੇਖੋ ਮੈਂ ਮੇਰਾ ਆਪਣਾ ਸਬਜੈਕਟ ਹੈ, ਆਪਣੀ ਲੈਂਗੁਏਜ ਹੈ, ਸੋ ਮੈਂ ਇਸ ਚੀਜ਼ ਨੂੰ ਇਹ ਨਹੀਂ ਕਹੂੰਗੀ ਕਿ ਹਾਂ ਨਾ ਕੋਈ ਫ਼ਾਇਦਾ ਨਹੀਂ ਹੈ। ਹਰ ਲੈਂਗੁਏਜ ਦਾ ਫ਼ਾਇਦਾ ਹੁੰਦਾ ਹੈ, ਚਾਹੇ ਉਹ ਇੰਗਲਿਸ਼ ਹੈ, ਚਾਹੇ ਉਹ ਫਰੈਂਚ ਹੈ, ਚਾਹੇ ਉਹ ਚਾਈਨੀਜ਼ ਹੈ ਨਾ। ਚਾਈਨਾ ਐਟ ਪ੍ਰੈਜ਼ੈਂਟ ਇੱਕ ਬਹੁਤ ਵੱਡੀ ਪਾਰ ਬਣ ਰਿਹਾ ਹੈ ਨਾ। ਸੋ ਉਹ ਲੇਕਿਨ ਉਹ ਇੰਗਲਿਸ਼ ਨਹੀਂ ਬੋਲ ਰਹੇ, ਦੇ ਆਰ ਯੂਜ਼ਿੰਗ ਦੇਅਰ ਓਨ ਲੈਂਗੁਏਜ, ਹੈ ਨਾ। ਲੇਕਿਨ ਹਾਂ ਕਿਤੇ ਨਾ ਕਿਤੇ ਇੰਗਲਿਸ਼ ਦੀ ਇੰਪੋਰਟੈਂਸ ਇਸ ਲਈ ਹੈ ਕਿਉਂਕਿ ਅਸੀਂ ਗਲੋਬਲ ਲੈਵਲ ਦੇ ਉੱਪਰ ਹੁਣ ਕੰਮ ਕਰ ਰਹੇ ਹਾਂ। ਅਸੀਂ ਉਬੰਤੂ ਦੇ ਕਨਸੈਪਟ 'ਤੇ ਹੁਣ ਬੇਸਿਕਲੀ ਕੰਮ ਕਰ ਰਹੇ ਹਾਂ ਨਾ, ਕਿ ਸਾਰਾ ਜਿਹੜੀ ਅਰਥ ਹੈ, ਸਾਰਾ ਜਿਹੜਾ ਗਲੋਬ ਹੈ, ਦੈਟਸ ਅ ਵਨ ਵਿਲੇਜ, ਹੈ ਨਾ। ਸੋ ਜਦੋਂ ਅਸੀਂ ਵਨ ਵਿਲੇਜ ਦੀ ਗੱਲ ਕਰਦੇ ਹਾਂ ਜਾਂ ਉਬੰਤੂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇੱਕ ਮੀਡੀਅਮ ਆਫ ਕਮਿਊਨੀਕੇਸ਼ਨ ਚਾਹੀਦਾ ਹੀ ਚਾਹੀਦਾ ਹੈ ਨਾ। ਇਸ ਤੋਂ ਵੀ ਜ਼ਿਆਦਾ ਵੱਡੀ ਪਾਵਰ ਬਣ ਸਕਦਾ ਸੀ ਜੇਕਰ ਉਹ ਆਪਣੀ ਲੈਂਗੁਏਜ ਦੇ ਦਾਇਰੇ ਦੇ ਵਿੱਚ ਨਾ ਰਹਿ ਜਾਂਦਾ। ਬਿਲਕੁਲ, ਅਸੀਂ ਜਦੋਂ ਦੂਜੇ ਨਾਲ ਜੇ ਗੱਲ ਕਰਨੀ ਹੈ ਤਾਂ ਦੂਜੇ ਨੂੰ ਸਮਝਣਾ ਵੀ ਜ਼ਰੂਰੀ ਹੈ, ਔਰ ਸਮਝਣ ਲਈ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਦੀ ਲੈਂਗੁਏਜ ਸਮਝਣੀ ਪਏਗੀ, ਰਾਈਟ। ਸੋ ਕਿਤੇ ਨਾ ਕਿਤੇ ਜੇ ਅਸੀਂ ਗਲੋਬਲ ਪਲੇਟਫਾਰਮ ਦੇ ਉੱਪਰ ਇੱਕ ਹੋਣਾ ਹੈ ਤਾਂ ਸਾਨੂੰ ਇੱਕ ਲੈਂਗੁਏਜ ਫੋਲੋ ਕਰਨੀ ਪੈਣੀ ਹੈ ਨਾ, ਔਰ ਉਸ ਕਨਸੈਪਟ ਦੇ ਨਾਲ ਇੰਗਲਿਸ਼ ਲੈਂਗੁਏਜ ਦੀ ਇੰਪੋਰਟੈਂਸ ਬਣਦੀ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ।
ਤੁਸੀਂ ਇੰਨੀ ਵਡਮੁੱਲੀ ਜਾਣਕਾਰੀ ਇੰਨੇ ਲੰਬੇ ਤੇ ਵਿਸਥਾਰ ਤਰੀਕੇ ਨਾਲ ਸਮਝਾਈ, ਮੈਨੂੰ ਲੱਗਦਾ ਅਨਪੜ੍ਹ ਬੰਦਾ ਵੀ ਅੰਗਰੇਜ਼ੀ ਬੋਲਣੀ ਸ਼ੁਰੂ ਕਰ ਦੇਗਾ ਬਹੁਤ ਜਲਦ। ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ। ਸੋ ਇਸ ਡਾਕਟਰ ਅਟਵਾਲ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਅੰਗਰੇਜ਼ੀ ਵਿਭਾਗ ਦੇ ਮੁਖੀ ਨੇ। PhD ਕੀਤੀ ਹੋਈ ਹੈ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ, ਅੰਗਰੇਜ਼ੀ ਦੇ ਕਈ ਵਿਸ਼ਿਆਂ ਦੇ ਵਿੱਚ। ਅਤੇ ਅੱਜ ਕੱਲ੍ਹ ਅੰਗਰੇਜ਼ੀ ਨੂੰ ਬਹੁਤ ਸੌਖੇ ਤਰੀਕੇ ਨਾਲ ਪੜ੍ਹਾਉਣ ਦੇ ਵਿੱਚ ਇਹਨਾਂ ਨੇ ਮਹਾਰਤ ਹਾਸਲ ਕੀਤੀ ਹੋਈ ਹੈ। ਕਿਸ ਤਰੀਕੇ ਨਾਲ ਅੰਗਰੇਜ਼ੀ ਸਾਡੇ ਲਈ ਹਊਆ ਬਣ ਰਹੀ ਹੈ, ਕਿਸ ਤਰੀਕੇ ਨਾਲ ਅਸੀਂ ਸੌਖੇ ਤਰੀਕੇ ਦੇ ਨਾਲ ਅਸੀਂ ਅੰਗਰੇਜ਼ੀ ਨੂੰ ਇੱਕ ਆਮ ਆਦਮੀ ਵੀ ਸਿੱਖ ਸਕਦਾ। ਇੰਸਟੀਚਿਊਟਸ ਜਿਹੜੇ ਨੇ ਪੈਸੇ ਕਮਾ ਰਹੇ ਨੇ, ਆਪਾਂ ਆਪਣਾ ਪੈਸਾ ਕਿਸ ਤਰ੍ਹਾਂ ਬਚਾ ਸਕਦੇ ਹਾਂ, ਆਪਣੇ ਲੈਵਲ ਦੇ ਉੱਤੇ ਅੰਗਰੇਜ਼ੀ ਨੂੰ ਸਿੱਖ ਕੇ ਅਸੀਂ ਕਿਸ ਤਰ੍ਹਾਂ ਨਿਪੁੰਨ ਬਣ ਸਕਦੇ ਹਾਂ, ਉਹਦੇ ਵਿੱਚ ਕਿਹੜੇ ਕਿਹੜੇ ਤਰੀਕੇ ਅਪਣਾਉਣੇ ਪੈਣਗੇ, ਕਿਸ ਕਿਸ ਸਟੈਪ ਦੇ ਵਿੱਚੋਂ ਕਿਹੜੇ ਕਿਹੜੇ ਕਦਮਾਂ ਦੇ ਵਿੱਚੋਂ ਨਿਕਲ ਕੇ ਅਸੀਂ ਅੰਗਰੇਜ਼ੀ ਨੂੰ ਸੌਖੇ ਤਰੀਕੇ ਨਾਲ ਸਿੱਖ ਸਕਦੇ ਹਾਂ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੰਗਰੇਜ਼ੀ ਜਿਹੜੀ ਹੈ ਉਹ ਸਾਡੇ ਲਈ ਹਊਆ ਨਹੀਂ ਹੈ। ਅੰਗਰੇਜ਼ੀ ਇੱਕ ਸਾਡੇ ਲਈ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੇ ਆਪ ਨੂੰ ਕਮਿਊਨੀਕੇਟ ਕਰਨ ਦੇ ਵਿੱਚ, ਆਪਣੇ ਆਪ ਨੂੰ ਜਿਹੜੇ ਸਾਨੂੰ ਆਪਣਾ ਆਪ ਲੋਕਾਂ ਤੱਕ ਪਹੁੰਚਾਉਣ, ਆਪਣੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ, ਅੰਤਰਰਾਸ਼ਟਰੀ ਭਾਸ਼ਾ ਦੇ ਵਿੱਚ ਗੱਲ ਕਰਨ ਲਈ ਸਾਨੂੰ ਇਹ ਇੱਕ ਬਹੁਤ ਵੱਡੀ ਸਹਾਇਤਾ ਕਰਦੀ ਹੈ। ਚਾਈਨਾ ਇਸ ਦੀ ਵੱਡੀ ਉਦਾਹਰਨ ਹੈਗੀ ਹੈ। ਚਾਈਨਾ ਆਪਣੀ ਭਾਸ਼ਾ ਦੇ ਵਿੱਚ ਅੜਿਆ ਬੈਠਾ ਰਿਹਾ ਤਾਂ ਇੱਕ ਵੱਡੀ ਪਾਵਰ ਬਣਨ ਦੇ ਵਿੱਚ ਉਹਦੇ ਵਿੱਚ ਕਮੀ ਰਹਿ ਗਈ। ਆਪਾਂ ਅੰਗਰੇਜ਼ੀ ਨੂੰ ਭੰਡ ਬਹੁਤ ਦਿੱਤਾ, ਲੇਕਿਨ ਅੰਗਰੇਜ਼ੀ ਜੇਕਰ ਨਾ ਹੁੰਦੀ ਤਾਂ ਅੱਜ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਪਾਰ ਨਹੀਂ ਕਰ ਸਕਦੇ ਸੀ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾ ਕੇ ਲੋਕਾਂ ਦੇ ਨਾਲ ਸਾਡਾ ਸੱਭਿਆਚਾਰ ਸਾਂਝਾ ਨਹੀਂ ਕਰ ਸਕਦੇ ਸੀ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਆਪਣਾ ਗਿਆਨ ਸਾਂਝਾ ਨਹੀਂ ਕਰ ਸਕਦੇ ਸੀ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸੀਗੀਆਂ ਜਿਹੜੀਆਂ ਅਸੀਂ ਅੰਗਰੇਜ਼ੀ ਭਾਸ਼ਾ ਦੇ ਹੋਣ ਕਾਰਨ ਦੀ ਹੀ ਜਿਹੜੀਆਂ ਅਸੀਂ ਸੰਭਵ ਕਰ ਸਕੇ ਹਾਂ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸ਼ੁਰੂ ਅੰਗਰੇਜ਼ੀ ਜਿਹੜੀ ਆ ਉਹ ਕਿਸ ਤਰ੍ਹਾਂ ਸਿਖਾਉਣੀ ਚਾਹੀਦੀ ਹੈ। ਟੀਚਰਸ ਨੂੰ ਅੰਗਰੇਜ਼ੀ ਕਿਹੜੇ ਤਰੀਕੇ ਦੇ ਨਾਲ ਸਮਝਾਉਣ ਤਾਂ ਕਿ ਜਿਹੜੇ ਬੱਚੇ ਸੌਖੇ ਤਰੀਕੇ ਨਾਲ ਸਿੱਖ ਜਾਣ ਅਤੇ ਉਹਨੂੰ ਅੱਗੇ ਚੱਲ ਕੇ ਉਸ ਅੰਗਰੇਜ਼ੀ ਦੇ ਵਿੱਚ ਜਿਹੜੀ ਆ ਉਹ ਕੋਈ ਪ੍ਰੋਬਲਮ ਨਾ ਆਵੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਅੰਗਰੇਜ਼ੀ ਦਾ ਹਊਆ ਇਹ ਖਤਮ ਕੀਤਾ ਜਾ ਸਕਦੇ, ਹਰ ਕਿਸੇ ਨੂੰ ਅੰਗਰੇਜ਼ੀ ਜਿਹੜੀ ਆ ਉਹ ਸਮਝ ਆਵੇ ਸੌਖੇ ਤਰੀਕੇ ਨਾਲ ਸਿੱਖ ਕੇ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।